ਅੱਜ ਹਰ ਬੰਦਾ ਇਹੀ ਚਾਹੁੰਦਾ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜੇ। ਸਰਕਾਰ ਆਪਣੀ ਸਰਕਾਰ ਦਾ ਵੱਡਾ ਬਜਟ ਜਿਹੜਾ ਤਨਖਾਹਾਂ 'ਚ ਨਿਕਲ ਜਾਂਦਾ। ਸੋ ਡਿਵੈਲਪਮੈਂਟ ਤਾਂ ਹੀ ਹੋਣੀ ਆ, ਸਰਕਾਰ ਕੋਲ ਪੈਸੇ ਆਉਣਗੇ। ਐਮਪਲੋਇਮੈਂਟ ਮਤਲਬ ਸਰਕਾਰੀ ਨੌਕਰੀ ਨਹੀਂ ਹੈਗਾ। ਬੇਰੁਜ਼ਗਾਰ ਲਾਈਨਮੈਨ ਯੂਨੀਅਨ, ਜੇ ਤੁਸੀਂ ਟੈਕਨੀਕਲ ਕੋਰਸ ਕੀਤਾ ਤੁਸੀਂ ਬੇਰੁਜ਼ਗਾਰ ਕਿੱਦਾਂ ਹੋਗੇ? ਜਦੋਜਹਿਦ ਕਰਕੇ ਮੈਨੂੰ ਪਤਾ ਕਿਵੇਂ 13-13.5 ਕਰੋੜ ਰੁਪਈਆ ਲਿਆ ਕੇ ਸਰਵਿਸ ਲਾਈਨਾਂ ਠੀਕ ਕਰਾਈਆਂ, ਪੁਲ ਪੜ ਜੇ। ਹਸਪੀਟਲ ਬਣਨਾ ਬਹੁਤ ਚੰਗੀ ਗੱਲ, ਲੋਕਾਂ ਨੂੰ ਸਿਹਤ ਸੇਵਾਵਾਂ ਮਿਲਣੀਆਂ, ਪਰ ਜਿਨ੍ਹਾਂ ਨੇ ਸਿਹਤ ਸੇਵਾਵਾਂ ਦੇਣੀਆਂ ਨੇ ਉਹਨਾਂ ਵਾਸਤੇ ਵੀ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਨਾ। 36,000 ਕਾਮਿਆਂ ਦੇ ਜੋ ਪੱਕੇ ਕਰਨ ਦੀ ਗੱਲ ਸੀ, ਉਹ ਚੰਨੀ ਸਾਹਿਬ ਕਹਿੰਦੇ ਜੀ ਗਵਰਨਰ ਸਾਹਿਬ ਨੇ ਫਾਈਲ ਰੋਕ ਲਈ, ਇਸ ਕਰਕੇ ਨਹੀਂ ਹੋਏ। ਮੋਗੇ ਦੀ ਤੁਸੀਂ ਕਿਸੇ ਵੀ ਸੜਕ ਤੇ ਚੱਲ ਜਾਓ, ਤੁਹਾਡੀ ਗੱਡੀ ਨੂੰ ਹਜੋਕਾ ਨਹੀਂ ਪਊਗਾ। ਮੈਨੂੰ ਸਾਰਾ ਹੀ ਪੱਟਿਆ ਮਿਲਿਆ ਸੀ। ਉਹ ਕਹਿੰਦੇ ਜੀ ਮਹਿੰਗਾਈ ਵਧੀ ਜਾਂਦੀ ਹੈ, ਤੇਲ ਮਹਿੰਗਾ ਹੋ ਰਿਹਾ ਹੈ, ਪੈਟਰੋਲ ਮਹਿੰਗਾ ਹੋ ਰਿਹਾ ਹੈ, ਹੋਰ ਮਹਿੰਗਾਈ ਹੋ ਰਹੀ ਹੈ, ਪਰ ਜਿਹੜੀ ਸਾਡੀ ਦਿਹਾੜੀ ਸੀ ਉਹ 300 ਰੁਪਏ ਹੀ ਆ। ਫਿਰ ਗੁਜ਼ਾਰਾ ਕਿਵੇਂ ਹੋਊਗਾ? 47,000 ਬੰਦਾ ਤਾਂ ਉਹੀ ਸੀ ਜਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਜਾਂ ਜਿਹੜੇ ਮੇਰੇ ਵਿਰੋਧੀ ਸੀਗੇ ਜੀ। ਬਿਨਾਂ ਚਿਹਰਾ ਐਲਾਨਿਆ ਕੋਈ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਇਲੈਕਸ਼ਨਾਂ ਦੇ ਵਿੱਚ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਅਸੀਂ ਇੱਕ ਗੱਡੀ 'ਚ ਬੈਠੇ ਹੋਏ ਹਾਂ ਔਰ ਗੱਡੀ ਦੇ ਵਿੱਚ ਅਸੀਂ ਲੀਡਰ ਸਾਹਿਬ ਨੂੰ ਵੀ ਬਿਠਾਇਆ ਹੋਇਆ, ਕਿਉਂਕਿ ਹਲਕਾ ਦਰ ਹਲਕਾ ਅਸੀਂ ਜਾ ਰਹੇ ਹਾਂ ਔਰ ਕਿੰਨੇ ਕੁ ਕੰਮ ਹੋਏ ਨੇ ਪੰਜਾਬ ਦੇ ਵਿੱਚ। ਜਿਹੜੇ ਵਿਧਾਇਕ ਚੁਣੇ ਗਏ ਸੀ ਕਿ ਉਹ ਅਗਲੀ ਵਾਰ ਵੋਟਾਂ ਦੇ ਹੱਕਦਾਰ ਹੈ ਜਾਂ ਨਹੀਂ, ਇਹ ਸਾਰਾ ਕੁਝ ਪਤਾ ਕਰਨ ਦੇ ਲਈ ਅਸੀਂ ਨਿਕਲੇ ਹੋਏ ਹਾਂ। ਮੇਰੇ ਨਾਲ ਇਸ ਵੇਲੇ ਮੋਗਾ ਦੇ ਵਿਧਾਇਕ ਹਰਜੋਤ ਕਮਲ ਜੀ ਹੈ ਔਰ ਕਿਉਂਕਿ ਰੁਝੇਵੇਂ ਨੇ ਸਾਰੇ ਲੀਡਰਾਂ ਦੇ, ਇਲੈਕਸ਼ਨ ਸਿਰ ਤੇ ਨੇ, ਕੰਪੇਨਿੰਗ ਵੀ ਕਰਨੀ ਆ, ਸਮਾਂ ਘੱਟ ਸੀ ਤੇ ਅਸੀਂ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਹੀ ਬਹਿ ਗਏ ਔਰ ਗੱਡੀ ਦੇ ਵਿੱਚ ਬੈਠੇ ਬੈਠੇ ਇਹਨਾਂ ਤੋਂ ਜਾਣਾਂਗੇ ਔਰ ਸਮਝਾਂਗੇ ਕਿ ਲੋਕਾਂ ਨੂੰ ਖੁਸ਼ ਕਿੰਨਾ ਕੁ ਕਰ ਪਾਏ ਨੇ ਮੋਗੇ ਦੇ ਲੋਕਾਂ ਨੂੰ। ਹਸਪੀਟਲ ਤੇ ਗੇੜਾ ਮਾਰ ਸਰ, ਬਹੁਤ ਬਹੁਤ ਸਵਾਗਤ ਜੀ। ਹਾਂ, ਥੈਂਕ ਯੂ ਵੈਰੀ ਮਚ ਅਨਮਿਊਟ ਦਾ ਜੀ। ਔਰ ਰਵੀ ਜੀ ਤੁਹਾਡਾ, ਤੁਸੀਂ ਸਪੈਸ਼ਲੀ ਦੇਖੋ ਚੰਡੀਗੜ੍ਹ ਤੋਂ ਚੱਲ ਕੇ ਇੱਥੇ ਆਏ ਹੋ ਜੀ। ਮੇਰੇ ਕੋਲ ਸ਼ਬਦ ਨਹੀਂ ਹੈਗੇ, ਮੈਂ ਇਹਨਾਂ ਨਾਲ ਤੁਹਾਡਾ ਧੰਨਵਾਦ। ਬਿਲਕੁਲ ਜ਼ਰੂਰ, ਆਪਾਂ ਜਿਹੜਾ ਤੁਸੀਂ ਹਸਪੀਟਲ ਕਹਿ ਰਹੇ ਸੀ ਉੱਥੇ ਵੀ ਜ਼ਰੂਰ ਹੋ ਕੇ ਚੱਲਾਂਗੇ। ਔਰ ਸਭ ਤੋਂ ਪਹਿਲਾਂ ਹਰਜੋਤ ਜੀ ਇਹ ਸਮਝਾਇਓ ਕਿ ਜਦੋਂ ਕੋਈ ਲੋਕ ਆਪਣੇ ਨੁਮਾਇੰਦੇ ਨੂੰ ਚੁਣ ਕੇ ਵਿਧਾਨ ਸਭਾ ਭੇਜਦੇ ਨੇ, ਲੋਕ ਸਭਾ ਭੇਜਦੇ ਨੇ ਜਾਂ ਕੋਈ ਸਰਪੰਚ ਵੀ ਬਣਾਉਂਦਾ, ਉਹਨਾਂ ਨੂੰ ਨਾ ਉਮੀਦਾਂ ਹੁੰਦੀਆਂ ਨੇ ਲੋਕਾਂ ਨੂੰ ਕਿ ਅਸੀਂ ਆਪਣੇ ਬੰਦੇ ਨੂੰ ਜਿਤਾ ਕੇ ਭੇਜਿਆ ਔਰ ਸਾਡੇ ਲਈ ਕੁਝ ਕਰੇਗਾ। ਤੁਸੀਂ ਆਪਣੇ ਮਨ ਤੋਂ ਜਾਂ 5 ਸਾਲਾਂ ਦਾ ਬਿਉਰਾ ਕੱਢ ਕੇ ਦੇਖੀਏ ਤਾਂ ਮੋਗੇ ਦੇ ਵਿੱਚ ਕੀ ਮੰਨਦੇ ਹੋ? ਖੁਸ਼ ਕਰ ਸਕੇ ਹੋ ਲੋਕਾਂ ਨੂੰ, ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੇ ਹੋ? ਦੇਖੋ, ਪਹਿਲੀ ਗੱਲ ਤਾਂ ਮੇਰੇ ਜਿਹੜੀ ਪਰਵਰਿਸ਼ ਹੈਗੀ ਆ, ਮੇਰੇ ਫਾਦਰ ਸਾਹਿਬ ਫੌਜੀ ਸੀ ਔਰ ਮੇਰੀ ਮਦਰ ਟੀਚਰ ਸੀ। ਮੇਰੀ ਪਰਵਰਿਸ਼ ਬੜੀ ਡਿਸਪਲਿਨ ਹੋਈ ਹੈ ਜੀ, ਤੇ ਝੂਠ ਝਾਠ ਜਿਹਾ ਮੇਰੇ ਸੁਭਾਅ ਦੇ ਵਿੱਚ ਉਹਨੇ ਆਉਣ ਹੀ ਨਹੀਂ ਦਿੱਤਾ ਜੀ। ਸੋ ਇਸ ਕਰਕੇ 100% ਕੋਈ ਵੀ ਬੰਦਾ ਡਿਲੀਵਰ ਨਹੀਂ ਕਰ ਸਕਦਾ। ਪਰਮਾਤਮਾ ਵੀ ਮਨੁੱਖ ਬਣਾਉਣ ਲੱਗਿਆ ਕਿਸੇ ਨਾ ਕਿਸੇ ਦੇ ਵਿੱਚ ਕਦੇ ਕਿਸੇ ਦੇ ਦਿਲ ਸੱਜੇ ਪਾਸੇ ਕਰ ਦਿੰਦਾ, ਕਿਸੇ ਦੇ ਕੋਈ ਅੰਗ ਪੈਰ ਹੀ ਨਹੀਂ ਪੂਰੇ ਹੁੰਦੇ। ਸੋ ਉੱਥੇ ਵੀ ਉਸ ਲੈਵਲ ਤੇ ਵੀ ਕੁਛ ਨਾ ਕੁਛ ਕਮੀ ਰਹਿ ਜਾਂਦੀ ਹੈ। ਮੈਂ ਇਮਾਨਦਾਰੀ ਨਾਲ ਜੇ ਗੱਲ ਕਰਾਂ ਤਾਂ ਇਹ ਤੇ ਨਹੀਂ ਮੈਂ ਕਹਿ ਸਕਦਾ ਕਿ 100% ਲੋਕ ਮੇਰੇ ਤੋਂ ਖੁਸ਼ ਹੋਣਗੇ। ਮੈਨੂੰ 2 ਲੱਖ ਵੋਟਰ ਹੈਗੇ ਆ ਔਰ ਮੈਨੂੰ 2 ਲੱਖ ਦੇ ਵਿੱਚੋਂ ਉਸ ਵੇਲੇ ਤਕਰੀਬਨ 53,000 ਵੋਟ ਪਈ ਸੀ ਜਦੋਂ ਮੈਂ ਜਿੱਤਿਆ। ਤਾਂ ਇਹਦਾ ਮਤਲਬ ਇਹ ਹੋ ਗਿਆ ਕਿ 1 ਲੱਖ ਤਕਰੀਬਨ 45-47,000 ਬੰਦਾ ਤਾਂ ਉਹੀ ਸੀ ਜਾਂ ਜਿਨ੍ਹਾਂ ਨੇ ਵੋਟ ਨਹੀਂ ਪਾਈ ਜਾਂ ਜਿਹੜੇ ਮੇਰੇ ਵਿਰੋਧੀ ਸੀਗੇ। ਸੋ ਮੈਂ ਤੇ ਨਹੀਂ ਕਹਿ ਸਕਦਾ ਕਿ 100% ਬੰਦਾ ਕਹੂਗਾ ਕਿ ਹਰਜੋਤ ਕਮਲ ਜਿੰਦਾਬਾਦ ਐਂਡ ਹੀ ਹੈਜ਼ ਫੁਲਫਿਲਡ ਆਲ ਦਾ ਜਿਹੜੇ ਡ੍ਰੀਮਸ ਆਈ ਹੈਵ ਗਿਵਨ ਟੂ ਮਾਈ ਪੀਪਲ। ਇਹ ਨਹੀਂ ਪੋਸੀਬਲ, ਬਟ ਮੇਰੇ ਪਾਸੋਂ ਜੇ ਤੁਸੀਂ ਪੁੱਛੋ ਦਿਲ ਤੋਂ ਇਮਾਨਦਾਰੀ ਦੇ ਨਾਲ, ਮੈਂ ਇਹ ਗੱਲ ਕਹਿ ਸਕਦਾ ਕਿ 5 ਸਾਲ ਦੇ ਸਮੇਂ ਦੇ ਵਿੱਚ ਮੈਂ ਜਿੰਨਾ ਕੁਝ ਸੋਚਿਆ ਸੀ ਆਲਮੋਸਟ ਆਈ ਹੈਵ ਡਨ। ਕੁਝ ਪ੍ਰੋਜੈਕਟ ਚੱਲ ਰਹੇ ਨੇ ਪਾਈਪਲਾਈਨ 'ਚ, ਕਿਉਂਕਿ ਇੱਕ ਲਾਈਨ ਹੁੰਦੀ ਹੈ, ਰੋਮ ਵਾਜ਼ ਨਾਟ ਬਿਲਟ ਇਨ ਅ ਡੇ, ਰੋਮ ਇੱਕ ਦਿਨ 'ਚ ਨਹੀਂ ਸੀ ਬਣ ਗਿਆ। ਸੋ ਬੜੇ ਏਦਾਂ ਦੇ ਕੰਮ ਹੈਗੇ ਆ। ਸੜਕਾਂ ਜਿਹੜੀਆਂ ਆ, ਜਿਹੜਾ ਤੁਸੀਂ ਆਪਾਂ ਰੋਡ ਤੇ ਜਾ ਰਹੇ ਹੋ, ਇਹ ਸੜਕ ਮੇਰੀ 11 'ਚ ਠੇਕਾ ਹੋਇਆ ਸੀ ਨੈਸ਼ਨਲ ਹਾਈਵੇ ਦਾ।
14 ਚ ਕੰਪਲੀਟ ਹੋਣਾ ਸੀ, ਮੈਂ ਤਾਂ 17 ਚ ਐਮਐਲਏ ਬਣਿਆ ਜੀ। ਮੈਨੂੰ ਵੀ ਬਣ ਕੇ ਲੋਕਾਂ ਦੀਆਂ ਸੁਣਨੀਆਂ ਪਈਆਂ ਜੀ, ਸੜਕ ਟੁੱਟੀ ਆ, ਜਿਹੜੀਆਂ ਸਾਈਡ ਲਾਈਨਸ ਸੀਗੀਆਂ ਉਹ ਖਰਾਬ ਆ, ਸਰਵਿਸ ਲੇਨਸ ਉੱਤੋਂ ਫਲਾਈਓਵਰ ਨਹੀਂ ਕੰਪਲੀਟ। ਫਿਰ ਮੈਂ ਜਦੋਜਹਿਦ ਕਰਕੇ ਮੈਨੂੰ ਪਤਾ ਕਿਵੇਂ 13.5 ਕਰੋੜ ਰੁਪਈਆ ਲਿਆ ਕੇ ਸਰਵਿਸ ਲੇਨਾਂ ਠੀਕ ਕਰਾਈਆਂ, ਪੁਲ ਪਲ ਜੇ ਚਲਵਾ ਕੇ ਸ਼ਹਿਰ ਠੀਕ ਕਰਵਾਇਆ। ਔਰ ਮੇਨ ਬਾਜ਼ਾਰ ਗਾਂਧੀ ਰੋਡ, ਮੈਂ ਮਤਲਬ ਤੁਹਾਨੂੰ ਤੁਹਾਡੇ ਦਰਸ਼ਕਾਂ ਨੂੰ ਇਹਨਾਂ ਸੜਕਾਂ ਦੇ ਨਾਮ ਨਹੀਂ ਪਤਾ ਹੋਣੇ, ਪਰ ਮੈਂ ਮੋਟੇ ਤੌਰ ਤੇ ਕਹਾਂ ਕਿ ਮੋਗਾ ਮੈਨੂੰ ਸਾਰਾ ਹੀ ਪੱਟਿਆ ਮਿਲਿਆ ਸੀ ਜੀ ਜਦੋਂ ਮੈਂ ਐਮਐਲਏ ਬਣਿਆ। ਤੇ ਅੱਜ ਮੈਂ ਇਹ ਗੱਲ ਬੜੇ ਮਾਣ ਦੇ ਨਾਲ ਕਹਿ ਸਕਦਾ ਕਿ ਮੋਗੇ ਦੀ ਤੁਸੀਂ ਕਿਸੇ ਵੀ ਸੜਕ ਤੇ ਚੱਲ ਜਾਓ, ਤੁਹਾਡੀ ਗੱਡੀ ਨੂੰ ਹਜੋਖਾ ਨਹੀਂ ਪਊਗਾ। ਗਲੀਆਂ ਇੰਨੀਆਂ ਕੁ ਬਣ ਗਈਆਂ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਹੁਣ ਤਾਂ ਜਦੋਂ ਕੋਈ ਬੰਦਾ ਆ ਕੇ ਇਹ ਗੱਲ ਕਹਿੰਦਾ ਨਾ ਜੀ ਸਾਰਾ ਮੋਗਾ ਬਣਾਤਾ, ਸਾਡੀ ਗਲੀ ਰਹਿ ਗਈ, ਤੇ ਮੈਨੂੰ ਖੁਸ਼ੀ ਹੁੰਦੀ ਇਸ ਗੱਲ ਦੀ ਵੀ ਹਾਂ ਕੋਈ ਗੱਲ ਨਹੀਂ, ਇਹਦੀ ਰਹਿ ਗਈ ਉਹ ਵੱਖਰੀ ਗੱਲ ਹੈ, ਮੈਂ ਬਣਾ ਦੂੰਗਾ। ਪਰ ਜਦੋਂ ਅਗਲਾ ਕਹਿੰਦਾ ਸਾਰਾ ਮੋਗਾ ਬਣ ਗਿਆ, ਸੋ ਮੈਨੂੰ ਚੰਗਾ ਲੱਗਦਾ ਕਿ ਲੋਕ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ। ਔਰ ਮੈਂ ਬੜੇ ਇਸ ਗੱਲ ਨੂੰ ਤੁਹਾਡੇ ਚੈਨਲ ਤੋਂ ਬੜੇ ਦਾਅਵੇ ਨਾਲ ਇਹ ਗੱਲ ਕਹਿ ਸਕਦਾ। ਉਹ ਦੇਖੋ ਸਾਰੀਆਂ ਸੜਕਾਂ ਤੇ ਇੰਟਰਲੌਕ ਲੱਗਿਆ, ਮੇਰਾ ਪਿੰਡ ਨਵਾਂ ਰਲਿਆ ਜੀ, ਇੱਧਰ ਵੀ ਸਾਰੀਆਂ ਗਲੀਆਂ ਸਾਡੀਆਂ ਦੇਖੋ ਇੰਟਰਲੌਕ ਸਾਰੀਆਂ ਤੇ ਲੱਗੀ ਵੀ ਹੈ। ਕੋਈ ਵੀ ਤੁਹਾਨੂੰ ਗਲੀ ਸੜਕ ਐ ਨਹੀਂ ਲੱਭੂਗੀ ਨਾ ਮੇਰੇ ਪਿੰਡਾਂ 'ਚ। ਹੁਣ ਤੁਸੀਂ ਪਿੰਡ ਨੂੰ ਚੱਲੇ ਮੇਰੇ ਨਾਲ, ਪਿੰਡਾਂ 'ਚ ਦੇਖੋ ਕਿੰਨੇ ਕੰਮ ਹੋਏ ਵੇ ਆ, ਕਿੱਡੇ ਕਿੱਡੇ ਪਾਰਕ ਬਣ ਗਏ ਆ, ਅਸੀਂ ਛੱਪੜਾਂ ਦੇ ਕੰਮ ਕੀਤੇ ਵੇ ਆ, ਅਸੀਂ ਉਹਦੇ 'ਚ ਸੜਕਾਂ ਮੇਰਾ ਖਿਆਲ ਕੋਈ ਨਹੀਂ ਰਹਿੰਦੀ। ਔਰ ਜਿਹੜੇ ਨੈਰੋ ਪੁਲੀਆਂ ਜਿਹੜੀਆਂ ਸੀਗੀਆਂ 10 ਫੁੱਟ 11 ਫੁੱਟ, ਉਹ 50 ਸਾਲ ਪੁਰਾਣੀਆਂ। ਇੱਕ ਪੁਲ ਤਾਂ ਮੈਂ ਹੁਣੇ 28 ਫੁੱਟ ਦਾ ਚੌੜਾ 25 ਫੁੱਟ ਚੌੜਾ ਕੀਤਾ ਉਹ, ਤਾਂ ਉਹ ਮੈਂ ਪੁੱਛਿਆ ਉਹ ਦਿਨ, ਕਹਿੰਦੇ ਜੀ 10.5 ਫੁੱਟ ਚੌੜਾ ਸੀਗਾ ਤੇ ਕਦੋਂ ਬਣਿਆ ਸੀ 1965 ਚ, ਸਾਡੇ ਜੰਮਣ ਤੋਂ ਵੀ ਕਈ ਸਾਲ ਪਹਿਲਾਂ ਦਾ। ਉਹ ਵੀ ਸਾਰੀਆਂ ਅਸੀਂ ਪੁਲੀਆਂ ਚੌੜੀਆਂ ਕੀਤੀਆਂ। ਸੋ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਔਰ ਆਪਣੀ ਕਾਂਗਰਸ ਸਰਕਾਰ ਦਾ ਬੜਾ ਸ਼ੁਕਰਗੁਜ਼ਾਰ ਹਾਂ। ਖੁੱਲੇ ਦਿਲ ਨਾਲ ਸਾਨੂੰ ਫੰਡ ਦਿੱਤੇ ਔਰ ਜਿਹੜੇ ਕੰਮ ਲਈ ਵੀ ਗਏ ਆ ਇੱਕ ਵਾਰੀ ਵੀ ਜਵਾਬ ਨਹੀਂ ਦਿੱਤਾ, ਪੂਰਾ ਐਨ ਠੋਕ ਕੇ ਸਾਡੀ ਮਦਦ ਕੀਤੀ ਹੈ। ਔਰ ਮੈਂ ਉਹਦੇ ਕਰਕੇ ਹੀ ਮੈਂ ਕਰੋੜਾਂ ਰੁਪਈਆਂ ਦੇ ਜਿਹੜੇ ਪ੍ਰੋਜੈਕਟ ਆ ਉਹ ਆਪਣੇ ਲਿਆ ਸਕਿਆ। ਆ ਮੇਰਾ ਇਹ ਨਵਾਂ ਏਰੀਆ ਜੀ ਮੋਗੇ ਦੇ ਵਿੱਚ ਸ਼ਾਮਲ ਹੋਇਆ ਸੀ। ਸੋ ਇੱਥੇ ਅਸੀਂ 2.25 ਕਰੋੜ ਦੀ ਲਾਗਤ ਨਾਲ ਫਨ ਪਾਰਕ ਬਣਾਈ ਜਾਂਦੇ। ਅੱਜ ਸ਼ਹਿਰਾਂ ਦੇ ਵਿੱਚ ਬੱਚਿਆਂ ਨੂੰ ਖੇਡਣ ਲਈ ਕੋਈ ਥਾਂ ਹੀ ਨਹੀਂ ਰਹਿ ਗਈ। ਅਸੀਂ ਪਿੰਡਾਂ ਦੇ ਵਿੱਚ ਬੜੇ ਬੜੇ ਪਾਰਕ, ਸਟੇਡੀਅਮਸ, ਜਿਮਨੇਜ਼ੀਅਮ, ਜਿਮ, ਬੱਚਿਆਂ ਨੂੰ ਸਪੋਰਟਸ ਕਿੱਟਾਂ ਔਰ ਇਹੋ ਜਿਹੇ ਕੁਝ, ਜਿਵੇਂ ਮੇਰੇ ਸਿਵਲ ਹਸਪੀਟਲ ਆ 4.5 ਕਰੋੜ ਦੀ ਲਾਗਤ ਨਾਲ ਉੱਥੇ ਇੱਕ ਨਵਾਂ ਹੀ ਅਸੀਂ ਉਹ ਜੱਚਾ ਬੱਚਾ ਵਿੰਗ ਬਣਾ ਦਿੱਤਾ, ਜਿਹਦੇ 'ਚ ਆਕਸੀਜਨ ਪਾਈਪ ਬੈੱਡ ਤੱਕ ਲੱਗੇ ਵੇ, ਲਿਫਟ ਲੱਗੀ ਵੀ ਆ, ਸਾਰਾ ਕੁਝ ਬਿਲਕੁਲ ਉਹ ਜਿੱਦਾਂ ਡੀਐਮਸੀ ਜਾਂ ਚੰਡੀਗੜ੍ਹ ਦਾ ਕੋਈ ਹਸਪੀਟਲ ਇਦਾਂ ਦਾ ਉਹ ਸਿਵਲ ਹਸਪੀਟਲ ਮੋਗੇ 'ਚ ਬਣ ਗਿਆ। ਸਾਰਾ ਹਸਪੀਟਲ ਰੈਨੋਵੇਟ ਕਰਤਾ, 6.5-7 ਕਰੋੜ ਰੁਪਈਆ ਉਹਦੇ ਤੇ ਲੱਗਾ। ਔਰ ਆਕਸੀਜਨ ਜਿਹਦੀ ਘਾਟ ਪਿੱਛੇ ਜੇ ਕਿੱਡੀ ਵੱਡੀ ਦਿੱਲੀ 'ਚ ਵੀ ਡੈਥ ਕਿੰਨੀ ਹੋਈ, ਅਸੀਂ ਆਕਸੀਜਨ ਜਨਰੇਟਰ 2 ਉੱਥੇ ਲਾ ਦਿੱਤੇ, ਜਿਹਦੇ ਨਾਲ ਉੱਥੇ ਹੀ ਆਕਸੀਜਨ ਬਣੂਗੀ, ਘਾਟ ਪਿੱਛੋਂ ਲਿਆਉਣ ਦੀ ਲੋੜ ਨਹੀਂ। ਆ ਸਾਡਾ ਹਸਪੀਟਲ ਨਵਾਂ ਬਣਿਆ, ਪੰਜਾਬ 'ਚ 2 ਹੀ ਬਣੇ ਆ। ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਇੱਧਰ ਇੱਕ ਵਾਰੀ ਨਿਗਾਹ ਮਾਰੋ। ਇਹ ਸਿਵਲ ਹਸਪੀਟਲ ਨਹੀਂ, ਇਹ ਆਯੂਸ਼ ਦਾ ਹਸਪੀਟਲ ਹੈਗਾ। ਪੰਜਾਬ 'ਚ 2 ਹੀ ਬਣੇ ਆ, ਇੱਕ ਇਹ ਮੁਹਾਲੀ ਦੇ ਕੋਲ ਆ ਔਰ ਇੱਕ ਇਹ ਮੋਗੇ ਬਣਿਆ ਹੈਗਾ ਜੀ। ਸਾਡੇ ਪੰਜਾਬ ਦੇ ਵਿੱਚ 2 ਹੀ ਇਹਦੇ ਨਾਲ ਦੇ ਹਸਪੀਟਲ ਬਣੇ ਆ। ਆਯੂਸ਼ ਦਾ ਹਸਪੀਟਲ ਹੈ, 4 ਮੰਜ਼ਿਲਾਂ ਦਾ, ਇਹ 6.5 ਕਰੋੜ ਦੀ ਲਾਗਤ ਨਾਲ ਬਣਿਆ। ਇੱਕ ਇੱਥੇ ਬਣਿਆ ਤੇ ਇੰਨਾ ਹੀ 6.5 ਕਰੋੜ ਦੇ ਨਾਲ ਮੁਹਾਲੀ ਦੇ ਕੋਲ ਉੱਥੇ ਬਣਿਆ ਹੈਗਾ। ਸੋ ਇਹ ਅਸੀਂ 16 ਤਰੀਕ ਨੂੰ ਇਨੈਗੂਰੇਟ ਕਰਨਾ ਸੀਗਾ। ਡਿਪਟੀ ਮੁੱਖ ਮੰਤਰੀ ਜਿਹੜੇ ਆਪਣੇ ਨੇ ਹੈਲਥ ਡਿਪਾਰਟਮੈਂਟ ਦੇ ਓਪੀ ਸੋਨੀ ਜੀ, ਉਹਨਾਂ ਨੇ ਆਉਣਾ ਸੀਗਾ। ਉਸੇ ਦਿਨ ਹੀ ਨਵਜੋਤ ਸਿੱਧੂ ਜੀ ਦਾ ਇੱਕ ਪਲਾਨ ਇੱਥੇ ਦਾ ਹੋ ਗਿਆ ਤੇ ਉਹ ਫਿਰ 2 ਜਗ੍ਹਾ ਤੇ ਜਾ ਕੇ ਗਿੱਦੜਬਾਹਾ ਦੇ ਸਪੈਸ਼ਲੀ ਇਲਾਜ ਕਿਹੜੇ ਹੋਣਗੇ? ਮਤਲਬ ਬੇਸਿਕਲੀ ਜਿਵੇਂ ਸਿਵਲ ਹਸਪੀਟਲ ਦੇ ਵਿੱਚ ਆ ਦੇਖੋ ਨਾਲ ਅਸੀਂ ਆ ਹੋਰ ਜਗ੍ਹਾ ਪਈ ਹੈਗੀ ਆ, ਇੱਥੇ ਅਸੀਂ 2 ਹਸਪੀਟਲ ਰੱਖੇ ਹੋਏ ਆ। ਇਹ ਜਗ੍ਹਾ ਅਸੀਂ ਆਲਰੇਡੀ ਹਸਪੀਟਲਾਂ ਦੇ ਨਾਂ ਰਜਿਸਟਰੀ ਕਰਵਾ ਚੁੱਕੇ ਆ ਜੀ। ਇੱਕ ਇਹ ਆਯੂਸ਼ ਦਾ ਹਸਪੀਟਲ ਹੈ। ਆਯੂਸ਼ ਦਾ ਮਤਲਬ ਹੈਗਾ AYUSH ਜੀ, ਆਯੁਰਵੈਦਿਕ, ਯੋਗਾ, ਯੂਨਾਨੀ, ਸਿੱਧਾ ਤੇ ਹੋਮੋਪੈਥੀ ਜੀ। ਓਕੇ, ਇਹਦੇ ਵਿੱਚ ਉਹ ਸਾਰੀਆਂ ਪੈਥੀਜ਼ ਹੈਗੀਆਂ ਜਿਹੜੀਆਂ ਇੰਡੀਅਨ ਪੈਥੀ ਹੈਗੀਆਂ। ਤੇ ਦੂਜਾ ਅਸੀਂ ਨਾਲ ਇਹਦੇ 'ਚ ਟਰਾਮਾ ਸੈਂਟਰ ਐਮਰਜੈਂਸੀ ਵਾਲਾ ਬਣਾਉਣ ਲੱਗੇ ਆ। ਜਿਹੜਾ ਸਾਡਾ ਹਸਪੀਟਲ ਹੈ ਉਹ ਸ਼ਹਿਰ ਦੇ ਅੰਦਰ ਆ। ਸੋ ਮਰੀਜ਼ ਨੂੰ ਬੜੀ ਦਿੱਕਤ ਆਉਂਦੀ ਐਮਰਜੈਂਸੀ 'ਚ ਉੱਥੇ ਜਾਣ ਦੀ, ਜੇ ਕੋਈ ਰੈਫਰ ਕਰਦੇ ਤੇ ਬਾਹਰ ਤੱਕ। ਇੱਥੋਂ ਹੀ GT ਰੋਡ ਤੋਂ ਹੀ ਜਿਹੜਾ ਪੇਸ਼ੈਂਟ ਹੈ ਉਹ
ਫੈਸਿਲਿਟੀ ਲੈ ਸਕੂਗਾ। ਔਰ ਇਹ ਲਿਫਟ ਲੱਗੀ ਵੀ ਆ, ਏਸੀ ਲੱਗੇ ਆ ਦੇਖੋ, ਔਰ ਐਡੀ ਵੱਡੀ ਬਿਲਡਿੰਗ ਅਸੀਂ ਮੇਰੇ ਖਿਆਲ ਮੰਗਲਵਾਰ ਨੂੰ ਇਹਦਾ ਇਨੈਗੋਰੇਸ਼ਨ ਹੁਣ ਕਰਵਾ ਦਿਆਂਗੇ। ਇਹ ਪੰਜਾਬ ਸਰਕਾਰ ਦਾ ਪ੍ਰੋਜੈਕਟ ਹੈ ਇਹ ਪੰਜਾਬ ਸਰਕਾਰ ਦੇ ਸੈਂਟਰ ਦੀ ਕੋਲੈਬੋਰੇਸ਼ਨ ਨਾਲ ਜੀ। ਤੇ ਮੈਂ ਕਹਿੰਦਾ ਕਿ ਮੈਂ ਵੱਡੇ ਭਾਗਾਂ ਵਾਲਾ ਕਿ ਇਹ ਪਹਿਲੀ ਵਾਰੀ ਐਮਐਲਏ ਬਣਿਆ, ਨਹੀਂ ਤਾਂ ਵੱਡੇ ਵੱਡੇ ਉੱਥੇ ਸੀਨੀਅਰ ਬੈਠੇ ਸੀਗੇ, ਪਰ ਮੈਨੂੰ ਇਹ ਮਿਲਿਆ ਐਡਾ ਵੱਡਾ ਪ੍ਰੋਜੈਕਟ। ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਇਹਦੇ ਵਿੱਚ ਜਿਹੜਾ ਫੁੱਲ ਫਲੈਜਡ ਬਿਲਡਿੰਗ ਬਣੀ ਵੀ ਆ, ਪ੍ਰਾਈਵੇਟ ਰੂਮਸ ਆ, ਇਹ ਆ ਉਹ। ਔਰ ਜਿਹੜੇ ਇਲਾਜ ਵਾਸਤੇ ਲੋਕ ਕੇਰਲਾ ਜਾਂ ਕਰਨਾਟਕਾ ਜਾਂ ਬੈਂਗਲੌਰ ਜਾਂਦੇ ਸੀਗੇ, ਉਹ ਸਾਰੀਆਂ ਮਸਾਜਿਸ, ਉਹ ਸਾਰੇ ਜਿਹੜੇ ਪੰਚਕਰਮਾਂ ਦੇ, ਉਹ ਸਾਰਾ ਕੁਝ ਹੀ ਇੱਥੇ ਚੱਲੂਗਾ। ਇਹਦਾ ਸ਼ੁਰੂਆਤ ਕਦੋਂ ਕਰ ਰਹੇ ਹੋ? ਕਿਉਂਕਿ ਕੋਈ ਪਤਾ ਨਹੀਂ, ਅੱਜ ਨਵੇਂ ਸਾਲ ਦੀ 2 ਤਰੀਕ ਹੋ ਗਈ, ਕਹਿੰਦੇ ਪਹਿਲੇ ਹਫਤੇ ਦੇ ਵਿੱਚ ਇਨੈਗੋਰੇਸ਼ਨ ਦਾ ਤੁਸੀਂ ਪੁੱਛ ਰਹੇ ਸੀਗੇ। ਅਸੀਂ ਆਹ 4 ਤਰੀਕ ਦਾ ਇਨੈਗੋਰੇਸ਼ਨ ਇਹਦਾ ਰੱਖ ਕੇ ਅਸੀਂ ਕਰ ਦਿਆਂਗੇ ਜੀ। ਜਾਬਤਾ ਤਕਰੀਬਨ 5 ਤੋਂ ਬਾਅਦ ਹੀ ਲੱਗੂਗਾ, ਕਿਉਂਕਿ ਮੋਦੀ ਸਾਹਿਬ ਦੀ ਰੈਲੀ ਰੱਖੀ ਵੀ ਆ ਫਿਰੋਜ਼ਪੁਰ 5 ਦੀ, ਤਾਂ ਇਸ ਕਰਕੇ ਲੱਗਦਾ ਨਹੀਂ ਕਿ ਉਹ ਕੋਈ ਜਾਬਤਾ ਉਸ ਤੋਂ ਪਹਿਲਾਂ ਲੱਗੇ। ਸੋ we will start it functioning from 5th or 4th of this month. ਪਰ ਇਹਦੇ ਨਾਲ ਹੀ ਚਲੋ ਬਾਕੀ ਗੱਲਾਂ ਵੀ ਆਪਾਂ ਕਰਨੀਆਂ, ਪਰ ਇਹਦੇ ਨਾਲ ਸਵਾਲ ਹੈ ਹਰਜੋਤ ਜੀ, ਕਿਉਂਕਿ ਉਹ ਭਾਵੇਂ ਤੁਹਾਡੀ ਸਰਕਾਰ ਲੈਵਲ ਦਾ ਕੰਮ ਹੈ, ਬਹੁਤ ਸਾਰੇ ਜਿਹੜੇ ਸਿਹਤ ਵਿਭਾਗ ਦੇ ਕਾਮੇ ਨੇ ਉਹ ਲਗਾਤਾਰ ਸੜਕਾਂ ਤੇ ਬੈਠੇ ਹੋਏ ਆ, ਚਾਹੇ ਉਹ ਡਾਕਟਰਾਂ ਦੀ ਗੱਲ ਕਰੀਏ ਜਾਂ ਆਸ਼ਾ ਵਰਕਰਾਂ ਦੀ ਗੱਲ ਕਰੀਏ ਜਾਂ NHM ਦੀ ਗੱਲ ਕਰੀਏ, ਉਹਦੀ ਵੀ ਨਾਲ ਕਿਉਂਕਿ ਹਸਪੀਟਲ ਬਣਨਾ ਬਹੁਤ ਚੰਗੀ ਗੱਲ, ਲੋਕਾਂ ਨੂੰ ਸਿਹਤ ਸੇਵਾਵਾਂ ਮਿਲਣੀਆਂ, ਪਰ ਜਿਨ੍ਹਾਂ ਨੇ ਸਿਹਤ ਸੇਵਾਵਾਂ ਦੇਣੀਆਂ ਨੇ ਉਹਨਾਂ ਵਾਸਤੇ ਵੀ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਨਾ। 36000 ਕਾਮਿਆਂ ਦੇ ਜੋ ਪੱਕੇ ਕਰਨ ਦੀ ਗੱਲ ਸੀ, ਉਹ ਚੰਨੀ ਸਾਹਿਬ ਕਹਿੰਦੇ ਜੀ ਗਵਰਨਰ ਸਾਹਿਬ ਨੇ ਫਾਈਲ ਰੋਕ ਲਈ, ਇਸ ਕਰਕੇ ਨਹੀਂ ਹੋਏ। ਕਿ ਜਿਹੜੇ ਧਰਨਾ ਲਾਈ ਬੈਠੇ ਸੀ ਜਾਂ ਜਿਹੜੇ ਆਸਵੰਦ ਸੀਗੇ, ਉਹ ਸਰਕਾਰ ਤੇ ਆਪਣੀ ਭੜਾਸ ਕੱਢ ਰਹੇ ਆ। ਮੈਂ ਚੰਨੀ ਜੀ ਦਾ ਉਹ ਬਿਆਨ ਸੁਣਿਆ ਸੀਗਾ। ਦੇਖੋ, ਪੰਜਾਬ ਸਰਕਾਰ ਦੇ ਜਿਹੜਾ ਹੁੰਦਾ ਕੈਬਨਿਟ ਦੇ ਵਿੱਚੋਂ ਜਦੋਂ ਪਾਸ ਹੋ ਕੇ ਜਾਂਦਾ ਮਤਾ, ਤਾਂ ਉੱਥੇ ਗਵਰਨਰ ਸਾਹਿਬ ਦੀ ਮੋਹਰ ਲੱਗਣੀ ਹੁੰਦੀ ਹੈ। ਸੋ ਉੱਥੇ ਉਹ ਫਾਈਲ ਜੇ ਰੁਕ ਗਈ ਆ, ਹੋਪਫੁਲੀ ਜੇ 1-2 ਦਿਨ ਜੇ ਰਹਿੰਦੇ ਆ ਜਾਬਤੇ 'ਚ, ਉਦੋਂ ਤੱਕ ਜੇ ਉਹ ਕੱਢ ਦੇਣ ਤਾਂ। ਪਰ ਉਹਦੇ ਤੋਂ ਇਲਾਵਾ ਜਿਹੜੀ ਤੁਸੀਂ ਆਸ਼ਾ ਵਰਕਰਾਂ ਦੀ ਗੱਲ ਕੀਤੀ ਆ, ਉਹ ਤਾਂ ਚਮਕੌਰ ਸਾਹਿਬ 'ਚ ਅਸੀਂ ਵੱਡਾ ਫੰਕਸ਼ਨ ਕੀਤਾ। ਉੱਥੇ ਜਿਹੜੀਆਂ ਫੈਸਿਲੀਟੇਟਰਸ ਹੈਗੀਆਂ, ਆਸ਼ਾ ਵਰਕਰਸ ਹੈਗੀਆਂ, ਉਹਨਾਂ ਨੂੰ ਅਸੀਂ ਜਿਹੜੀ ਚੰਨੀ ਸਰਕਾਰ ਨੇ, ਚੰਨੀ ਸਾਹਿਬ ਨੇ ਐਲਾਨ ਕੀਤਾ ਉਸ ਦਿਨ, ਉਹਨਾਂ ਦੇ ਫਿਕਸ ਭੱਤੇ ਕੀਤੇ। ਅੱਗੇ ਉਹਨਾਂ ਨੂੰ ਮਿਲਦੇ ਹੀ ਨਹੀਂ ਸੀ, ਔਰ ਅੱਗੇ ਉਹਨਾਂ ਨੂੰ 10 ਮਹੀਨੇ ਦੇ ਮਿਲਦੇ ਸੀ, 12 ਮਹੀਨੇ ਦਾ ਉਹਨਾਂ ਨੂੰ ਉਹ ਵੀ ਕੀਤਾ ਹੈਗਾ ਕਿ ਉਹਨਾਂ ਨੂੰ ਪੈਸੇ ਮਿਲਣਗੇ। ਸੋ ਦੇਖੋ, ਆਹ ਜਿਹੜਾ ਟਾਈਮ ਹੁੰਦਾ ਨਾ, ਜਦੋਂ ਤੁਸੀਂ ਹੁਣ ਜਿਹੜੇ NHM ਵਾਲੇ ਤੁਸੀਂ ਕਹਿੰਦੇ ਹੋ, ਉਹ ਨੈਸ਼ਨਲ ਲੈਵਲ ਦਾ ਕੰਮ ਹੈਗਾ। ਉਹਦੇ 'ਚ ਪੰਜਾਬ ਸਰਕਾਰ ਨੇ ਦੇਣੇ ਹੁੰਦੇ ਆ ਕੁਝ ਪੈਸੇ, ਕੁਝ ਸੈਂਟਰ ਨੇ, ਔਰ ਉਹਦੇ ਜਿਹੜੇ ਅਸੀਂ ਆਪਣੇ ਤਾਂ ਵਧਾ ਸਕਦੇ ਹਾਂ, ਸੈਂਟਰ ਦੇ ਜੋ ਫਿਕਸ ਕੀਤੇ ਨੋਰਮਸ ਹੈਗੇ ਆ ਉਹ ਉਹੀ ਚੱਲਦੇ ਹੈਗੇ। ਕਈ ਚੀਜ਼ਾਂ ਇਹ ਹੈਗੀਆਂ, ਉਹ ਗੱਲ ਠੀਕ ਹੈ ਤੁਹਾਡੀ ਕਿ ਤੁਸੀਂ ਕਹਿੰਦੇ ਕਿ ਅੱਜ 36000 ਕਾਮੇ ਸੜਕ ਤੇ ਬੈਠੇ, ਇਹ ਉਹੀ ਕਾਮੇ ਆ ਜਿਨ੍ਹਾਂ ਨੇ ਸਾਡਾ ਬੜਾ ਕੰਮ ਕੀਤਾ ਹੈਗਾ ਇਸ ਕੋਵਿਡ ਦੇ ਦਿਨਾਂ ਦੇ ਵਿੱਚ, ਐਂਡ ਅਸੀਂ ਉਹਨਾਂ ਦਾ ਬੜਾ ਬਿਲਕੁਲ ਫੁੱਲਾਂ ਦੀ ਵਰਖਾ ਕਰਵਾਈ ਗਈ। ਸਾਰਾ ਕੁਝ ਉਧਰ ਬ੍ਰੇਕ ਮਾਰੋ ਜੀ, ਇੱਥੇ ਰੋਕ ਲਓ, ਫਿਰ ਪਰਲਾ ਪਾਸਾ ਆ ਜਾਣਾ, ਉਰੇ ਰੋਕ ਲਓ। ਇਹ ਐਂਟਰੀ ਪੁਆਇੰਟ ਹੈਗੇ ਸਾਡੇ ਜੀ, ਨਹੀਂ ਪੜਿਆ ਜਾਣਾ ਹੁਣ ਆਈਲਾ ਮੌਕਾ ਪੜਿਆ ਜਾਊਗਾ। ਇਹ ਪਿੱਛੇ ਕਰ ਲਓ। ਇਦਾਂ ਦਾ ਜਿਹੜਾ ਅਸੀਂ ਇਹ ਐਂਟਰੀ ਪੁਆਇੰਟ ਹੈਗੇ, ਇਹ ਸਾਡਾ ਫਿਰੋਜ਼ਪੁਰ ਵਾਲੇ ਪਾਸੇ ਤੋਂ, ਇੱਥੋਂ ਮੋਗੇ ਦੀ ਹੱਦ ਸ਼ੁਰੂ ਹੁੰਦੀ ਹੈ ਜੀ। ਸੋ ਇਹਦਾ ਜਿਹੜਾ ਇਹ ਪਾਸਾ ਹੈਗਾ, ਇਹ ਮੋਗੇ ਵਾਲਾ ਪਾਸਾ ਜਿਸਦਾ, ਇਹ ਸਾਰੇ ਜਿੰਨੇ ਵੀ ਐਂਟਰੀ ਪੁਆਇੰਟ ਨੇ, ਚਾਹੇ ਅੰਮ੍ਰਿਤਸਰ ਵਾਲੇ ਪਾਸਿਓਂ, ਲੁਧਿਆਣੇ ਵਾਲੇ ਪਾਸਿਓਂ, ਕੋਟਕਪੂਰਾ, ਇਹ ਫਿਰੋਜ਼ਪੁਰ ਵਾਲਾ ਪਾਸਾ, ਇਸ ਤਰ੍ਹਾਂ ਦੇ ਅਸੀਂ ਐਂਟਰੀ ਪੁਆਇੰਟ ਦਿੱਤੇ ਆ ਤਾਂ ਕਿ ਇੱਕ ਜ਼ਿਲ੍ਹਾ ਹੈਗਾ ਮੋਗੇ, ਜੇ ਇੱਥੇ ਕੋਈ ਬਾਹਰੋਂ ਆਉਂਦਾ ਤਾਂ ਉਹਨੂੰ ਪਤਾ ਲੱਗੇ ਕਿ ਮੈਂ ਕਿਸੇ ਡਿਸਟ੍ਰਿਕਟ ਹੈੱਡਕੁਆਟਰ ਤੇ ਆਇਆ। ਚੰਗਾ ਲੱਗਦਾ, ਸਿਆਣੇ ਕਹਿੰਦੇ ਵੀ ਘਰ ਦੇ ਭਾਗ ਜਿਹੜੇ ਉਹ ਡਿਉੜੀ ਤੋਂ ਜਾਂ ਵਿਹੜੇ ਤੋਂ ਹੀ ਪਤਾ ਲੱਗ ਜਾਂਦੇ। ਸੋ ਕੋਸ਼ਿਸ਼ ਕੀਤੀ। ਇੱਧਰਲੇ ਪਾਸੇ ਦੇਖੋ, ਅਸੀਂ ਇਹ ਕਿਸਾਨਾਂ ਨੂੰ ਕੀਤਾ ਹੈਗਾ ਰਿਪਰੈਜ਼ੈਂਟ, ਜੈ ਜਵਾਨ ਜੈ ਕਿਸਾਨ ਦੇ ਨਾਂ ਤੇ ਅਸੀਂ ਕੀਤਾ। ਔਰ ਇਸੇ ਤਰ੍ਹਾਂ ਹੀ ਜਿੰਨੇ ਐਂਟਰੀ ਪੁਆਇੰਟ ਹੈਗੇ ਲੁਧਿਆਣੇ ਵਾਲੇ ਪਾਸਿਓਂ, ਅਸੀਂ ਵੂਮੈਨਸ ਐਨਪਾਵਰਮੈਂਟ ਦੇ ਉੱਤੇ ਕੀਤਾ ਹੈਗਾ। ਇਸੇ ਤਰ੍ਹਾਂ ਹੀ ਇੱਕ ਪਾਸਿਓਂ ਅਸੀਂ ਬੱਚਿਆਂ ਦੇ ਖੇਡਾਂ ਦੇ ਉੱਤੇ ਕੀਤਾ ਹੈਗਾ, ਉਹਨੂੰ ਉਤਸ਼ਾਹਿਤ ਕਰਨ ਲਈ। ਇੱਦਾਂ ਹੀ ਇੱਕ ਪਾਸਿਓਂ ਅਸੀਂ ਵਾਤਾਵਰਨ ਨੂੰ ਜਿਹੜਾ ਹੈਗਾ ਪ੍ਰਮੋਟ ਕਰਨ ਲਈ ਐਂਟਰੀ ਪੁਆਇੰਟ ਬਣਾਏ ਹੈਗੇ। ਔਰ ਇਹਦੇ ਸਾਰੇ ਕੰਮ ਜਿਹੜੇ ਹੈਗੇ ਆ, ਇਹ ਮੈਨੂੰ ਮੇਰੇ ਮਨ 'ਚ ਐਂ ਹੁੰਦਾ ਕਿ ਮੋਗਾ ਜਿਹੜਾ ਹੈਗਾ ਉਹ ਬਿਊਟੀਫੁਲ ਲੱਗਣਾ ਚਾਹੀਦਾ, ਕਿਉਂਕਿ ਮੈਂ ਸੱਚੀ ਮੋਗੇ ਨੂੰ ਪਿਆਰ ਕਰਦਾ ਜੀ। EMPLOYMENT
ਬੜੀ ਜ਼ਰੂਰੀ ਹੁੰਦੀ ਹੈ। ਕਿਸੇ ਵੀ ਲੀਡਰ ਦੀ ਪ੍ਰਾਇੋਰਟੀ ਮੇਰਾ ਖਿਆਲ ਹੋਣੀ ਵੀ ਚਾਹੀਦੀ ਹੈ ਔਰ ਉਹਨੂੰ ਪ੍ਰਾਇੋਰਟੀ ਤੇ ਦੇਖਣਾ ਵੀ ਚਾਹੀਦਾ, ਕਿਉਂਕਿ ਫਿਰ ਜੇ ਲੋਕਲ ਪੱਧਰ ਜਾਣੀ ਆਪਾਂ ਜੇ ਇੱਕ ਹਲਕਾ ਪੱਧਰ ਦੀ ਗੱਲ ਕਰ ਲਈਏ ਫਿਰ ਉਹਨੇ ਪੰਜਾਬ ਪੱਧਰ ਤੇ ਜਾ ਕੇ ਚੀਜ਼ਾਂ ਸੁਧਰਨੀਆਂ ਨੇ। ਤੁਸੀਂ ਇਹਦੇ ਵਿੱਚ ਕੋਈ ਐਫਰਟ ਕੀਤੇ? ਕਿਉਂਕਿ ਬਹੁਤ ਜ਼ਿਆਦਾ ਅਨਐਮਪਲੋਇਮੈਂਟ ਆ, ਲੋਕ ਮੰਨਦੇ ਨੇ ਕਿ ਉਹਦੇ ਨਾਲ ਨਸ਼ੇ ਦੇ ਵਿੱਚ ਵਾਧਾ ਹੁੰਦਾ ਹੈ ਜੀ, ਚੋਰੀਆਂ ਦੇ ਵਿੱਚ, ਡਕੈਤੀਆਂ ਦੇ ਵਿੱਚ ਵਾਧਾ ਹੁੰਦਾ ਹੈ, ਅਪਰਾਧਿਕ ਘਟਨਾਵਾਂ ਵਾਪਰਦੀਆਂ ਨੇ। ਬਿਲਕੁਲ ਤੁਸੀਂ ਸਹੀ ਕਹਿੰਦੇ ਹੋ, ਬੇਲਾ ਮਨ ਸ਼ੈਤਾਨ ਦਾ ਘਰ ਆਪਾਂ ਕਹਿ ਦਿੰਦੇ। ਪਰ ਜਦੋਂ ਮੈਂ ਜਿਸ ਵੇਲੇ ਨੂੰ ਪੜ੍ਹਿਆ ਹੈਗਾ, ਅਸੀਂ ਕਦੇ ਬੇਰੁਜ਼ਗਾਰ ਸ਼ਬਦ ਨਹੀਂ ਸੀ ਸੁਣੇ। ਹਾਲਾਂਕਿ ਉਦੋਂ ਨਾ ਇੰਨੀ ਇੰਡਸਟਰੀ ਸੀ, ਨਾ ਕੋਈ ਇੰਨਾ ਪੜ੍ਹਿਆ ਹੁੰਦਾ ਸੀ, ਪਰ ਫਿਰ ਵੀ ਹਰ ਇੱਕ ਬੱਚਾ ਜਦੋਂ ਵੀ ਨਿਕਲਦਾ ਸੀਗਾ ਤਾਂ ਉਹ ਅਬਜ਼ੌਰਬ ਹੋ ਜਾਂਦਾ ਸੀ, ਉਹ ਕਿਸੇ ਨਾ ਕਿਸੇ ਕਿਤੇ ਲੱਗ ਜਾਂਦਾ ਸੀ। ਤਰਾਸਦੀ ਸਾਡੀ ਇਹ ਆ ਕਿ ਅੱਜ ਅਸੀਂ ਵਿਦੇਸ਼ਾਂ ਦੇ ਵੱਲ ਨੂੰ ਭੱਜ ਗਏ ਬੱਚੇ ਸਾਡੇ। ਉੱਥੇ ਜਾ ਕੇ ਤਾਂ ਅਸੀਂ ਟੈਕਸੀਆਂ ਵੀ ਚਲਾਉਂਦੇ ਆ, ਉੱਥੇ ਅਸੀਂ ਜਾ ਕੇ ਕਲੀਨਿੰਗਾਂ ਵੀ ਕਰਦੇ ਆ, ਉੱਥੇ ਅਸੀਂ ਜਾ ਕੇ ਜਿਹੜੇ ਗੋਰਿਆਂ ਨੂੰ ਅਸੀਂ ਗੁਲਾਮੀ ਮਹਿਸੂਸ ਕਰਕੇ ਇੱਥੋਂ ਕੱਢਿਆ ਸੀ ਉਹਨਾਂ ਕੋਲੇ ਜਾ ਕੇ ਅਸੀਂ ਕੰਮ ਕਰਨ ਨੂੰ ਤਿਆਰ ਹੁੰਦੇ ਆ। ਪਰ ਇੱਥੇ ਆਪਣੇ ਮੁਲਕ ਦੇ ਵਿੱਚ ਅਸੀਂ ਕੰਮ ਨੂੰ ਹੱਥ ਲਾਉਣਾ ਆਪਦੀ ਸ਼ਾਨ ਦੀ ਮੁਖਾਲਫਤ ਸਮਝਦੇ। ਅਸੀਂ ਕਹਿੰਦੇ ਵੀ ਅਸੀਂ ਕੰਮ ਨਹੀਂ ਕਰਨਾ ਜੀ, ਮਾੜਾ ਹੁੰਦਾ। ਜਦੋਂ ਤੱਕ ਤੁਸੀਂ ਇਸ ਗੱਲ ਨਾਲ ਪਤਾ ਨਹੀਂ ਕਿੰਨੇ ਕੁ ਸਹਿਮਤ ਹੋਵੋਗੇ, ਜਦੋਂ ਤੱਕ ਸਾਡੇ ਮੁਲਕ ਦੇ ਵਿੱਚ ਹੱਥੀਂ ਕਰਨ ਵਾਲੇ ਕਾਮੇ ਨਹੀਂ ਪੈਦਾ ਹੋਣਗੇ ਜਾਂ ਲੋਕ ਜਿਹੜੀ ਗੱਲ ਕਦੇ ਮੰਨੀ ਜਾਂਦੀ ਸੀ, ਉੱਤਮ ਖੇਤੀ, ਮੱਧਮ ਵਪਾਰ ਤੇ ਨਿਖਿੱਧ ਚਾਕਰੀ, ਅੱਜ ਹਰ ਬੰਦਾ ਇਹੀ ਚਾਹੁੰਦਾ ਕਿ ਮੈਨੂੰ ਸਰਕਾਰੀ ਨੌਕਰੀ ਮਿਲ ਜੇ। ਆਪਣੀ ਸਰਕਾਰ ਦਾ ਵੱਡਾ ਬਜਟ ਜਿਹੜਾ ਤਨਖਾਹਾਂ 'ਚ ਨਿਕਲ ਜਾਂਦਾ। ਸੋ ਡਿਵੈਲਪਮੈਂਟ ਤਾਂ ਹੀ ਹੋਣੀ ਆ, ਸਰਕਾਰ ਕੋਲ ਪੈਸੇ ਆਉਣਗੇ। ਸੋ ਅੱਜ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜਿਹੜੀ ਇੰਪਲੋਇਮੈਂਟ ਦੀ ਤੁਸੀਂ ਗੱਲ ਕਰਦੇ ਹੋ, ਉਹਨੂੰ ਲੋਕ ਇੱਕੋ ਹੀ ਗੱਲ ਸਮਝਦੇ ਆ ਵੀ ਇੰਪਲੋਇਮੈਂਟ ਮਤਲਬ ਸਰਕਾਰੀ ਨੌਕਰੀ। ਇੰਪਲੋਇਮੈਂਟ ਮਤਲਬ ਸਰਕਾਰੀ ਨੌਕਰੀ ਨਹੀਂ ਹੈਗਾ। ਅੰਗਰੇਜ਼ਾਂ ਨੇ BA MA ਪੜ੍ਹਨ ਲਾਤੇ ਸੀ ਤੇ ਕਲਰਕ ਪੈਦਾ ਕਰਦੇ ਸੀ। ਫਿਰ ਕਰਨਾਟਕ ਬਿਦਰ ਦੇ ਵਿੱਚ ਪੋਲੀਟੈਕਨਿਕ ਕਾਲਜ ਖੁੱਲਿਆ, ਆਪਣੇ ਬੱਚੇ ਉੱਥੇ ਜਾਂਦੇ ਸੀ। ਉਦੋਂ ਬਾਅਦ ਪੰਜਾਬ ਸਰਕਾਰ ਨੇ ਉਦਮ ਕੀਤਾ, ਅੱਜ ਜਿਹੜੇ ਪੋਲੀਟੈਕਨਿਕਸ, ITI ਕਾਲਜਿਸ, ਇੰਜੀਨੀਅਰਿੰਗ ਕਾਲਜਿਸ ਇਹ ਖੁੱਲੇ ਹੈਗੇ ਆ। ਸੋ ਇਹਦੇ ਤੋਂ ਜਿਹੜਾ ਕੋਈ ਬੱਚਾ ਟੈਕਨੀਕਲ ਕੋਰਸ ਕਰਕੇ ਨਿਕਲਦਾ, ਫੋਰਨ ਦੇ ਵਿੱਚ ਤੁਸੀਂ ਦੇਖੋ ਜਿਹੜੇ ਸਕਿਲਡ ਲੇਬਰ ਹੈਗੀ ਆ, ਦੇ ਆਰ ਹਾਈਲੀ ਪੇ ਹੈ ਨਾ, ਉੱਥੇ ਉਹਨਾਂ ਨੂੰ ਬੜੀ ਹਾਈ ਪੇ ਲੈ ਰਹੇ ਹੈਗੇ ਆ, ਦੇ ਆਰ ਹਾਈਲੀ ਪੇਡ। ਸੋ ਇੱਥੇ ਅਸੀਂ ਜੇ ਕਹੀਏ, ਮੈਂ ਜਿੰਨੇ ਬਾਜ਼ਾਰ ਤੋਂ ਤੁਸੀਂ ਲੰਘੋ, ਵਰਕਸ਼ਾਪਾਂ ਦੇ ਮੂਹਰੇ ਲਿਖਿਆ ਹੋਇਆ ਹੋਊਗਾ ਕਿ ਇੱਥੇ ਵੈਲਡਰ ਦੀ ਲੋੜ ਆ, ਇੱਥੇ ਖਰਾਦੀਏ ਦੀ ਲੋੜ ਆ। ਸਾਡੇ ਬੱਚੇ ਨਾ ਤਾਂ ਕੰਮ ਸਿੱਖ ਕੇ ਰਾਜੀ ਹੈ, ਨਾ ਕਰਕੇ ਰਾਜੀ ਹੈ। ਪਰ ਇਹਨੂੰ ਦੂਜੇ ਐਂਗਲ ਤੋਂ ਸੋਚਿਆ ਜਾਵੇ ਨਾ, ਮੇਰੀ ਕੋਈ ਗੱਲ ਸੀਗੀ ਕਿ ਜੇ ਸਾਡੇ ਬੱਚੇ ਅੱਜ ਆਪਣੇ 'ਚ ਤਰਾਸਦੀ ਇਹ ਹੋ ਗਈ ਕਿ ਅਸੀਂ ਖੇਤੀਬਾੜੀ ਨੂੰ ਮਿੱਟੀ ਨਾਲ ਮਿੱਟੀ ਹੋਣਾ ਮੰਨ ਲਿਆ, ਜਦ ਕਿ ਖੇਤੀ ਪੰਜਾਬ ਦਾ ਮੁੱਖ ਧੰਦਾ ਸੀ, ਪੰਜਾਬ ਦਾ ਕਲਚਰ ਸੀ ਔਰ ਪੰਜਾਬ ਦੀ ਸ਼ਾਨ ਸੀ ਇਹ ਖੇਤੀ, ਜਿਹਦੇ ਲਈ ਅੱਜ ਬਾਰਡਰਾਂ ਦੇ ਉੱਤੇ ਕਿਸਾਨਾਂ ਨੇ ਲੜਾਈ ਲੜੀ ਹੈ, ਉਹ ਮੁੱਖ ਧੰਦਾ ਸੀ। ਅਸੀਂ ਆਪਣੇ ਬੱਚਿਆਂ ਨੂੰ DC ਲਾਉਣ ਵਾਸਤੇ ਆਪਾਂ ਖੇਤੀ ਤੋਂ ਮੁੱਖ ਮੋੜ ਲਿਆ। ਸੋ ਅੱਜ ਅਸੀਂ ਸਾਰੇ ਚਿੱਟੇ ਕੱਪੜੇ ਮੇਰੇ ਵਰਗੇ ਪਾ ਕੇ ਫਿਰਨੇ ਨੂੰ ਬੜੀ ਤਰਜੀਹ ਦਿੰਦੇ ਆ ਤੇ ਕੰਮ ਕਰਨੇ ਨੂੰ ਅਸੀਂ ਮੇਰੇ ਫਾਦਰ ਸਾਹਿਬ ਇੰਜੀਨੀਅਰ ਰਹੇ ਨੇ ਆਰਮੀ ਦੇ ਵਿੱਚ, ਉਹ ਇੰਜੀਨੀਅਰਿੰਗ ਕੋਰਸ ਦੇ ਵਿੱਚ ਸੀ, ਬੰਗਾਲ ਇੰਜੀਨੀਅਰਿੰਗ। ਉਹਦੇ ਤੋਂ ਬਾਅਦ ਆ ਕੇ ਉਹਨਾਂ ਨੇ ਆਪਣੀ ਵਰਕਸ਼ਾਪ ਐਸਟੈਬਲਿਸ਼ ਕੀਤੀ ਆ, ਲੇਥਾਂ ਤੇ ਜੇ ਉਹ ਸਾਰਾ ਕੁਝ ਉੱਥੇ ਸੀਗਾ। ਤਾਂ ਮੈਂ ਤਾਂ ਸਮਝਦਾ ਕਿ ਇੱਕ ਟੈਕਨੀਕਲ ਬੰਦਾ ਜੇ ਕੋਈ ਕਿਸੇ ਕਾਲਜ ਦੇ ਵਿੱਚੋਂ ਟੈਕਨੀਕਲ ਕੋਰਸ ਕਰਕੇ ਨਿਕਲਦਾ, ਉਹ ਆਪਣਾ ਸਰਕਾਰਾਂ ਦਿੰਦੀਆਂ ਹੈਗੀਆਂ ਲੋਨ ਸਸਤਾ ਫ੍ਰੀ ਮੰਗੂ, ਤਾਂ ਜੇ ਉਹ ਸਬਸਿਡੀ ਦੇ ਉੱਤੇ ਵੀ ਆ ਤੇ ਉਹ ਜੇ ਆਪਣਾ ਕੋਈ ਉਹ ਖੋਲਦਾ ਹੈਗਾ ਆ ਆਪਣੀ, ਤੇ ਉਹਦੇ ਨਾਲ ਉਹ ਆਪ ਵੀ ਰੁਜ਼ਗਾਰ ਜਾਫਤਾ ਹੋਊਗਾ ਤੇ ਉਹਦੇ ਨਾਲ ਉਹ 5 7 10 ਬੱਚਿਆਂ ਨੂੰ ਹੋਰ ਰੁਜ਼ਗਾਰ ਦੇ ਸਕਦਾ। ਪਰ ਇੱਥੇ ਟੈਕਨੀਕਲ ਕੋਰਸ ਕੀਤੇ ਵਾਲੇ ਵੀ ਆ ਤਾਂ ਸ਼ਬਦ ਹੀ ਭੈੜਾ ਲੱਗਦਾ ਸੁਣਨੇ ਨੂੰ, ਬੇਰੁਜ਼ਗਾਰ ਲਾਈਨਮੈਨ ਯੂਨੀਅਨ। ਜੇ ਤੁਸੀਂ ਟੈਕਨੀਕਲ ਕੋਰਸ ਕੀਤਾ, ਤੁਸੀਂ ਬੇਰੁਜ਼ਗਾਰ ਕਿੱਦਾਂ ਹੋਗੇ? ਕਦੀ ਤੁਸੀਂ ਡਾਕਟਰ ਨੂੰ ਬੇਰੁਜ਼ਗਾਰ ਸੁਣਿਆ? ਤੇ ਡਾਕਟਰ ਜੇ ਆਪ ਦਾ ਕਲੀਨਿਕ ਖੋਲੇ, ਸਟੈਥੋਸਕੋਪ ਰੱਖ ਕੇ ਸ਼ਾਮ ਨੂੰ ਰੋਟੀ ਜੋਗੇ ਕਰਕੇ ਉੱਠਦਾ। ਤੇ ਆ ਜਿਹੜੇ ਮੇਰੇ ਬੱਚੇ ਕਰਕੇ ਨਿਕਲਦੇ ਨੇ, ਕੋਈ ਮੈਸਨ, ਕੋਈ ਪਲੰਬਰ, ਕੋਈ ਵੈਲਡਰ, ਕੋਈ ਇੰਜੀਨੀਅਰਿੰਗ ਦੇ ਕੀਤੇ ਵੇ ਹੈਗੇ, ਜੇ ਉਹ ਥੋੜਾ ਕਰਨ
ਤੇ ਮੈਂ ਨਹੀਂ ਸਮਝਦਾ ਕਿ ਕੋਈ ਵੀ ਪਰ ਬੰਦਾ ਸਾਡੇ ਨੌਜਵਾਨਾਂ ਦਾ ਮੰਨਣਾ ਇਹ ਹੈ ਨਾ ਕਿ ਜਿੰਨੀ ਅਸੀਂ ਮਿਹਨਤ ਕਰਦੇ ਹਾਂ ਸਾਡੇ ਸੂਬੇ ਦੇ ਵਿੱਚ ਜਾਂ ਦੇਸ਼ ਦੇ ਵਿੱਚ, ਉਹਦਾ ਉਹਨਾਂ ਸਾਨੂੰ ਰਿਵਰਟ ਨਹੀਂ ਮਿਲਦਾ, ਉਹਨਾਂ ਸਾਨੂੰ ਕਮਾਈ ਸਾਡੀ ਉਨੀ ਨਹੀਂ ਹੁੰਦੀ। ਜਿਵੇਂ ਆਪਣੇ ਦਿਹਾੜੀਦਾਰ ਨੇ ਲੋਕ, ਮਜ਼ਦੂਰ ਨੇ, ਉਹ ਕਹਿੰਦੇ ਜੀ ਮਹਿੰਗਾਈ ਵਧੀ ਜਾਂਦੀ ਹੈ, ਤੇਲ ਮਹਿੰਗਾ ਹੋ ਰਿਹਾ ਹੈ, ਪੈਟਰੋਲ ਮਹਿੰਗਾ ਹੋ ਰਿਹਾ ਹੈ, ਹੋਰ ਮਹਿੰਗਾਈ ਹੋ ਰਹੀ ਹੈ, ਪਰ ਜਿਹੜੀ ਸਾਡੀ ਦਿਹਾੜੀ ਸੀ ਉਹ 300 ਰੁਪਏ ਹੀ ਹੈ, ਫਿਰ ਗੁਜ਼ਾਰਾ ਕਿਵੇਂ ਹੋਊਗਾ? ਤੁਸੀਂ ਕਦੇ ਦੇਖਿਆ ਪੰਜਾਬ ਦੇ ਵਿੱਚ ਅੱਜ ਟਾਈਲਾਂ ਲਾਉਣ ਵਾਲੇ, ਪੰਜਾਬ ਦੇ ਵਿੱਚ ਅੱਜ ਪਲੰਬਰ, ਪੰਜਾਬ ਦੇ ਵਿੱਚ ਅੱਜ ਪਲਾਸਟਰ ਕਰਨ ਵਾਲੇ, ਪੰਜਾਬ ਦੇ ਵਿੱਚ ਅੱਜ ਸੀਲਿੰਗ, ਫਾਲ ਸੀਲਿੰਗ ਕਰਨ ਵਾਲੇ ਬੰਦੇ ਉੱਥੋਂ ਕਿਉਂ ਆ ਰਹੇ ਆ, ਬਿਹਾਰ ਤੋਂ ਜਾਂ ਯੂਪੀ ਤੋਂ? ਉਹ ਵੀ ਤਾਂ ਕਮਾਈ ਕਰਕੇ ਆਪਦੇ ਪਿੰਡਾਂ ਨੂੰ ਪੈਸੇ ਭੇਜ ਰਹੇ ਆ। ਸਾਡੇ ਬੰਦੇ ਕੰਮ ਛੱਡ ਗਏ ਸਾਰੇ। ਸੋ ਇਹ ਲੰਬੀ ਬਹਿਸ ਦਾ ਵਿਸ਼ਾ ਆ, ਮੈਂ ਲੰਬਾ ਨਹੀਂ ਇਹਦੇ ਤੇ ਜਾਣਾ ਚਾਹੁੰਦਾ। ਹਾਂ, ਮੈਂ ਇੰਨੀ ਗੱਲ ਤੁਹਾਡੇ ਨਾਲ ਸਹਿਮਤ ਆ, ਪਰ ਮੈਂ ਇੱਕ ਗੱਲ ਦੱਸਾਂ, ਮੈਂ ਜਦੋਂ ਡਾਕਟਰੀ ਕੀਤੀ ਤੇ ਡਾਕਟਰੀ ਕਰਨ ਤੋਂ ਬਾਅਦ ਮੈਂ ਪਹਿਲੀ ਨੌਕਰੀ ਲਈ ਸੀ ਜਲੰਧਰ ਗੁਰੂ ਨਾਨਕ ਮਿਸ਼ਨ ਹਸਪੀਟਲ ਜੀ। ਤੁਸੀਂ ਯਕੀਨ ਕਰਿਓ 92 ਦੇ ਵਿੱਚ ਮੈਨੂੰ 1000 ਰੁਪਈਆ ਸਟਾਈਫਨ ਮਿਲਦਾ ਸੀ ਤੇ ਮੈਂ 1000 ਤੇ ਨੌਕਰੀ ਕੀਤੀ। ਤੇ ਜੇ ਮੈਂ ਕਹਿ ਦਿੰਦਾ ਵੀ ਮੈਂ ਡਾਕਟਰੀ ਕੀਤੀ ਵੀ ਆ, ਮੈਂ 1000 ਰੁਪਈਏ ਤੇ, ਮੈਂ ਉੱਥੇ ਨੌਕਰੀ ਕੀਤੀ, ਮੈਂ ਕੰਮ ਸਿੱਖਿਆ ਕਹਿ ਲਓ, ਤੇ ਉਦੋਂ ਬਾਅਦ ਮੇਰੇ ਰਸਤੇ ਖੁੱਲ੍ਹ ਗਏ। ਤੁਹਾਨੂੰ ਹਰ ਬੰਦੇ ਨੂੰ ਪਹਿਲਾਂ ਪੁੱਛਣਾ ਤੁਹਾਡਾ ਤਜਰਬਾ ਕਿੰਨਾ, ਅਗਲੇ ਨੇ ਪੇ ਕਰਨ ਲੱਗਿਆ। ਸੋ ਇਹ ਜ਼ਿੰਦਗੀ ਦੀ ਸ਼ੁਰੂਆਤ ਹਮੇਸ਼ਾ ਪਹਿਲੀ ਪੌੜੀ ਤੋਂ ਹੁੰਦੀ ਹੈ। ਜੇ ਕੋਈ ਬੰਦਾ ਅੱਜ ਤੁਹਾਨੂੰ ਜਾਂ ਮੈਨੂੰ ਕਵੇ ਵੀ ਇੱਥੇ ਪਹੁੰਚਿਆ ਪਿਆ ਤੇ ਮੇਰੀ ਸ਼ੁਰੂਆਤ ਇੱਥੇ, ਮੇਰੀ ਉਮਰ ਕਿੰਨੀ ਹੋ ਗਈ, ਔਰ ਮੈਂ ਤੁਹਾਨੂੰ ਦੱਸਿਆ ਮੈਂ 1000 ਰੁਪਏ ਤੋਂ ਸਫ਼ਰ ਸ਼ੁਰੂ ਕੀਤਾ। ਮੇਰੇ ਫਾਦਰ ਸਾਹਿਬ ਨੇ ਮੈਨੂੰ, ਹਾਲਾਂਕਿ ਘਰੇ ਉਸ ਵੇਲੇ ਮੋਟਰਸਾਈਕਲ ਵੀ ਸੀਗਾ, ਕਾਰ ਵੀ ਸੀਗੀ, ਪਰ ਮੇਰੇ ਫਾਦਰ ਸਾਹਿਬ ਨੇ ਮੈਨੂੰ ਮੇਰੇ ਦਾਦੇ ਵਾਲਾ 24 ਇੰਚ ਦਾ ਸਾਈਕਲ ਗਰੀਸ ਕਰਾ ਕੇ ਮੋਗੇ ਭੇਜਿਆ ਸੀ ਪੜ੍ਹਨ, ਤੇ ਸ਼ਰਤ ਲਾਤੀ ਸੀ ਵੀ ਪਹਿਲਾ ਸਾਲ ਕਲੀਅਰ ਹੋ ਫਿਰ ਸਕੂਟਰ ਦਊਂ। ਸੋ ਇੱਥੋਂ ਸਫ਼ਰ ਸ਼ੁਰੂ ਹੁੰਦਾ। ਅਸੀਂ ਜਦੋਂ ਕਿਸੇ ਬੰਦਿਆਂ ਨੂੰ ਦੇਖਦੇ ਆ, ਉਹਨਾਂ ਦੀ ਕਾਮਯਾਬੀ ਦੇਖਦੇ ਆ, ਹੁਣ ਬਾਹਰ ਤੁਸੀਂ ਗਏ ਆ, ਬਾਹਰਲਿਆਂ ਨੂੰ ਪੁੱਛ ਲਓ, ਅੱਗੇ ਪੈਸੇ ਭੇਜਦੇ ਸੀਗੇ ਬਾਹਰਲੇ ਇੱਧਰ ਨੂੰ, ਕਿਉਂ ਭੇਜਦੇ ਸੀ? ਕੱਲਾ ਕੱਲਾ ਜਾਂਦਾ ਸੀ ਕਮਾਈ ਕਰਕੇ, ਡਾਲਰ ਇੱਥੇ ਰੁਪਈਆਂ 'ਚ ਕਨਵਰਟ ਵਾਵਾ ਬੈਗ ਭਰ ਜਾਂਦਾ ਸੀਗਾ। ਅੱਜ ਹੁਣ ਦੱਸੋ ਮੈਨੂੰ ਕਿਹੜਾ ਉਧਰੋਂ ਪੈਸੇ ਭੇਜਦਾ? ਇੱਥੋਂ ਜ਼ਮੀਨਾਂ ਵੇਚ ਕੇ ਸਾਰੇ ਕਹੀ ਜਾਂਦੇ ਵੀ ਸਾਡਾ ਗੁਜ਼ਾਰਾ ਨਹੀਂ ਹੁੰਦਾ, ਸਾਡੇ ਤਾਂ ਸਾਨੂੰ ਦੇ ਦਿਓ। ਇੱਥੇ ਕਲੇਸ਼ ਪਏ ਵੀ ਇਸ ਗੱਲ ਤੇ। ਨੋ ਡਾਊਟ NRIs ਆਪਣੇ ਪੰਜਾਬ ਵਾਸਤੇ ਕਰਦੇ ਆ, ਇੱਥੇ ਆਪਣੇ ਪਿੰਡਾਂ ਨੂੰ ਉਹ ਦਾਨ ਦੇ ਰਹੇ ਨੇ, ਪਿੰਡਾਂ 'ਚ ਕੰਮ ਚਾਹੁੰਦੇ ਆ, ਉਹ ਚਾਹੁੰਦੇ ਆ ਕਿ ਪੰਜਾਬ ਸੋਹਣਾ ਬਣੇ। ਪਰ ਮੈਂ ਘਰਾਂ ਦੀ ਗੱਲ ਕਰ ਰਿਹਾ ਕਿ ਅੱਜ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਕਿ ਉਧਰੋਂ ਕਮਾ ਕੇ ਇੱਧਰ ਨੂੰ, ਜੇ ਉੱਥੇ ਕਮਾਈ ਡਾਲਰਾਂ 'ਚ ਆ ਨਾ, ਅਸੀਂ ਗੱਲ ਕਰਦੇ ਹਾਂ, ਤੇ ਉੱਥੇ ਖਰਚੇ ਵੀ ਡਾਲਰਾਂ 'ਚ। ਅਸੀਂ ਉਹਨਾਂ ਦੀ ਆਮਦਨ ਨੂੰ ਤਾਂ ਮੈਂ ਕਹਿਣਾ ਇਹ ਚਾਹੁੰਦਾ ਕਿ ਉਹ ਵਿਚਾਰਿਆਂ ਕੋਲੇ ਸਰਪਲਸ ਹੈ ਨਹੀਂ। ਜੇ ਉਹ ਆਪਾਂ ਗੱਲ ਕਰੀਏ $1000 ਇੱਥੇ 60000 ਬਣ ਜਾਂਦਾ, ਤੇ ਉਹਨਾਂ ਦਾ ਖਰਚਾ ਵੀ ਤਾਂ ਡਾਲਰਾਂ 'ਚ ਹੀ ਹੁੰਦਾ ਨਾ। ਸਾਡੇ ਵਾਲਾ ਜੇ ਇੱਥੇ ਕੋਈ 20000 ਲੈਂਦਾ ਤਾਂ ਉਹਦਾ 20000 ਰੁਪਈਆਂ 'ਚ ਹੀ ਖਰਚਾ ਵੀ ਹੈਗਾ ਨਾ। ਆਪਾਂ ਕੰਪੈਰੀਜ਼ਨ ਜਦੋਂ ਕਰਦੇ ਆ ਤੇ ਉਧਰ ਨੂੰ ਭੇਜ ਦਿੰਨੇ ਆ ਆਪਾਂ ਡਾਲਰਾਂ ਨੂੰ ਜਮਾ ਘਟਾਓ 'ਚ, ਤੇ ਜਦੋਂ ਆਪਾਂ ਇਹ ਦੇਖੀਏ ਉਹਨਾਂ ਦੇ ਖਰਚੇ ਨੂੰ ਵੀ ਬਰਾਬਰ ਕਰੀਏ, ਉਹਨਾਂ ਵਿਚਾਰਿਆਂ ਦਾ ਆਪਾਂ ਆਈ ਡੋਂਟ ਐਕਸਪੈਕਟ ਕਿ ਉਹ ਮੈਨੂੰ ਕੁਝ ਭੇਜਣ ਜਾਂ ਆਪਣੇ ਘਰਦਿਆਂ ਨੂੰ, ਉਹਨਾਂ ਵਿਚਾਰਿਆਂ ਦਾ ਗੁਜ਼ਾਰਾ ਹਰ ਚੀਜ਼। ਇੱਥੇ ਕੀ ਆ, ਬੱਚਾ ਜੰਮਦਾ, ਉਹਦੇ ਸਿਰ ਦੇ ਉੱਤੇ ਚੰਗੀ ਮਾੜੀ ਛੱਤ ਹੁੰਦੀ ਹੈ, ਉਹਦੇ ਕੋਲ ਕੋਈ ਨਾ ਕੋਈ ਸਕੂਟਰ ਨਹੀਂ ਤਾਂ ਸਾਈਕਲ ਸਾਧਨ ਹੋਊਗਾ, ਉਹਦੇ ਕੋਲੇ ਮੰਜਾ ਬਿਸਤਰਾ, ਸਾਰੇ ਸਾਧਨ ਪਰਿਵਾਰ ਚੋਂ ਮਿਲ ਜਾਂਦੇ। ਉਹ ਵਿਚਾਰੇ ਤਾਂ ਉੱਥੇ ਸੂਈ ਤੋਂ ਲੈ ਕੇ ਆਪਣਾ ਕੰਮ ਸ਼ੁਰੂ ਕਰਦੇ ਜੀ। ਸੋ ਇਸ ਕਰਕੇ ਮੈਂ ਬਲੇਮ ਨਹੀਂ ਕਰਦਾ, ਪਰ ਮੈਂ ਕਹਿੰਦਾ ਕਿ ਆਪਣੇ ਬੱਚਿਆਂ ਨੂੰ ਆਪਣੇ ਇੱਥੇ, ਜੇ ਅਸੀਂ ਹਿੰਦੁਸਤਾਨ 'ਚ ਰਹਿੰਦੇ ਤਾਂ ਵੀ ਹੈਵ ਟੂ ਥਿੰਕ ਅਬਾਊਟ ਹਿੰਦੁਸਤਾਨੀ। ਏਦਾਂ ਨਹੀਂ ਆਪਾਂ ਗੱਲ ਕੰਪੈਰੀਜ਼ਨ ਕਰੀਏ ਕੈਨੇਡਾ ਨਾਲ, ਰਹਿਣਾ ਹਿੰਦੁਸਤਾਨ ਨਾਲ, ਫਿਰ ਅਸੀਂ ਉਹਨਾਂ ਨੂੰ ਕੱਢਿਆ ਕਾਹਤੋਂ ਸੀ? ਇੱਥੇ ਹੀ ਸੀਗੇ ਗੋਰੇ ਉਹ, ਅਸੀਂ ਇੱਥੇ ਉਦੋਂ ਰਹਿਣ ਦਿੰਦੇ। ਸਾਡੇ ਸਭ ਤੋਂ, ਜੇ ਕਿਸੇ ਦੇ ਵਾਸਤੇ ਔਖਾ ਕੰਮ ਹੁੰਦਾ ਗੁਲਾਮੀ ਦੇ ਵਿੱਚ ਸਾਹ ਲੈਣਾ, ਔਰ ਅੱਜ ਅਸੀਂ ਮਹਿਸੂਸ ਨਹੀਂ ਕਰਦੇ ਕਿਉਂਕਿ ਅਸੀਂ ਆਜ਼ਾਦ ਫਿਜ਼ਾ 'ਚ ਜੰਮੇ ਆ ਤੇ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਂਦੇ। ਉਹਨਾਂ ਨੂੰ ਪੁੱਛੋ ਜਿਨ੍ਹਾਂ ਨੂੰ ਗਾਂਧੀ ਜੀ ਵਰਗਿਆਂ ਨੂੰ ਇਹ ਕਹਿ ਦਿੱਤਾ ਸੀਗਾ ਕਿ ਤੂੰ ਇੰਡੀਅਨ ਆ, ਤੂੰ ਇਸ ਡੱਬੇ 'ਚ ਸਫ਼ਰ ਨਹੀਂ ਕਰ ਸਕਦਾ, ਤੇ ਜਿੱਥੇ ਹੋਟਲ ਦੇ ਜਾਂ ਕਿਸੇ ਦੇ ਬਾਹਰ ਲਿਖਿਆ ਹੁੰਦਾ ਸੀ ਇੰਡੀਅਨਸ ਐਂਡ ਡੌਗਸ ਆਰ ਨਾਟ ਅਲਾਉਡ, ਉਹ ਗੁਲਾਮੀ ਸੀ। ਅਸੀਂ ਉਹਦੇ ਤੋਂ ਨਿਕਲ ਕੇ ਅੱਜ ਆਜ਼ਾਦ ਫਿਜ਼ਾ 'ਚ ਸਾਹ ਲੈਂਦੇ। ਇਹ ਥੋੜੀ ਗੱਲ। 350 ਰੁਪਏ ਜਾਂ ਤੁਸੀਂ ਦਿਹਾੜੀ ਦੀ ਗੱਲ ਕੀਤੀ, ਮੈਂ ਸਮਝਦਾ, ਬਟ ਸਕਿਲਡ ਲੇਬਰ ਦੀ ਤਾਂ ਇੰਨੀ ਤਨਖਾਹ ਨਹੀਂ ਨਾ, ਉਦੋਂ ਵੱਧ ਹੈ। ਪਰ ਫਿਰ ਵੀ ਉਹਦੇ ਬਾਵਜੂਦ ਮੈਂ ਇਹ ਗੱਲ ਮੰਨਦਾ ਕਿ ਪੰਜਾਬ ਦੇ ਵਿੱਚ
ਅਸੀਂ ਬਹੁਤਾ ਰੋਜ਼ਗਾਰ ਨਹੀਂ ਦੇ ਸਕੇ। ਹਾਲਾਂਕਿ ਸਾਡੀ ਸਰਕਾਰ ਨੇ ਮੇਰੇ ਮੋਗੇ 'ਚ ਵੀ ਅਸੀਂ ਰੋਜ਼ਗਾਰ ਦੇ ਮੇਲੇ ਲਾਏ ਆ ਔਰ ਇੱਥੇ ਬਾਹਰੋਂ ਕੰਪਨੀਆਂ ਵੀ ਆਈਆਂ, ਬੱਚਿਆਂ ਨੂੰ ਅਸੀਂ ਰਜਿਸਟਰਡ ਕੀਤਾ, ਉਹਨਾਂ ਨੂੰ ਨੌਕਰੀਆਂ ਦਵਾਈਆਂ। ਤਕਰੀਬਨ ਇੱਕ ਕੈਂਪ ਦੇ ਵਿੱਚ 2-2 3-3 ਹਜ਼ਾਰ ਬੱਚਾ ਨੌਕਰੀ ਆਮ ਲੈ ਜਾਂਦਾ ਹੈਗਾ। ਅਸੀਂ 8-10 ਕੈਂਪ ਤਾਂ ਮੋਗੇ 'ਚ ਹੀ ਲਾਏ ਆ, ਬਟ ਉਹ ਬੱਚੇ ਨੌਕਰੀ ਕਰਦੇ ਨਹੀਂ। ਅਗਲੀ ਗੱਲ ਮੈਂ ਦੱਸਾਂ, ਭੱਜੇ ਆਉਂਦੇ ਆ। ਕਾਰਨ ਇਹੀ ਆ, ਜਾਂ ਜੁਆਇਨ ਨਹੀਂ ਕਰਦੇ, ਕਹਿੰਦੇ ਜੀ ਉਹਦਾ ਕੰਪਨੀ ਬੰਗਲੌਰ ਦੀ ਸੀ। ਤੇ ਮੈਂ ਦੇਖੋ, ਤੁਸੀਂ ਟਾਂਡਾ ਤੋਂ ਬਿਲੋਂਗ ਕਰਦਾ, ਡਿਸਟ੍ਰਿਕਟ ਹੁਸ਼ਿਆਰਪੁਰ ਤੋਂ, ਮੈਂ ਮੋਗੇ 'ਚ ਆ ਕੇ ਲੱਗਿਆ ਸੀ ਤੇ ਪਤਾ ਥੋੜੀ ਹੁੰਦਾ ਵੀ ਕਿਸਮਤ ਨੇ ਤੁਹਾਨੂੰ ਕਿੱਥੇ ਕੀ ਲੈ ਜਾਣਾ। ਸੋ ਮੈਂ ਬੱਚਿਆਂ ਨੂੰ ਵੀ ਇਹ ਕਹੂੰਗਾ ਕਿ ਪਹਿਲੀ ਸਟਾਰਟਿੰਗ ਜਿੱਥੋਂ ਮਿਲਦੀ ਹੈ, ਜਿਵੇਂ ਮਿਲਦੀ ਕਰੋ, ਉਦੋਂ ਬਾਅਦ ਜ਼ਿੰਦਗੀ ਨੇ ਪਤਾ ਨਹੀਂ ਤੁਹਾਡੇ ਕਿਹੜੇ ਰਸਤੇ ਖੋਲ੍ਹਣੇ। ਪਰ ਅੱਜ ਜੋ ਪੰਜਾਬ ਦੇ ਹਾਲਾਤ ਆ, ਸਾਡੇ ਬੱਚਿਆਂ ਨੂੰ ਅਸੀਂ ਇਹ ਸਿਖਾ ਨਹੀਂ ਸਕੇ ਕਿ ਜਿਸ ਥਾਲੀ 'ਚ ਖਾਈਦਾ ਉਹਦੇ 'ਚ ਛੇਕ ਨਹੀਂ ਕਰੀਦਾ। ਅੱਜ ਅਸੀਂ ਸਾਰੇ ਬੰਦੇ ਜਿਸ ਸਰਕਾਰ ਤੋਂ ਨੌਕਰੀਆਂ ਲਈਆਂ, ਹੁਣ ਮੂਹਰੇ ਇਲੈਕਸ਼ਨ ਆ ਗਈ, ਅਗਲਾ ਕਹਿੰਦਾ ਇਲੈਕਸ਼ਨ 'ਚ ਇਹਨਾਂ ਨੂੰ ਵੋਟਾਂ ਚਾਹੀਦੀਆਂ, ਲੈ ਲਓ ਜੋ ਕਰਨਾ। ਕੋਈ ਟੈਂਕੀਆਂ ਤੇ, ਕੋਈ ਧਰਨਿਆਂ ਤੇ। ਮੇਰੇ ਨੈਸਲੇ ਕੰਪਨੀ ਆ ਮੋਗੇ, ਉਹਨੂੰ ਮੋਗੇ ਨੂੰ ਐਡਾ ਵੱਡਾ ਉਹਦਾ ਲਾਭ ਸੀਗਾ ਕਿ ਉਹਨੇ ਕੱਲੀ ਲੋਕਾਂ ਨੂੰ ਰੋਜ਼ਗਾਰ ਨਹੀਂ ਦਿੱਤਾ, ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਹੀ ਨਹੀਂ ਕੱਲਾ ਦਿੱਤਾ, ਉਹਦੇ ਤੋਂ ਇਲਾਵਾ ਮੇਰੇ ਪਿੰਡਾਂ ਦੇ ਵਿੱਚੋਂ ਜਿਹੜੀ ਡੇਅਰੀ ਫਾਰਮਿੰਗ ਸੀ ਉਹਨੂੰ ਬੜਾ ਉਤਸ਼ਾਹਿਤ ਕੀਤਾ। ਸਭ ਤੋਂ ਵੱਧ ਦੁੱਧ ਸਾਡੇ ਮੋਗੇ 'ਚ ਸੀ। ਉਹਨਾਂ ਨੇ ਸਰਵੇ ਕਰਕੇ ਇੱਥੇ ਫੈਕਟਰੀ ਲਾਈ। ਐਮਪਲਾਈਜ਼ ਨੂੰ ਇੰਨੀ ਜ਼ਿਆਦਾ ਸਹੂਲਤ ਦਿੰਦੇ ਸੀ। ਪੰਜਾਬੀ 'ਚ ਇੱਕ ਕਹਿੰਦੇ ਨਾ, ਜਵਾਈਆਂ ਵਾਂਗੂ ਰੱਖਣਾ। ਜਿਹੜੀ ਸ਼ਿਫਟ ਉਹਦੀ ਹੁੰਦੀ ਸੀ, ਉਸ ਸ਼ਿਫਟ ਵਾਲਾ ਉਹਨੂੰ ਖਾਣਾ ਮਿਲਦਾ ਸੀ। ਗਰਮੀਆਂ 'ਚ ਤੇ ਸਰਦੀਆਂ 'ਚ ਉਸ ਤਰ੍ਹਾਂ ਦੀ ਯੂਨੀਫਾਰਮ ਸੀ। ਰਿਟਾਇਰਮੈਂਟ ਤੇ ਚੇਨੀਆਂ ਤੱਕ ਪਾਉਂਦੇ ਸੀ। ਉਹਨਾਂ ਨੂੰ ਸਾਲ 'ਚ ਇੱਕ ਵਾਰੀ ਘੁੰਮਣ ਫਿਰਨ ਲਈ, ਉਹਨਾਂ ਦਾ ਮੈਡੀਕਲ, ਸਾਰੇ ਪਰਿਵਾਰ ਦਾ ਪੂਰੀਆਂ ਸਹੂਲਤਾਂ ਸੀ ਉਹਨਾਂ ਦੀਆਂ। ਕਦੀ ਉਹਨਾਂ ਨੇ ਗੇਮਾਂ ਕਰਾਉਣੀਆਂ ਪਰਿਵਾਰਾਂ ਨੂੰ ਲਿਆ ਕੇ, ਬੱਚਿਆਂ ਨੂੰ। ਹੌਲੀ ਹੌਲੀ ਕੀ ਹੋ ਗਿਆ, ਅਸੀਂ ਉੱਥੇ ਸਟ੍ਰਾਈਕਾਂ ਕਰਤੀਆਂ। ਸਵਿਟਜ਼ਰਲੈਂਡ ਦੀ ਕੰਪਨੀ ਸੀ ਤੇ ਉਹਨਾਂ ਨੇ ਅੰਦਰ ਸਵਿਟਜ਼ਰਲੈਂਡ ਵਾਂਗੂ ਹੀ ਰੱਖੀ ਸੀ। ਅਸੀਂ ਸਟ੍ਰਾਈਕਾਂ ਕਰ ਕਰਕੇ ਉਹਨਾਂ ਦੇ ਨੱਕ 'ਚ ਇਹੋ ਜਿਹਾ ਦਮ ਕਰਤਾ, ਅੱਜ ਉਹ ਕਹਿਣ ਲੱਗ ਪਏ ਵੀ ਅਸੀਂ ਜੀ ਪੱਕੀ ਲੇਬਰ ਨਹੀਂ ਲੈਣੀ, ਇਹਦਾ ਠੇਕੇਦਾਰ ਤੋਂ ਕੰਮ ਲੈਣਾ, ਠੇਕੇਦਾਰ ਆਪਦੀ ਭਰਤੀ ਕਰੇ, ਜੌਬ ਉਹਨੂੰ ਦੇ ਦਿੱਤੀ, ਉਹ ਜੌਬ ਕਰੇ। ਉਲਟਾ ਨੁਕਸਾਨ ਹੋ ਗਿਆ। ਹਾਂ, ਇਹ ਚੀਜ਼ਾਂ ਦੇ ਨਾਲ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਗਰੋ ਕਰ ਰਹੀ, ਆ ਹੀ ਨਹੀਂ ਰਹੀ। ਸੋ ਪਰ ਮੈਂ ਫਿਰ ਵੀ ਕੋਸ਼ਿਸ਼ ਕੀਤੀ ਹੈ, ਜਿਹੜਾ ਸਾਡਾ ਮੁੱਖ ਧੰਦਾ ਖੇਤੀਬਾੜੀ ਹੈ। ਮੰਡੀ ਦਾ ਬੜਾ ਬੁਰਾ ਹਾਲ ਸੀ। 11.5 ਕਰੋੜ ਰੁਪਈਆ ਲਿਆ ਕੇ ਮੰਡੀ ਜਿਹੜੀ ਹੈ ਮੋਗੇ ਦੀ ਮੰਡੀ, ਪੰਜਾਬ ਦੀਆਂ ਵੱਡੀਆਂ ਮੰਡੀਆਂ ਚੋਂ ਹਰ ਤਰ੍ਹਾਂ ਦੀ, ਦਾਣਾ ਮੰਡੀ, ਸਬਜ਼ੀ ਮੰਡੀ, ਫਰੂਟ ਮੰਡੀ। ਇਹਦੇ ਤੋਂ ਇਲਾਵਾ ਇੱਥੇ ਕਾਰਾਂ, ਟਰੈਕਟਰ, ਸਕੂਟਰ, ਬਹੁਤ ਵੱਡੀ ਮੰਡੀ ਐਤਵਾਰ ਨੂੰ ਲੱਗਦੀ ਹੈ, ਜੀਪਾਂ। ਤੇ ਤਾਂ ਹੀ ਉਹ ਗਾਣਾ ਵੀ ਹੈ ਨਾ, ਤੈਨੂੰ ਮੋਗੇ ਦੀ ਮੰਡੀ 'ਚ ਆਉਣਾ ਵੇਚ ਮੁੰਡਿਆ। ਇੱਥੇ ਬਹੁਤ ਵੱਡੀ ਮੰਡੀ ਲੱਗਦੀ। ਸੋ ਮੈਂ ਉਹਦਾ ਜਿਹੜਾ ਸੀਗਾ ਮੋਗੇ ਵਾਲੀ ਮੇਨ ਮੰਡੀ, ਉੱਥੇ 11.5 ਕਰੋੜ ਰੁਪਈਆ ਲਾ ਕੇ ਪੂਰੀ ਉਹਦੀ ਰੈਨੋਵੇਸ਼ਨ, ਈਵਨ ਬਾਉਂਡਰੀ ਵਾਲ। ਤੁਹਾਡੀ ਆਪੋਜੀਸ਼ਨ ਕਹਿੰਦੀ ਹੈ, ਤੁਹਾਡੀ ਆਪੋਜੀਸ਼ਨ ਨੇ ਇਹ ਸਵਾਲ ਕੀਤਾ ਕਿ ਮੋਗੇ ਦੇ ਵਿੱਚ ਅਵਾਰਾ ਪਸ਼ੂਆਂ ਦਾ ਬਹੁਤ ਵੱਡਾ ਇੱਕ, ਤੇ ਕਹਿੰਦੇ ਜੀ ਨਾ ਤਾਂ ਉਹਨਾਂ ਦੀ ਸਾਂਭ ਸੰਭਾਈ ਹੋਈ, ਨਾਲੇ ਕਹਿੰਦੇ ਕਿ ਪੀਣ ਵਾਲੇ ਪਾਣੀ ਦੇ ਵਿੱਚ ਜਿਹੜਾ ਗਟਰ ਦਾ ਪਾਣੀ ਆ ਉਹ ਮਿਲ ਕੇ ਆ ਰਿਹਾ, ਕਹਿੰਦੇ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਇਹਦੇ 'ਚ। ਇਹ ਗਲਤ ਗੱਲ ਆ। ਵਿਰੋਧੀ ਦਾ ਕੰਮ ਹੁੰਦਾ ਵਿਰੋਧ ਕਰਨਾ। ਇਹਦੇ 'ਚ ਮੈਂ ਉਹ ਆਪਦਾ ਕੰਮ ਕਰ ਰਹੇ ਆ। ਬਟ ਤੁਸੀਂ ਅਵਾਰਾ ਪਸ਼ੂ, ਮੈਨੂੰ ਮੋਗੇ ਦੇ ਵਿੱਚੋਂ ਦੀ ਤੁਸੀਂ ਲੰਘਿਆ, ਤੁਹਾਨੂੰ ਕਿਤੇ ਦਿਸਿਆ ਇੱਕ ਵੀ ਪਸ਼ੂ ਬਾਹਰ? ਹਾਲਾਂਕਿ ਪ੍ਰੋਬਲਮਸ ਬਹੁਤ ਜ਼ਿਆਦਾ ਹੈਗੀਆਂ ਲੋਕਾਂ ਦੀਆਂ। ਮੰਡੀ ਦੇ ਵਿੱਚ ਜਾਂ ਬਾਹਰ ਪੱਠੇ ਪਾ ਦਿੰਦੇ ਆ ਤੇ ਗਾਵਾਂ, ਅਸੀਂ ਇੰਨੇ ਨਾ ਸ਼ੁਕਰੇ ਹੋ ਗਏ ਆ, ਜਿਹਨੂੰ ਅਸੀਂ ਮਾਂ ਕਹਿੰਦੇ ਆ, ਉਹਦਾ ਦੁੱਧ ਪੀ ਲਿਆ, ਜਦੋਂ ਦੇਣੋਂ ਹਟ ਗਈ ਤੇ ਅਸੀਂ ਉਹਨੂੰ ਰਾਤ ਬਰਾਤੇ ਸ਼ਹਿਰ ਵੱਲੋਂ ਤੋਰ ਆਉਣੇ। ਪਰ ਅਸੀਂ ਪਿਛਲੇ 5 ਸਾਲਾਂ 'ਚ ਪਤਾ ਨਹੀਂ ਹਜ਼ਾਰਾਂ ਜਿਹੜੀਆਂ ਗਾਵਾਂ ਆ, ਉਹਨਾਂ ਨੂੰ ਫੜ ਕੇ ਗਊਸ਼ਾਲਾਵਾਂ ਦੇ ਵਿੱਚ ਜਾਂ ਬੀੜ ਜਿਹੜੀ ਫਰੀਦਕੋਟ ਆ ਉੱਥੇ ਛੱਡ ਕੇ ਆਏ ਆ। ਇਸ ਵੇਲੇ ਉਹ ਹਾਲਾਤ ਨਹੀਂ ਹੈਗੇ ਜੋ ਇਹ ਅੱਜ ਤੋਂ 5-7 ਸਾਲ ਪਹਿਲਾਂ ਸੀਗੇ। ਮੈਨੂੰ ਨਹੀਂ ਲੱਗਦਾ ਕਿ ਉਹ ਉਦਾਂ ਤੁਹਾਨੂੰ ਕਿਤੇ ਪਸ਼ੂ ਦਿਸਿਆ ਹੋਊਗਾ। ਕੁੱਤੇ ਵੀ ਅਸੀਂ ਬਹੁਤ ਘਟਾਏ ਆ, ਪਰ ਸਾਡੀ ਹਰ ਗੱਲ ਦੀ ਓਨਲੀ ਬੀਅਰ ਨੋਜ਼ ਬੇਅਰ ਸ਼ੂ ਪਿੰਚਸ, ਜਿਹਦੇ ਜੁੱਤੀ ਪਾਈ ਉਹਨੂੰ ਪਤਾ ਕਿ ਕੁੱਤੇ ਅਸੀਂ ਇੱਥੇ ਮੋਗੇ, ਉਹਦੇ ਵਾਸਤੇ ਅਸੀਂ ਇੱਕ ਡੌਗ ਸ਼ੈਲਟਰ ਹੋਮ ਬਣਾਇਆ ਫੜ ਕੇ ਉਹਨਾਂ ਨੂੰ। ਹੁਣ ਤੁਸੀਂ ਕੁੱਤੇ ਨੂੰ ਰੱਖ ਨਹੀਂ ਸਕਦੇ,
ਮੇਨਕਾ ਗਾਂਧੀ ਜੀ ਨੇ ਉਹਦੇ ਤੇ ਕੋਰਟ ਦੇ ਵਿੱਚ ਕੇਸ ਕਰਤਾ, ਕਹਿੰਦੇ ਜੀ ਕੁੱਤੇ ਛੱਡੋ, ਐ ਕਿਵੇਂ ਤੁਸੀਂ ਇਹਨਾਂ ਨੂੰ ਗੁਲਾਮ ਬਣਾ ਸਕਦੇ ਤੁਰੇ ਫਿਰਦੇ ਕੁੱਤਿਆਂ ਨੂੰ। ਸੋ ਕੰਮ ਕਰਨ ਲੱਗਿਆਂ ਦਿੱਕਤਾਂ ਬਹੁਤ ਆਉਂਦੀਆਂ। ਜਿਹੜੀ ਗੱਲ ਹੈਗੀ ਆ ਮੋਗੇ ਦੇ ਵਿੱਚ ਸੀਵਰੇਜ ਪਏ ਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਔਰ ਪ੍ਰੋਪਰਲੀ ਕਦੀ ਸਫਾਈ ਨਹੀਂ ਹੋਈ। ਉਹਦੇ ਚੋਂ ਜਿੱਥੇ ਕਿਤੇ ਬਲੋਕੇਜ ਹੋ ਗਈ, ਇੰਨਾ ਏਰੀਆ ਕਰਤਾ ਇੰਨਾ ਏਰੀਆ ਕਰਤਾ। ਹੁਣ ਤੁਸੀਂ ਮੇਰੇ ਨਾਲ ਥੋੜੀ ਦੇਰ ਹੋਰ ਰਾਤ ਤੱਕ ਰਹੋ, ਮੈਂ ਤੁਹਾਨੂੰ ਦਿਖਾਊਂਗਾ ਸ਼ਹਿਰ ਦੇ ਵਿੱਚ 4 ਅਸੀਂ ਜਿਹੜੀਆਂ ਸੁਪਰ ਸੈਕਸ਼ਨ ਮਸ਼ੀਨਾਂ ਉਹ ਲਾਈਆਂ ਵੀ ਆ 4 ਜਗ੍ਹਾ ਤੇ। ਪਹਿਲਾਂ ਅਸੀਂ 1 ਲਾਈ ਸੀ ਪਰ ਉਹਦਾ ਕੰਮ ਬਹੁਤ ਸਲੋ ਹੁੰਦਾ, ਇਸ ਕਰਕੇ ਅਸੀਂ 4 ਲਾਈਆਂ। ਪੂਰੀ ਉਹਦੇ ਮੂਹਰੇ ਕੈਮਰੇ ਲੱਗੇ ਆ, ਪੂਰਾ ਗਟਰ ਚੱਕ ਕੇ ਉਹਨੂੰ ਸੀਵਰੇਜ ਨੂੰ ਅੰਦਰ ਤੱਕ ਕੈਮਰੇ ਨਾਲ ਵਾਚ ਕਰਦੇ ਆ, ਪੂਰੀ ਸਫਾਈ ਕਰਦੇ ਆ ਤੇ ਉਹਦੇ ਅਬਸਟ੍ਰਕਸ਼ਨਸ ਅਸੀਂ ਖੋਲਦੇ ਆ। ਬੜੀ ਹੈਰਾਨੀ ਹੋਈ ਮੈਨੂੰ, ਕਈ ਥਾਵਾਂ ਤੇ ਤਾਂ ਪਤਾ ਨਹੀਂ ਪਾਣੀ ਲੰਘੀ ਕਿਵੇਂ ਜਾਂਦਾ, ਮੂਹਰੇ ਕੰਧ ਹੀ ਨਹੀਂ ਤੋੜੀ ਪਈ ਸੀ। ਔਰ ਇੱਕ ਥਾਂ ਤੋਂ ਗੱਦਾ ਮਿਲਿਆ ਪੂਰਾ ਬੈੱਡ ਦਾ, ਇੱਕ ਜਗ੍ਹਾ ਤੋਂ ਰੋੜਿਆਂ ਨਾਲ ਬੱਟਿਆਂ ਨਾਲ ਭਰਿਆ ਬੋਰਾ ਵਿੱਚ ਸੁੱਟਿਆ ਪਿਆ, ਪਤਾ ਨਹੀਂ ਜਾਣ ਬੁੱਝ ਕੇ ਗਏ ਨੇ ਕੀਤਾ ਜਾਂ ਕਿਵੇਂ ਵਿੱਚ ਚਲ ਗਿਆ। ਉਹ ਅਸੀਂ ਪੂਰਾ ਜਿਹੜਾ ਸ਼ਹਿਰ ਦਾ ਸੀਵਰੇਜ ਸਿਸਟਮ ਹੈ ਉਹਨੂੰ ਇੱਕ ਵੱਡਿਓਂ ਸ਼ੁਰੂ ਕੀਤਾ ਪਿਆ ਔਰ ਸਾਰੇ ਸ਼ਹਿਰ ਨੂੰ ਬਿਨਾਂ ਇਸ ਗੱਲ ਦੇ ਵੀ ਆਹ ਏਰੀਆ ਕਰ ਲਿਆ ਛੱਡ ਤਾ, ਸਾਰੇ ਸ਼ਹਿਰ ਦਾ ਹੀ ਸੀਵਰੇਜ ਜਿਹੜਾ ਹੈਗਾ ਉਹ ਸਾਫ਼ ਕਰਾ ਰਿਹਾ ਹੈਗਾ। ਔਰ ਇਹ ਵੱਡਾ ਪ੍ਰੋਜੈਕਟ ਹੈ, ਬਟ ਮੈਂ ਇਸ ਗੱਲ ਨੂੰ ਨਹੀਂ ਸੋਚਦਾ ਕਿ ਇਹਨੂੰ ਕਿੰਨਾ ਟਾਈਮ ਲੱਗੂਗਾ, ਕਿੰਨਾ ਖਰਚਾ ਆਊਗਾ। ਜਿਹੜਾ ਕੰਮ ਕਰਨਾ ਹੈ ਔਰ ਉਹਦੇ ਤੋਂ ਬਿਨਾਂ ਗੁਜ਼ਾਰਾ ਨਹੀਂ, ਉਹ ਚੱਲ ਰਿਹਾ ਕੰਮ। ਸੋ ਇਹ ਜਦੋਂ ਸੀਵਰੇਜ ਦੇ ਪਾਣੀ ਦੇ ਜਿਹੜੇ ਪਾਈਪ ਹੈਗੇ ਪੀਣ ਵਾਲੇ ਦੇ, ਥੋੜੀ ਜੀ ਲੋਕੀ ਵੀ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਥੋੜਾ ਜਿਹਾ ਕਰਿਆ ਕਰੋ। ਜਦੋਂ ਕਨੈਕਸ਼ਨ ਲੈਣਾ ਤੁਸੀਂ ਉਹ ਕਹਿ ਕੇ ਕਾਰਪੋਰੇਸ਼ਨ ਤੋਂ ਕਨੈਕਸ਼ਨ ਲੈ ਲਿਆ ਕਰੋ। ਆਪਦੇ ਉਹ ਚੋਰੀ ਜਦੋਂ ਪਲੰਬਰ ਲਾ ਕੇ ਆਪਾਂ ਕਨੈਕਸ਼ਨ ਲੈਨੇ ਨਾ ਤਾਂ ਉਹ ਵਿੱਚੋਂ ਲੀਕੇਜ ਰਹਿ ਜਾਂਦੀ ਆ। ਫਿਰ ਆਪਾਂ ਟੁੱਲੂ ਪੰਪ ਵੀ ਲਾਏ ਵੇ ਆ ਸੈਕਸ਼ਨ ਲਈ, ਉਹ ਜਿੱਥੇ ਉਹ ਪਾਣੀ ਡ੍ਰੌਪ ਡਿੱਗਦੇ ਰਹਿੰਦੇ ਆ ਉੱਥੇ ਉਹ ਪਾਣੀ ਇਕੱਠਾ ਹੋ ਜਾਂਦਾ। ਉੱਥੋਂ ਦੀ ਜਦੋਂ ਪੀਣ ਵਾਲੇ ਪਾਣੀ ਦੀ ਪਾਈਪ ਲੰਘਦੀ ਆ, ਉਹ ਟੁੱਲੂ ਜਦੋਂ ਸੱਕ ਕਰਦਾ ਤਾਂ ਉਹ ਵਿੱਚ ਫਿਰ ਉਹ ਦੂਜਾ ਰਲ ਜਾਂਦਾ। ਪਰ ਇਹਦਾ ਜਦੋਂ ਅਸੀਂ ਆ ਹੁਣ ਸਾਰੀ ਸੁਪਰ ਸੈਕਸ਼ਨਾਂ ਨਾਲ ਸੀਵਰੇਜ ਸਾਫ਼ ਹੋ ਗਿਆ, ਉਹਦਾ ਪਾਣੀ ਬਹੁਤ ਡਾਊਨ ਚੱਲ ਜਾਣਾ ਤਾਂ ਉਹ ਆਪੇ ਹੀ ਉਹ ਪਾਣੀ ਉੱਤੇ ਰਹਿਣਾ ਹੀ ਨਹੀਂ ਤੇ ਰਲੂਗਾ ਕਿਵੇਂ। ਹੁਣ ਤਾਂ ਪਾਣੀ ਇੰਨਾ ਬੁਰਾ ਹਾਲ ਹੋਇਆ ਪਿਆ ਸੀਗਾ ਸੀਵਰੇਜ ਦਾ, ਜਿਹੜਾ ਮੈਂ ਤੁਹਾਨੂੰ ਦੱਸਿਆ ਏਡਾ ਵੱਡਾ ਵਿੱਚੋਂ ਸਮਾਨ ਮਿਲ ਹੀ ਜਾਂਦਾ। ਪਰ 4 ਲੱਗੀਆਂ ਵੀ ਸੁਪਰ ਸੈਕਸ਼ਨ ਅਸੀਂ ਕਲੀਨ ਕਰ ਦਿਆਂਗੇ। ਤੁਹਾਡੀ ਪਾਰਟੀ ਪੱਧਰ ਦੀ ਗੱਲ ਕਰੀਏ ਤਾਂ ਤੁਹਾਡੀ ਪਾਰਟੀ ਦੇ ਵਿੱਚ ਕਾਫੀ ਇਸ ਵੇਲੇ ਟੈਨਸ਼ਨ ਨਜ਼ਰ ਆ ਰਹੀ ਹੈ। ਉੱਪਰਲੇ ਪੱਧਰ ਤੇ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਨੇ ਉਹ ਤੁਹਾਡੇ ਆਪ ਦੇ ਪੰਜਾਬ ਪ੍ਰਧਾਨ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਗਏ, ਤੁਹਾਡੇ ਮੁੱਖ ਮੰਤਰੀ ਸਾਹਿਬ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰ ਗਏ। ਔਰ ਇੱਕ ਮੁੱਖ ਮੰਤਰੀ ਦੀ ਦੌੜ ਬਹੁਤ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਵੱਡੇ ਲੀਡਰ ਵਿਰੋਧ ਕਰਨ ਲੱਗੇ, ਆਸ਼ੂ ਹੋਰਾਂ ਨੇ ਵਿਰੋਧ ਕਰਤਾ ਔਰ ਇਸੇ ਤਰ੍ਹਾਂ ਦੇ ਨਾਲ ਰਾਣਾ ਗੁਰਜੀਤ ਹੋਰਾਂ ਨੇ ਵਿਰੋਧ ਕਰਤਾ ਕਿ ਇਸ ਤਰੀਕੇ ਇੰਨੇ ਹੋਸ਼ੇਪਣ ਨਾਲ ਨਹੀਂ ਚੱਲਣਾ ਚਾਹੀਦਾ। ਤੁਹਾਡੀਆਂ ਉਮੀਦਵਾਰੀ ਜਿਹੜੀ ਹੈ ਆਪਣੀ ਪਾਰਟੀ ਦੇ ਲਈ, ਉਹ ਵੀ ਕਈ ਲੋਕ ਜਿਹੜੇ ਨੇ ਇਨਸਿਕਿਉਰ ਨਜ਼ਰ ਆ ਰਹੇ ਨੇ। ਉਹਦੀ ਵਜ੍ਹਾ ਕੀ ਹੈ? ਕੀ ਲੱਗਦਾ ਨਹੀਂ ਕਿ ਪਾਰਟੀ ਨੂੰ ਜਿਸ ਵੇਲੇ ਬਹੁਤ ਵੱਡਾ ਬੂਸਟ ਮਿਲਣਾ ਚਾਹੀਦਾ ਸੀ, ਉਸ ਵੇਲੇ ਵੱਡੇ ਲੀਡਰਾਂ ਦਾ ਬੀਜੇਪੀ ਵਰਗੀ ਪਾਰਟੀ ਦੇ ਵਿੱਚ ਜਾ ਕੇ ਰਲਣਾ ਔਰ ਇਦਾਂ ਦੀਆਂ ਟੈਨਸ਼ਨ ਵਰਗੇ ਬਿਆਨ ਆਉਣੇ, ਤੁਹਾਡਾ ਨੁਕਸਾਨ ਹੋ ਸਕਦਾ ਉਹਦੇ 'ਚ? ਇਹ ਜਿਹੜੇ ਜਿੰਨੀਆਂ ਤੁਸੀਂ ਗੱਲਾਂ ਕਹੀਆਂ ਨਾ, ਇਹ ਸਾਰਾ ਕੁਝ 5 ਸਾਲ ਬਾਅਦ ਹੁੰਦਾ, ਇਸ ਕਰਕੇ ਅਸੀਂ ਪਿਛਲਾ ਭੁੱਲ ਜਾਂਦੇ ਹਾਂ। ਇਦਾਂ ਹੀ ਹੁੰਦਾ ਜਦੋਂ ਇਲੈਕਸ਼ਨ ਹੁੰਦੀ ਹੈ ਤਾਂ ਇਲੈਕਸ਼ਨ ਦੇ ਨੇੜੇ ਆ ਕੇ ਬੜਾ ਕੁਝ ਹੁੰਦਾ। ਤੁਸੀਂ 4 ਬੰਦਿਆਂ ਦਾ ਨਾਂ ਲੈ ਦਿੱਤਾ ਕਿ ਉਹਨਾਂ ਨੇ ਪੰਜਾਬ ਦੇ ਪ੍ਰਧਾਨ ਦੇ ਉਲਟ ਬੋਲਿਆ। 117 ਕੰਸਟੀਚੁਐਂਸੀਜ਼ ਹੈ ਤੇ 117 ਦੇ ਵਿੱਚ ਹਰੇਕ ਕੰਸਟੀਚੁਐਂਸੀ 'ਚ 5-5 7-7 ਲੀਡਰ ਆ ਮੇਨ। ਉਦਾਂ ਤਾਂ ਬਹੁਤ ਜ਼ਿਆਦਾ ਹੁੰਦੇ, 5-4 ਤਾਂ ਮੇਨ ਹੁੰਦੇ ਆ। ਤੇ ਜੇ ਵਿੱਚੋਂ 4 ਬੰਦੇ ਉਲਟ ਬੋਲ ਗਏ ਕਿਸੇ ਦੇ, ਤੇ ਇਹਦਾ ਮਤਲਬ ਇਹ ਨਹੀਂ ਹੋ ਗਿਆ ਕਿ ਸਾਰੀ ਪਾਰਟੀ ਦੇ ਵਿੱਚ ਕੁਝ ਹੋ ਗਿਆ। ਇੱਥੇ ਪਾਰਟੀ ਪੱਧਰ ਤੇ, ਪਰਸਨਲ ਪੱਧਰ ਤੇ ਹਰੇਕ ਬੰਦੇ ਦੇ ਆਪਣੇ ਮਤਭੇਦ ਕਿਸੇ ਨਾ ਕਿਸੇ ਨਾਲ ਹੁੰਦੇ ਆ ਔਰ ਇਹ ਰਹਿੰਦੇ ਹੈਗੇ ਆ। ਜਿਹੜੀ ਇਹ ਇਲੈਕਸ਼ਨ ਹੈਗੀ ਆ ਪੰਜਾਬ ਦਾ ਮੁੱਖ ਮੰਤਰੀ ਚੁਣਨਾ, ਇੱਕ ਸਟੇਟ ਦਾ ਮੁੱਖ ਮੰਤਰੀ ਚੁਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਸੋ ਏਡੀ ਵੱਡੀ ਗੱਲ ਜਦੋਂ ਘਟਨਾ ਏਡੀ ਵੱਡੀ ਘਟਣੀ ਆ ਤੇ ਉਹਦੇ ਨਾਲ ਫਿਰ ਜਿਹੜੀਆਂ ਇਹ ਗੱਲਾਂ ਨੇ, ਹਰ ਇੱਕ ਦੀ ਇੱਛਾ ਹੁੰਦੀ ਆ, ਜਿਹੜੇ ਬੰਦੇ ਨੇ ਵੀ ਪਾਰਟੀ 'ਚ ਕੰਮ ਕੀਤਾ, ਮਿਹਨਤ ਕੀਤੀ ਆ, ਇਸ ਲੈਵਲ ਤੱਕ ਪਹੁੰਚਿਆ, ਉਹਦੀ ਹਰ ਬੰਦੇ ਦੀ ਇੱਛਾ ਹੁੰਦੀ ਆ ਕਿ ਮੈਨੂੰ ਮੌਕਾ ਮਿਲੇ। ਸੋ ਜੇ ਆਪਣੀ ਇੱਥੇ ਕਾਂਗਰਸ ਪਾਰਟੀ ਦਾ ਇੱਕ ਹਮੇਸ਼ਾ ਕਵਾਇਤ ਰਹੀ ਹੈ ਕਿ ਇੱਥੇ ਜਿਹੜੇ ਲੈਜਿਸਲੇਟਿਵ ਚੁਣ ਕੇ ਜਾਂਦੇ ਨੇ ਉਹ ਚੋਣ ਕਰਦੇ ਪਾਰਟੀ ਦੇ ਪ੍ਰਧਾਨ ਦੀ, ਜਿਹੜਾ ਜਿਹਨੇ ਮੁੱਖ ਮੰਤਰੀ ਬਣਨਾ ਹੁੰਦਾ, ਲੈਜਿਸਲੇਟਿਵ ਦੀ ਜਿਹੜੀ ਪ੍ਰਧਾਨ ਹੁੰਦਾ।
ਤੋ ਇਦਾਂ ਪਿਛਲੀ ਵਾਰੀ ਇਦਾਂ ਹੋ ਗਿਆ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਚਿਹਰਾ ਜਿਹੜਾ ਸੀਗਾ ਉਹਦੇ ਨਾਂ ਤੇ ਚੋਣ ਲੜੀ ਗਈ, ਬਟ ਰੂਟੀਨ ਇਦਾਂ ਹੀ ਆ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਕਾਂਗਰਸ ਬਹੁਤ ਰੇਅਰ ਆ ਕਿ ਆਪਣਾ ਮੁੱਖ ਮੰਤਰੀ ਦਾ ਚਿਹਰਾ ਪਹਿਲਾਂ ਦਿੰਦੀ ਆ, ਉਹ ਹਮੇਸ਼ਾ ਪਾਰਟੀ ਚੋਣ ਲੜਦੀ ਆ, ਨੈਸ਼ਨਲ ਪਾਰਟੀ ਆ। ਤੁਹਾਡੇ ਪੰਜਾਬ ਪ੍ਰਧਾਨ ਮੰਗ ਕਰ ਰਹੇ ਆ ਕਿ ਸਾਡੀ ਹਾਈ ਕਮਾਂਡ ਨੂੰ ਐਲਾਨਣਾ ਚਾਹੀਦਾ, ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ। ਮੈਂ ਇਹ ਨਿੱਜੀ ਦਾ ਕੋਈ ਵੀ ਬੰਦਾ ਕੁਝ ਵੀ ਕਹਿ ਸਕਦਾ। ਮੈਂ ਤੁਹਾਡੇ ਚੈਨਲ ਤੇ ਬੈਠਾ, ਮੈਂ ਅੱਜ ਕੋਈ ਨਿੱਜੀ ਗੱਲ ਕਹਿ ਦਵਾਂ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਉਹ ਮੇਰੀ ਗੱਲ ਕਹੀ ਵੀ ਸਾਰੀ ਕਾਂਗਰਸ ਪਾਰਟੀ ਦੀ ਗੱਲ ਹੈਗੀ। ਬੜੀਆਂ ਚੀਜ਼ਾਂ ਹੈਗੀਆਂ। ਮੈਂ ਸਮਝਦਾ ਕਿ ਇਸ ਵੇਲੇ ਜਿਹੜੀ ਪਾਰਟੀ ਦੀ ਇਕਮੁੱਠਤਾ ਵਾਸਤੇ, ਇਕਜੁੱਟਤਾ ਵਾਸਤੇ ਜੋ ਜਾਖੜ ਸਾਹਿਬ ਨੇ ਬਿਆਨ ਦਿੱਤਾ ਸੀ ਉਸ ਦਿਨ, ਜਾਂ ਹਾਈ ਕਮਾਂਡ ਨੇ ਜਿਹੜੀ ਗੱਲ ਕਹੀ ਹੈ ਕਿ ਪਹਿਲਾਂ ਇਲੈਕਸ਼ਨ ਹੋਊਗੀ, ਲੈਜਿਸਲੇਟਰਸ ਚੁਣੇ ਜਾਣਗੇ ਔਰ ਜੋ ਪਾਰਟੀ ਦੀ ਰਵਾਇਤ ਹੈ ਉਹਦੇ ਤੋਂ ਬਾਅਦ ਉਹ ਆਪਣਾ ਜਿਹੜਾ ਨੇਤਾ ਹੈਗਾ ਉਹ ਚੁਣਨਗੇ। ਸੋ ਇਹ ਆਪਾਂ ਨੂੰ ਚਾਹੀਦਾ ਇਵੇਂ ਹੀ ਹੈ ਕਰਨਾ। ਜੇ ਤੁਸੀਂ, ਮੈਨੂੰ ਨਹੀਂ ਪਤਾ ਕਿ ਉਹ ਪ੍ਰਧਾਨ ਜੀ ਨੇ ਇਹ ਬਿਆਨ ਕਿਤੇ ਦਿੱਤਾ ਹੈਗਾ ਕਿ ਪਾਰਟੀ ਕਵੇ, ਮੈਨੂੰ ਨਹੀਂ ਇਸ ਗੱਲ ਦਾ ਇਲਮ ਹੈਗਾ, ਪਰ ਜੇ ਇਵੇਂ ਉਹਨਾਂ ਨੇ ਕਿਹਾ ਹੋਵੇ ਤਾਂ ਮੈਨੂੰ ਲੱਗਦਾ ਇਹ ਪਾਰਟੀ ਦੀਆਂ ਲਾਈਨਾਂ ਤੋਂ ਹਟ ਕੇ ਆ। ਔਰ ਬਾਕੀ ਇਹ ਗੱਲ ਹੈ ਕਿ ਉਹਨਾਂ ਦਾ ਕਹਿਣਾ, ਉਹਨਾਂ ਦਾ ਆਪਣਾ ਇੱਕ ਮਤ ਆ, ਉਹ ਕਹਿ ਸਕਦੇ ਆ, ਪ੍ਰਧਾਨ ਨੇ ਉਹ, ਪਰ ਪਾਰਟੀ ਨੇ ਫੈਸਲਾ ਕਰਨਾ ਕਿ ਉਹਨੇ ਕਿਸ ਤੁਹਾਨੂੰ ਲੱਗਦਾ ਕਿ ਕਿਸੇ ਮੁੱਖ ਮੰਤਰੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਚਿਹਰੇ ਨਾਲ ਕਾਂਗਰਸ ਪਿਛਲੀ ਵਾਰ ਪਰਫਾਰਮ ਕੀਤਾ ਹੈ, ਮਤਲਬ 78 ਸੀਟਾਂ ਜਿੱਤਣਾ ਕੋਈ ਥੋੜੀ ਛੋਟੀ ਗੱਲ ਨਹੀਂ ਹੁੰਦੀ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬਿਨਾਂ ਚਿਹਰਾ ਐਲਾਨਿਆ ਕੋਈ ਪਾਰਟੀ ਦਾ ਨੁਕਸਾਨ ਹੋ ਸਕਦਾ ਹੈ ਇਲੈਕਸ਼ਨਾਂ ਦੇ ਵਿੱਚ, ਜਾਂ ਕੋਈ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਉਹਦੇ ਨਾਲ ਕੋਈ ਨੁਕਸਾਨ ਹੋਊਗਾ? ਇਹ ਦੋਨੇ ਚੀਜ਼ਾਂ ਹੋ ਸਕਦੀਆਂ, ਜਿਹੜੀ ਤੁਸੀਂ ਆਪੇ ਨੈਗੇਟਿਵ ਤੇ ਪੋਜ਼ਿਟਿਵ ਕਰ ਦਿੱਤਾ, ਦੋਨੇ ਚੀਜ਼ਾਂ ਹੋ ਸਕਦੀਆਂ। ਸੋ ਮੈਂ ਤਾਂ ਸਮਝਦਾ ਕਿ ਜਿਹੜੀ ਇਸ ਵੇਲੇ ਸਭ ਤੋਂ ਵੱਡੀ ਲੜਾਈ ਹੈ ਉਹ ਪਾਰਟੀ ਨੂੰ ਪੰਜਾਬ ਦੇ ਵਿੱਚ ਆਪਣਾ, ਜੋ ਪਿਛਲੀ ਵਾਰੀ ਜੇ 50-80-77 ਸੀਟਾਂ ਲੈ ਗਏ ਸੀ ਤਾਂ ਉਹਦੇ ਪਿੱਛੇ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਉਸ ਵੇਲੇ ਹਰ ਇੱਕ ਬੰਦੇ ਨੇ, ਹਰ ਇੱਕ ਜਿਹੜਾ ਪਾਰਟੀ ਦਾ ਵਰਕਰ ਸੀਗਾ ਉਹਨੇ ਪਹਿਲਾਂ ਆਪਣੀ ਟਿਕਟ ਦੀ ਲੜਾਈ ਲੜੀ। ਉਹਦੇ ਤੋਂ ਬਾਅਦ ਜਿਹੜੀ ਪਾਰਟੀ ਨੇ ਇੱਕ ਵੱਡੇ ਪੱਧਰ ਦੇ ਉੱਤੇ ਇਮਾਨਦਾਰੀ ਨਾਲ ਸਰਵੇ ਦੀਆਂ ਰਿਪੋਰਟਾਂ ਦੇ ਆਧਾਰ ਤੇ ਟਿਕਟਾਂ ਦਿੱਤੀਆਂ। ਕੋਈ ਭਾਈ ਭਤੀਜਾਵਾਦ ਨਹੀਂ ਦੇਖਿਆ। ਜਿੱਤਣ ਵਾਲਾ ਜਿਹੜਾ ਸੀਗਾ ਕੈਂਡੀਡੇਟ, ਵਿਨੇਬਿਲਿਟੀ ਵਾਸ ਦਾ ਕ੍ਰਾਈਟੇਰੀਆ। ਸੋ ਜਿਹੜਾ ਜੇ ਵਿਨੇਬਿਲਿਟੀ ਵਾਲਾ ਕ੍ਰਾਈਟੇਰੀਆ ਤੁਸੀਂ ਰੱਖੋਗੇ ਤਾਂ ਨੈਚੁਰਲੀ ਬੰਦੇ ਨੇ ਜਿਹਨੇ 8-10 ਸਾਲ ਮਿਹਨਤ ਕੀਤੀ ਆ, ਉਹਨੂੰ ਲੋਕ ਪਸੰਦ ਕਰਦੇ ਹੋਣ, ਉਹ ਜਿੱਤਣ ਵਾਲੀ ਪੋਜੀਸ਼ਨ 'ਚ ਹੋਵੇ, ਤਾਂ ਫਿਰ ਉਹਨੂੰ ਜਦੋਂ ਟਿਕਟ ਮਿਲੂਗੀ ਤਾਂ ਨੈਚੁਰਲੀ ਜਿੱਤੂਗਾ। ਜਦੋਂ ਤੁਸੀਂ ਉੱਥੇ ਭਾਈ ਭਤੀਜਾਵਾਦ ਵਿੱਚ ਆ ਜਾਂਦੇ ਆ ਤੇ ਉੱਥੇ ਆ ਕੇ ਕਈ ਵਾਰੀ ਲੋਕ ਉਹਨੂੰ ਪਸੰਦ ਨਹੀਂ ਕਰਦੇ ਹੁੰਦੇ। ਪਰ ਹੁਣ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੇਰੇ ਪਰਿਵਾਰ ਦੇ ਵਿੱਚੋਂ ਕੋਈ ਪੰਚਾਇਤ ਮੈਂਬਰ ਵੀ ਨਹੀਂ ਕਦੇ ਬਣਿਆ, ਬਟ ਮੈਨੂੰ ਕਿਉਂਕਿ ਮੈਂ ਯੂਥ ਕਾਂਗਰਸ ਵੇਲੇ ਤੋਂ ਪਾਰਟੀ ਨਾਲ ਜੁੜਿਆ ਪਿਆ, 2000 ਤੋਂ ਪਹਿਲਾਂ NSU 'ਚ ਰਹੇ ਆ। NSU ਆਈ ਤੋਂ ਬਾਅਦ 2000 ਦੇ ਵਿੱਚ ਕੁਲਜੀਤ ਨਾਗਰਾ ਜੀ ਹੁਣਾਂ ਦੇ ਨਾਲ ਇੱਧਰ ਕਾਂਗਰਸ 'ਚ ਆ ਗਏ, ਯੂਥ ਦੇ ਵਿੱਚ, ਯੂਥ ਤੋਂ ਮੁੜ ਕੇ ਵੱਡੀ ਕਾਂਗਰਸ 'ਚ ਆ ਗਏ। ਇਵੇਂ ਛੋਟੇ ਅਹੁਦਿਆਂ ਤੋਂ ਵੱਡਿਆਂ ਤੱਕ ਪਹੁੰਚੇ। ਪੰਜਾਬ ਦੇ ਯੂਥ ਦਾ ਜਨਰਲ ਸੈਕਟਰੀ ਵੀ ਰਿਹਾ, ਵੱਡੀ ਕਾਂਗਰਸ ਦੇ ਵਿੱਚ ਆ ਕੇ ਪੰਜਾਬ ਦਾ ਸੋਸ਼ਲ ਮੀਡੀਆ ਸੈੱਲ ਦਾ ਚੇਅਰਮੈਨ ਵੀ ਰਿਹਾ। ਸੋ ਇਵੇਂ ਪੌੜੀ ਦਰ ਪੌੜੀ ਚੜ੍ਹ ਕੇ ਇੰਨੇ ਸਾਲ ਲੱਗ ਗਏ, 25 ਸਾਲ 20 ਸਾਲ ਲੱਗ ਗਏ ਹੋਣੇ ਆ। NSU ਤੋਂ ਬਾਅਦ ਯੂਥ ਕਾਂਗਰਸ ਜਿਹਦੀ ਵਿਧੀ ਪੂਰਵਕ ਜੇ ਮੈਂ ਕਹਾਂ ਤੇ 2000 ਤੋਂ ਲੈ ਕੇ 2017 'ਚ ਟਿਕਟ ਮਿਲੀ, 17 ਸਾਲ। ਅੱਜ ਕੱਲ੍ਹ ਪ੍ਰੋਬਲਮ ਇਹ ਹੋਈ ਪਈ ਹੈ ਕਿ ਨੌਜਵਾਨਾਂ ਦੇ ਵਿੱਚ ਵੀ ਔਰ ਹੋਰ ਵੀ ਬਹੁਤ ਸਾਰੇ ਜੋ ਫਰਸਟ੍ਰੇਸ਼ਨ ਬਹੁਤ ਆ। 2 ਸਾਲ ਕੰਮ ਕੀਤਾ, 2 ਸਾਲ ਵੀ ਨਹੀਂ ਕਹੀਦਾ, 6 ਮਹੀਨੇ ਬਾਅਦ ਹੀ ਪੋਸਟਰ ਲਾ ਕੇ ਕਹਿ ਦਿੰਦੇ ਵੀ ਹੁਣ ਮੈਂ ਟਿਕਟ ਦਾ ਦਾਅਵੇਦਾਰ ਹਾਂ, ਮੈਨੂੰ ਨਾ ਦਿੱਤੀ ਤਾਂ ਮੈਂ ਪਾਰਟੀ ਛੱਡ ਕੇ ਬਗਾਵਤ ਕਰੂੰਗਾ। ਪਰ ਇਹ ਪਾਰਟੀ ਨੇ ਜਿਵੇਂ ਪਿਛਲੀ ਵਾਰੀ ਸੰਜੀਦਗੀ ਦੇਖ ਕੇ ਜਿਹੜੇ ਬੰਦੇ ਸਿੰਸੀਅਰਲੀ ਲੱਗੇ ਪਏ ਆ ਔਰ ਪਾਰਟੀ ਨਾਲ ਡੈਡੀਕੇਟਡਲੀ ਖੜੇ ਆ, ਅੱਜ ਮੈਂ ਇਸ ਗੱਲ ਨੂੰ ਸਮਝਦਾ ਕਿ ਇਹ ਪਾਰਟੀ ਵਾਸਤੇ ਘਾਤਕ ਹੁੰਦਾ ਕਿ ਆਪਾਂ ਤੱਤਾ ਦੇਖ ਲੈਂਦੇ ਆ ਬੰਦੇ ਦੀ ਪਪੂਲੈਰਿਟੀ ਹੈ, ਇਹਨੂੰ ਫੜ ਕੇ ਲਿਆਓ। ਉਹ ਬੰਦਿਆਂ ਨੂੰ ਲਿਆਉਣ ਦਾ ਕੀ ਫਾਇਦਾ ਜੇ ਉਹ ਆ ਕੇ ਤੁਹਾਡੇ ਕੋਲੇ 4 ਮਹੀਨੇ ਟਿਕਣ ਬਿਨਾਂ। ਸਨੀ ਦਿਓਲ ਵਰਗੇ ਚਿਹਰੇ, ਤੁਹਾਨੂੰ ਲੱਗਦਾ ਤੁਹਾਡੇ ਮੋਗੇ ਦੇ ਵਿੱਚ ਵੀ ਕੁਝ ਐਸਾ ਹੋ ਸਕਦਾ? ਦੇਖੋ, ਮੈਂ ਆਪਣੇ ਲੋਕ ਮਤਲਬ ਕਿਤੇ ਨਾ ਕਿਤੇ ਚਰਚਾ ਜ਼ਰੂਰ ਤੁਹਾਡੇ ਮੋਗੇ ਦੇ ਖਾਸ ਕਰਕੇ ਬਣੀ ਹੋਈ ਆ। ਦੇਖੋ, ਚਰਚਾ ਤੁਹਾਨੂੰ ਪਤਾ ਹੈ ਕਿ ਮੈਂ ਕਿਹਨਾਂ ਦੇ ਬਾਰੇ ਗੱਲ ਕਰਨੀ ਚਾਹੁੰਦਾ। ਸੋਨੂ ਸੂਦ ਹੋਰਾਂ ਦਾ ਬਹੁਤ ਵੱਡਾ ਨਾਮ ਆ, ਉਹਨਾਂ ਨੇ ਹਾਲੇ ਤੱਕ ਕੋਈ ਪਾਰਟੀ
ਅਨਾਉਂਸ ਨਹੀਂ ਕੀਤੀ ਜਾਂ ਜੁਆਇਨ ਨਹੀਂ ਕੀਤੀ ਜਾਂ ਉਹਨਾਂ ਨੇ ਕੋਈ ਫੈਸਲਾ ਨਹੀਂ ਕੀਤਾ। ਔਰ ਮੰਨਣਾ ਇਹ ਵੀ ਹੈ ਮੋਗੇ ਦੇ ਵਿੱਚ ਵੀ ਜੇਕਰ ਕਾਂਗਰਸ ਦੇ ਵਿੱਚ ਜਾਂਦੇ ਆ ਤਾਂ ਹਰਜੋਤ ਕਮਲ ਹੋਰਾਂ ਦੀ ਟਿਕਟ ਜਿਹੜੀ ਕੱਟੀ ਜਾ ਸਕਦੀ ਹੈ। ਦੇਖੋ, ਇਹ ਮੇਰੀ ਪਾਰਟੀ ਨੇ ਫੈਸਲਾ ਕਰਨਾ ਔਰ ਮੇਰੇ ਮੁਕੱਦਰ ਨੇ ਤੇ ਮੇਰੇ ਮੋਗੇ ਦੇ ਲੋਕਾਂ ਨੇ ਫੈਸਲਾ ਕਰਨਾ ਕਿ ਹਰਜੋਤ ਕਮਲ ਦੀ ਟਿਕਟ ਕੋਈ ਕੱਟ ਸਕਦਾ ਕਿ ਨਹੀਂ ਕੱਟ ਸਕਦਾ। ਪਾਰਟੀ ਦੀ ਹਾਈ ਕਮਾਂਡ ਬੜੀ ਸਿਆਣੀ ਹੈ। ਮੈਨੂੰ ਪਿਛਲੀ ਵਾਰੀ ਵੀ ਉਹਨਾਂ ਨੇ ਮੇਰੇ ਕੰਮ ਨੂੰ, ਮੇਰੀ ਮਿਹਨਤ ਨੂੰ ਔਰ ਪਾਰਟੀ ਪ੍ਰਤੀ ਮੇਰੀ ਜਿਹੜੀ ਸਿੰਸੀਅਰਿਟੀ ਆ ਉਹਨੂੰ ਦੇਖ ਕੇ ਟਿਕਟ ਦਿੱਤੀ ਸੀ। ਅੱਜ ਵੀ ਮੈਂ ਪਾਰਟੀ ਲਈ ਜਿੰਨਾ ਸਿੰਸੀਅਰ ਆ, ਪਾਰਟੀ ਨੂੰ ਅੱਜ ਮੇਰੇ 46 ਪਿੰਡਾਂ ਚੋਂ 44 ਸਰਪੰਚ ਮੇਰੇ ਨੇ। ਠੀਕ ਹੈ, ਜੇ ਬਲਾਕ ਸੰਮਤੀਆਂ ਤੇ ਸਾਰੀਆਂ ਬਲਾਕ ਸੰਮਤੀਆਂ ਤੇ ਉਹਨਾਂ ਦਾ ਚੇਅਰਮੈਨ ਵੀ ਮੇਰਾ ਨੋਮੀਨੇਟਡ ਹੈ। ਮੇਰੀਆਂ 2 ਹੀ ਜ਼ਿਲ੍ਹਾ ਪ੍ਰੀਸ਼ਦ ਸੀ, ਦੋਨੇ ਮੈਂ ਜਿੱਤਿਆ ਕਾਂਗਰਸ ਦੀ ਟਿਕਟਾਂ ਦੇ ਉੱਤੇ। ਮੇਰੇ ਇੱਥੇ ਜਦੋਂ ਜ਼ਿਲ੍ਹਾ ਪ੍ਰੀਸ਼ਦ ਦੀ ਆਪਣੀ MP ਦੀ ਚੋਣ ਹੋਈ ਹੈ ਤੇ ਮੈਂ 9000 ਤੋਂ ਉੱਤੇ ਦੀ ਲੀਡ ਇੱਥੋਂ MP ਸਾਹਿਬ ਦੀ ਲਈ ਹੈ ਮੋਗੇ ਚੋਂ। ਕਾਰਪੋਰੇਸ਼ਨ ਦੀ ਚੋਣ ਹੋਈ ਹੈ, ਹਾਲਾਂਕਿ ਟਿਕਟਾਂ ਬਹੁਤ ਸਾਰੀਆਂ ਜਿਹੜੇ ਇੱਥੇ ਜ਼ਿਲ੍ਹਾ ਪ੍ਰਧਾਨ ਸੀ ਉਹਨਾਂ ਨੇ ਉਹ ਗੜਬੜ ਕਰਾ ਕੇ ਟਿਕਟਾਂ ਕੱਟ ਦਿੱਤੀਆਂ ਮੇਰੀਆਂ। ਉਹਦੇ ਬਾਵਜੂਦ ਵੀ ਮੇਰੀ ਟੀਮ ਜਿਹੜੀ ਪਰਸਨਲ ਆ ਉਹਨੂੰ, ਮੈਨੂੰ ਪਤਾ ਸੀ ਇਹ ਜਿੱਤਣ ਵਾਲੇ ਆ। ਜੇ ਇਹਨਾਂ ਨੂੰ ਨਾ ਮੈਂ ਲੜਾਇਆ ਜਾਂ ਨਾ ਇਹ ਜਿੱਤੇ ਤਾਂ ਅਕਾਲੀ ਦਲ ਦਾ ਕਬਜ਼ਾ ਹੋਣਾ ਸੀ। ਅਸੀਂ ਆਪਦੇ 10 ਬੰਦੇ ਆਜ਼ਾਦ ਖੜਾ ਕੇ ਨਾਲ ਜਿਤਾ ਲਏ। ਅੱਜ 30 ਕੌਂਸਲਰ ਮੇਰੇ ਜਿੱਤੇ ਵੇ ਆ, 2 ਮੇਰੇ ਨਾਲ ਹੋਰ ਸ਼ਾਮਲ ਹੋ ਗਏ। 32 ਕੌਂਸਲਰ ਨੇ ਮੇਰੇ ਕੋਲੇ। ਮੇਅਰ ਮੇਰਾ ਤੁਹਾਡੇ ਤੇ ਵਾਕਈ ਸੀਨੀਅਰ ਡਿਪਟੀ ਮੇਅਰ ਮੇਰਾ ਤੇ ਵੀ ਇਲਜ਼ਾਮ ਲੱਗਦਾ ਸੀ ਕਿ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਾਂਗਰਸ ਦੇ ਲੋਕਾਂ ਦਾ ਘੱਟ ਸਾਥ ਦਿੱਤਾ ਤੇ ਜਿਹੜੇ ਆਜ਼ਾਦ ਖੜੇ ਸੀ ਉਹਨਾਂ ਦਾ ਵੱਧ ਦਿੱਤਾ। ਦੇਖੋ, ਮੈਂ ਤੁਹਾਨੂੰ ਇਹ ਗੱਲ, ਇਟ ਸ਼ੁੱਡ ਬੀ ਵੈਰੀ ਮਚ ਕਲੀਅਰ ਟੂ ਯੂ ਐਂਡ ਟੂ ਆਲ ਦਾ ਯੂਅਰ ਵਿਊਅਰਸ ਕਿ ਹਰਜੋਤ ਕਮਲ ਕਾਂਗਰਸ ਦੇ ਵਿੱਚ ਜੰਮਿਆ ਸੀ, ਉਹਨੇ ਕਾਂਗਰਸੀਆਂ ਦਾ ਸਾਥ ਦਿੱਤਾ। ਮੈਂ ਇੱਕ ਲਿਸਟ ਬਣਾਈ ਜਿਹੜੇ ਬੰਦੇ ਮੈਂ 10 ਸਾਲ ਪਹਿਲਾਂ ਕੰਮ ਕੀਤਾ ਇੱਥੇ ਮੋਗੇ ਦੇ ਵਿੱਚ। ਜਦੋਂ ਜੈਨ ਸਾਹਿਬ ਅਕਾਲੀ ਦਲ 'ਚ ਚਲ ਗਏ, ਜਥੇਦਾਰ ਤੋਤਾ ਸਿੰਘ ਜੀ ਉਹਨਾਂ ਦਾ ਪਰਿਵਾਰ 97 ਦੇ ਵਿੱਚ ਮੋਗੇ 'ਚ ਕਾਬਜ ਹੋ ਗਿਆ ਔਰ ਜੈਨ ਸਾਹਿਬ ਵਿੱਚੋਂ ਕਾਂਗਰਸ ਦੇ ਜਿੱਤੇ। ਪਹਿਲੀ ਵਾਰੀ ਉਹਨਾਂ ਨੂੰ 4-5 ਮਹੀਨੇ ਤੰਗ ਕੀਤਾ, ਜੇਲ੍ਹ 'ਚ ਰੱਖਿਆ। ਦੂਜੀ ਵਾਰੀ ਉਹ ਫੇਰ ਜਿੱਤ ਗਏ, ਦੂਜੀ ਵਾਰੀ ਉਹਨਾਂ 4 ਮਹੀਨਿਆਂ ਪਿੱਛੋਂ ਅਕਾਲੀ ਦਲ 'ਚ ਲੈ ਗਏ। ਇੱਥੇ ਤਾਂ ਸਟੈਬਲਿਸ਼ ਹੀ ਨਹੀਂ ਹੋਣ ਦਿੱਤੀ, ਕਾਂਗਰਸ ਤਾਂ ਮਾਰਤੀ। 97 ਤੋਂ 92 'ਚ ਡਾਕਟਰ ਮਾਲਤੀ ਜੀ 4 ਵੋਟਾਂ ਦੇ ਜਿੱਤੇ ਸੀਗੇ ਤੇ ਉਹ 92 'ਚ ਸਰਕਾਰ ਕਾਂਗਰਸ ਦੀ ਸੀ। ਉਹਦੇ ਤੋਂ ਬਾਅਦ 97 ਤੋਂ ਲੈ ਕੇ 2017 ਦੇ ਵਿੱਚ ਮੈਂ ਆਇਆ ਹੈਗਾ ਇੱਥੇ। ਔਰ ਜਦੋਂ ਜੈਨ ਸਾਹਿਬ 12 ਦੇ ਐਂਡ ਦੇ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ 'ਚ ਚਲੇ ਗਏ, MLA ਦੇ ਨਾਲ ਬਹੁਤ ਸਾਰੇ ਲੋਕ ਪਰਸਨਲ ਜੁੜੇ ਹੁੰਦੇ ਤੇ ਉਹ ਸਾਰੀ ਟੀਮ ਹੀ ਇੱਥੋਂ ਕਾਂਗਰਸ ਦੀ ਅਕਾਲੀ ਦਲ 'ਚ ਚਲ ਗਈ। ਮੈਨੂੰ ਜਦੋਂ ਮੈਂ ਵਰਕ ਸ਼ੁਰੂ ਕੀਤਾ, ਮੈਨੂੰ ਤਾਂ ਇਹ ਨਹੀਂ ਸੀ ਪਤਾ ਹੁੰਦਾ ਵੀ ਫਲਾਣੇ ਪਿੰਡ 'ਚ ਕੋਈ ਬੰਦਾ ਕਾਂਗਰਸ ਦਾ ਹੈਗਾ ਕਿ ਨਹੀਂ, ਵਾਰਡ ਦੇ ਵਿੱਚ ਕੋਈ ਹੈਗਾ ਕਿ ਨਹੀਂ। ਮੈਂ ਉਸ ਵੇਲੇ ਕਾਂਗਰਸ ਨੂੰ ਜਿਹੜੀ ਬੈਠੀ ਤੇ ਸੁੱਤੀ ਸੀ ਉਹਨੂੰ ਜਗਾਇਆ, ਨਵੇਂ ਚਿਹਰਿਆਂ ਨੂੰ ਕਾਂਗਰਸ 'ਚ ਲਿਆਂਦਾ, ਇੱਕ ਟੀਮ ਬਣਾਈ ਕਾਂਗਰਸ ਦੀ ਜਿਹੜੀ ਟੀਮ ਹਰਜੋਤ ਕਮਲ ਨਾਲ ਜੁੜੀ ਸੀ ਕਿਉਂਕਿ ਹਰਜੋਤ ਨੇ ਬਣਾਈ ਸੀ ਤਾਂ ਉਹ ਹਰਜੋਤ ਦੀ ਟੀਮ ਹੈ। ਅਦਰਵਾਈਜ਼ ਮੈਂ ਕੋਈ ਪਰਸਨਲ ਤਾਂ ਮੈਂ ਕੋਈ ਆਜ਼ਾਦ ਨਹੀਂ ਹੈਗਾ ਲੜਿਆ, ਮੈਂ ਹਮੇਸ਼ਾ ਕਾਂਗਰਸ ਲਈ ਕੰਮ ਕੀਤਾ। ਮੈਂ ਇੱਕ ਲਿਸਟ ਇਹਨਾਂ ਨੂੰ ਦਿੱਤੀ ਕਿ ਆਹ ਬੰਦੇ ਆ ਜਿਹੜੇ ਮੇਰੇ ਨਾਲ 10 ਸਾਲ ਪਹਿਲਾਂ ਰਹੇ, ਕੰਮ ਕੀਤਾ। 5 ਸਾਲ ਤੋਂ ਮੈਂ MLA, 4 ਸਾਲ ਹੋਇਆ ਕਾਰਪੋਰੇਸ਼ਨ ਦੀ ਇਲੈਕਸ਼ਨ ਨੂੰ ਵੀ 4 ਸਾਲ ਇਹ ਬੰਦੇ ਮੇਰੇ ਨਾਲ ਰਹੇ ਤੇ ਮੈਂ ਇਹਨਾਂ ਬੰਦਿਆਂ ਨੂੰ ਕਾਂਗਰਸ ਦੀ ਟਿਕਟ ਦਵਾਉਣੀ ਚਾਹੁੰਦਾ। MLA ਦੇ ਤੁਸੀਂ ਕਹੇ ਤੇ ਜਿਹੜੇ ਬੰਦਿਆਂ ਦੀ ਮੈਂ ਸ਼ਾਦੀ ਭਰਦਾ ਵੀ ਇਹ ਕਾਂਗਰਸੀ ਆ, ਤੁਸੀਂ ਉਹਨਾਂ ਦੀਆਂ ਟਿਕਟਾਂ ਕੱਟਤੀਆਂ। B ਤੇ C ਤੇ D ਲੈਵਲ ਦੇ ਬੰਦਿਆਂ ਨੂੰ ਚੱਕ ਕੇ ਤੁਸੀਂ ਟਿਕਟਾਂ ਦੇਤੀਆਂ। ਉਹ ਕਾਂਗਰਸੀ ਸੀਗੇ ਬੰਦੇ, ਮੈਂ ਉਹਨਾਂ ਨੂੰ ਮਾਰ ਦੇਵਾਂ। ਜਿਹੜੇ ਬੰਦੇ ਮੇਰੇ ਨਾਲ ਖੜੇ ਆ, ਮੈਂ ਜਿਨ੍ਹਾਂ ਤੋਂ ਬੱਸਾਂ ਭਰਾਈਆਂ ਕਾਂਗਰਸ ਪਾਰਟੀ ਲਈ, ਮੈਂ ਜਿਨ੍ਹਾਂ ਤੋਂ ਕਾਂਗਰਸ ਪਾਰਟੀ ਲਈ ਕੰਮ ਕਰਾਉਂਦਾ ਰਿਹਾ 4 ਸਾਲ, ਮੇਰੇ ਨਾਲ ਉਹ ਸੁਪਨੇ ਦੇਖਦੇ ਰਹੇ। ਮੈਨੂੰ MLA ਬਣਾਉਣ 'ਚ ਉਹਨਾਂ ਦਾ ਯੋਗਦਾਨ 8-10 ਸਾਲ ਉਹ ਪਹਿਲਾਂ ਵਿਚਾਰੇ ਮੇਰੇ ਨਾਲ ਲੱਗੇ ਰਹੇ। ਸੋ ਮੇਰਾ ਤਾਂ ਇਹ ਫਰਜ਼ ਬਣਦਾ ਸੀ। ਮੈਂ ਤਾਂ ਉੱਪਰਲਿਆਂ ਨੂੰ ਤਾਂ ਪਤਾ ਹੀ ਨਹੀਂ ਮੋਗੇ 'ਚ ਕਿਹੜੀ ਕਾਂਗਰਸ MLA ਮੈਂ ਬਣਿਆ, ਮੈਨੂੰ ਪਤਾ ਨਾ ਕੌਣ ਕਾਂਗਰਸੀ। ਮੈਂ ਉਹਨਾਂ ਨੂੰ ਮਰਦੇ ਨਹੀਂ ਸੀ ਦੇਖ ਸਕਦਾ, ਨਾ ਮੈਂ ਮਾਰ ਸਕਦਾ ਸੀ। ਔਰ ਉਹ ਜਿੱਤੇ ਆ, ਜਿੱਤਦਿਆਂ ਸਾਰੀ ਫਿਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਮੈਂ ਕੈਮਰੇ ਦੇ ਮੂਹਰੇ ਨਹੀਂ ਕਹਿ ਸਕਦਾ ਕਿ ਮੇਰੀ ਜਿਹੜੀ ਸੀਗੀ, ਮੈਨੂੰ ਜੋੜਿਆ ਜਾਂਦਾ ਸੀ ਵੀ ਇਹਦਾ ਉਸ ਗਰੁੱਪ ਨਾਲ ਆ ਜਿਹੜਾ ਦਿੱਲੀ ਵਾਲਿਆਂ ਨਾਲ ਆ। ਚੰਨੀ ਜੀ ਹੋ ਗਏ, ਨਾਗਰਾ ਸਾਹਿਬ ਹੋਣੀ ਹੋ ਗਏ, ਹੋਰ ਸਾਨੂੰ ਤਾਂ ਧੱਕ ਕੇ ਹਾਸ਼ੀਏ ਤੋਂ ਬਾਹਰ ਕਰ ਇਹੋ ਜਿਹੇ ਅਫਸਰ ਲਾਏ ਸੀਗੇ ਜਿਹੜੇ ਬੀਬੇ ਵਾਲੇ ਸੀਗੇ ਤੇ ਫਿਰ ਵੀ ਟਿਕਟਾਂ ਕੱਟਦੀਆਂ।
ਚਲੋ ਮੈਂ ਉਹ ਸਾਰਾ ਕੁਝ ਝੇਲ ਕੇ ਤੇ 10 ਬੰਦੇ ਆਜ਼ਾਦ ਖੜਾ ਕੇ ਜਿਤਾ ਲਏ। ਔਰ ਉਹ ਕੋਈ ਮੈਂ ਉਹਨਾਂ ਨੂੰ ਇਹ ਨਹੀਂ ਹੈਗਾ ਕਿ ਆਜ਼ਾਦ ਨੂੰ ਕੋਈ ਅਗਲੇ ਦਿਨ ਹੀ ਜਾ ਕੇ ਕਾਂਗਰਸ ਭਵਨ 'ਚ ਉਸ ਵੇਲੇ ਦੇ ਪੰਜਾਬ ਦੇ ਪ੍ਰਧਾਨ ਜਾਖੜ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਕਾਂਗਰਸ ਅਗਲੇ ਦਿਨ ਸਵੇਰੇ ਅੱਜ ਬੰਦਾ ਆਜ਼ਾਦ ਜਿੱਤਿਆ ਹੋਵੇ, ਅਗਲਾ ਕਹਿੰਦਾ ਮੈਂ ਤਾਂ ਆਜ਼ਾਦ ਜਿੱਤਿਆ, ਮੈਂ ਨਹੀਂ ਜਾਂਦਾ। ਅਗਲੇ ਦਿਨ ਸਵੇਰੇ ਮੈਂ ਲਿਜਾ ਕੇ ਸਾਰੇ ਬੰਦੇ ਕਾਂਗਰਸ ਦੇ ਦੁਆਰਾ ਸ਼ਾਮਿਲ ਕਰਾਏ। ਔਰ ਉਹਨਾਂ ਬੰਦਿਆਂ ਨੇ ਉੱਥੇ ਕਿਹਾ ਕਿ ਅਸੀਂ ਜੀ ਕਾਂਗਰਸੀ ਸੀਗੇ, ਕਾਂਗਰਸੀ ਹੋਈ ਫੇਰ ਹੈਗੇ ਆ। ਚੋਣ ਆਜ਼ਾਦ ਹੋ ਕੇ ਲੜਨੀ ਪਈ। ਚੋਣ ਮੈਨੂੰ ਲੜਾਉਣੀ ਪਈ ਆਜ਼ਾਦ ਹੋ ਕੇ, ਕਿਉਂਕਿ ਮੈਨੂੰ ਪਤਾ ਸੀਗਾ ਜੋ ਮਨਸੂਬੇ ਸੀਗੇ ਉੱਪਰ ਲਿਆਂਦੇ, ਇੱਥੇ ਤਾਂ ਮੇਅਰ ਅਕਾਲੀ ਦਲ ਦਾ ਬਣ ਜਾਣਾ ਸੀ, ਮੈਂ ਤਾਂ ਮਰ ਜਾਣਾ ਸੀ। ਮੇਰੀ ਵਾਈਫ ਇਲੈਕਸ਼ਨ ਲੜੀ ਹੈ, ਜੋ ਫੀਲਡਿੰਗ ਲਾਈ ਇਹਨਾਂ ਨੇ ਇਸ ਤਰੀਕੇ ਦੇ ਨਾਲ। ਹਾਲਾਂਕਿ ਇੱਥੇ ਤਾਂ ਬਾਹਰ ਕਿਸੇ ਦੀ ਗਲੀ 'ਚ ਥੜੀ ਹੋਵੇ ਨਾ, ਉਹਦਾ ਆਬਜੈਕਸ਼ਨ ਲਾ ਦੇ, ਕਾਗਜ਼ ਰੱਦ ਹੋ ਜਾਂਦੇ। ਉਸ ਬੰਦੇ ਕੋਲ 15 ਮਰਲੇ ਜ਼ਮੀਨ ਕਾਰਪੋਰੇਸ਼ਨ ਦੀ, ਕਾਰਪੋਰੇਸ਼ਨ ਦਾ ਸਰਟੀਫਿਕੇਟ ਦਿੱਤਾ, ਇਹਨਾਂ ਨੇ ਕਾਗਜ਼ ਹੀ ਨਹੀਂ ਰੱਦ ਕੀਤੇ। ਹਾਲਾਂਕਿ ਮੇਰੇ ਹਲਕੇ ਦੇ ਵਿੱਚ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅੱਜ ਤੱਕ ਕੋਈ ਬੰਦਾ ਇਹ ਗੱਲ ਪ੍ਰੂਵ ਕਰਦੇ ਕਿ ਪੰਚਾਇਤੀ ਚੋਣਾਂ, ਬਲਾਕ ਸੰਮਤੀਆਂ, ਜ਼ਿਲ੍ਹਾ ਪਰਿਸ਼ਦ, ਕਾਰਪੋਰੇਸ਼ਨ 'ਚ ਮੇਰੇ ਮੋਗੇ ਦੇ ਲੋਕਾਂ ਤੋਂ ਪੁੱਛੋ, ਪਹਿਲੀ ਵਾਰੀ ਹੋਇਆ ਹੋਊਗਾ ਕਿ ਇਮਾਨਦਾਰੀ ਦੇ ਨਾਲ ਚੋਣਾਂ ਲੜੀਆਂ ਗਈਆਂ। ਨਹੀਂ ਤਾਂ ਇੱਥੇ ਇਹ ਕਵਾਇਤ ਇਹ ਬਣੀ ਵੀ ਸੀਗੀ, ਰਿਵਾਜ ਇਹ ਪਿਆ ਸੀ, ਚੋਣਾਂ ਲੜਦੇ ਨਹੀਂ ਸੀ, ਐਲਾਨ ਹੀ ਹੁੰਦੇ ਸੀ। ਤੇ ਜੇ ਕਿਸੇ ਨੇ ਮਾੜਾ ਜਿਹਾ ਕੀਤਾ, ਕਿਸੇ ਨੂੰ ਕਹਿਤਾ ਤੇਰਾ ਜਵਾਕ ਚੱਕ ਲੈਣਾ, ਕਿਸੇ ਨੂੰ ਕਹਿਤਾ ਤੇਰੇ ਡੋਡੇ ਪਾ ਦੇਣੇ, ਆਹ ਹਾਲ ਸੀ। ਔਰ ਮੈਂ ਇਸ ਗੱਲ ਲਈ ਲੋਕਾਂ ਨੂੰ ਪਤਾ ਆ, ਮੋਗੇ ਦੇ ਲੋਕ ਦੱਸ ਸਕਦੇ ਕਿ ਪਹਿਲੀ ਵਾਰੀ ਹੋਇਆ ਕਾਰਪੋਰੇਸ਼ਨ ਦੀਆਂ ਜਾਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ, ਔਰ ਬਕਾਇਦਾ ਤੌਰ ਤੇ ਚੋਣਾਂ ਹੋਈਆਂ। ਮੇਰੀ ਵਾਈਫ ਨੂੰ ਹਰਾਉਣ ਵਾਸਤੇ ਪੂਰੀ ਫੀਲਡਿੰਗ ਲਾਤੀ। ਚਲੋ ਅਕਾਲੀ ਦਲ ਜਾਂ ਵਿਰੋਧੀ ਝਾੜੂ ਵਾਲੇ, ਉਹਨਾਂ ਨੇ ਤਾਂ ਕਰਨਾ ਹੀ ਹੁੰਦਾ ਵਿਰੋਧ। ਕਾਂਗਰਸ ਚੋਂ ਵੀ ਬੰਦਿਆਂ ਨੇ ਵਿਰੋਧ ਕਰ ਦਿੰਦੇ ਆ, ਪਾਰਟੀਆਂ ਦੇ ਵਿੱਚ ਹੋਊ, ਕੋਈ ਗੱਲ ਨਹੀਂ। ਇੱਥੇ ਤੇ ਪੁਲਿਸ ਤੇ ਪ੍ਰਸ਼ਾਸਨ ਵੀ ਐਂ ਲਾਤਾ। ਮੈਨੂੰ ਜਦੋਂ ਅਖੀਰ ਤੇ ਇਹ ਗੱਲ ਲੱਗੀ ਵੀ ਇੱਥੇ ਤਾਂ ਹੁਣ ਇਹਨਾਂ ਨੇ ਮੈਨੂੰ ਬੰਨਤਾ ਤੇ ਰਗੜਨ ਤੇ ਆ ਗਏ, ਦੈਨ ਆਈ ਸਰੈਂਡਰਡ। ਮੈਂ ਫਿਰ ਛੱਡਤਾ। ਮੈਂ ਕਿਹਾ ਹੁਣ ਮੈਂ ਇੱਕ ਸੀਟ ਪਿੱਛੇ, ਮੈਂ ਸਾਰੀਆਂ ਤਾਂ ਨਹੀਂ ਛੱਡ ਸਕਦਾ, ਮੇਰੀ ਕਾਰਪੋਰੇਸ਼ਨ ਬਣਾਉਣੀ ਬਹੁਤ ਜ਼ਰੂਰੀ ਹੈ। ਤੁਹਾਡੀ ਆਪਦੀ ਪਾਰਟੀ ਤੁਹਾਡਾ ਵਿਰੋਧ ਤੇ ਆ ਗਿਆ, ਆਪਣੀ ਪਾਰਟੀ ਛੱਡੋ ਤੁਸੀਂ, ਕਈ ਕੁਛ ਹੀ ਹੋ ਜਾਂਦਾ। ਹੁਣ ਅਫਸਰ ਵੀ ਉਲਟ ਲਾ ਦਿੱਤੇ। ਮੈਂ ਫਿਰ ਉਹਦੀ ਜਿਹੜੀ ਸੀਗੀ ਤੁਹਾਡੀ ਐਂਡ ਤੇ ਮੈਂ ਕਰਦਾ, ਅੱਜ ਮੇਅਰ, ਸੀਨੀਅਰ ਡਿਪਟੀ ਮੇਅਰ, FNC ਕਮੇਟੀ ਸਾਰੇ ਮੇਰੇ। ਸੋ ਜਿੱਥੇ ਤੱਕ ਤੁਸੀਂ ਗੱਲ ਕੀਤੀ ਆ ਵੀ ਉਹਦੀ ਚਰਚਾ ਹੈਗੀ ਆ ਵੀ ਉਹਨੂੰ ਟਿਕਟ ਦੇ ਦੇਣਗੇ, ਮੈਂ ਸਾਰੇ ਪਿੰਡਾਂ 'ਚ ਮੇਰੇ ਸਰਪੰਚ ਨੇ, ਬਲਾਕ ਸੰਮਤੀਆਂ ਤੇ ਚੇਅਰਮੈਨ ਮੇਰੇ ਆ, ਸ਼ਹਿਰ ਦੇ ਵਿੱਚ ਸਾਰੀ ਕਾਰਪੋਰੇਸ਼ਨ ਮੇਰੀ ਹੈ। ਕੋਈ ਵੀ ਸਰਕਾਰ, ਕੋਈ ਵੀ ਪਾਰਟੀ ਐਡਾ ਵੱਡਾ ਜੋਖਮ ਨਹੀਂ ਉਠਾਊਗੀ ਕਿ ਇੱਕ ਸਿਟਿੰਗ MLA ਜਿਹਦਾ ਸਾਰਾ ਤਾਮ ਝਾਮ, ਸਾਰੀ ਉਹਦੀ ਐਡੀ ਵੱਡੀ ਟੀਮ ਹੋਵੇ ਤੇ ਉਹਨੂੰ ਛੱਡ ਕੇ ਇੱਕ ਨਵੇਂ ਨੂੰ, ਉਹ ਸਨੀ ਦਿਓਲ ਵਾਲਾ ਹਾਲ ਹੋਣਾ ਫਿਰ ਇੱਥੇ। ਜਿਵੇਂ ਲੋਕ ਉਹਨੂੰ ਪੋਸਟਰ ਲਾ ਲੱਭਦੇ ਆ। ਮੈਂ ਕੰਮ ਕੀਤਾ ਮੋਗੇ 'ਚ, ਜਾ ਕੇ ਦੇਖੋ, ਆ ਮੇਰੇ ਪਿੰਡਾਂ ਦੀਆਂ ਸੜਕਾਂ ਦੇਖੋ, ਨਿਗਾਹ ਮਾਰ ਕੇ ਮੇਰੇ ਪਿੰਡਾਂ ਦੀਆਂ ਗਲੀਆਂ ਦੇਖੋ ਤੁਸੀਂ, ਜੋ ਮੈਂ ਕੰਮ ਕੀਤਾ। ਆਖਰ ਤੇ ਇਹ ਦੱਸ ਦਿਓ ਕਿ ਚਲੋ ਭਾਵੇਂ ਭਵਿੱਖ ਦੀ ਵਕਲ ਦੇ ਵਿੱਚ ਆਪਾਂ ਚਰਚਾ ਨੂੰ, ਹੁਣ ਜਿੰਨਾ ਸੀਵਰੇਜ ਤੇ ਜਿਹੜੇ ਕੰਮ ਹੋਏ ਆ ਉਹਦੇ ਤੋਂ ਇਲਾਵਾ 51 ਕਰੋੜ ਰੁਪਏ ਦਾ 2 ਫੇਜ਼ਸ ਦੇ ਵਿੱਚ ਸੀਵਰੇਜ ਪੈ ਚੁੱਕਿਆ। ਇੱਕ ਮੇਰੇ ਤੋਂ ਪਹਿਲਾਂ ਦਾ ਪਿਆ ਸੀ, ਇੱਕ ਮੈਂ ਆ ਕੇ ਪਵਾਇਆ। ਜਿਹੜੀ 3rd ਫੇਜ਼ ਹੈ, ਜਿੱਥੇ ਰਹਿ ਗਿਆ, ਚਾਹੇ ਬਾਹਰਲਾ ਏਰੀਆ ਚਾਹੇ ਸ਼ਹਿਰ ਦੇ ਅੰਦਰਲਾ, ਉਹ ਹੁਣ 3rd ਫੇਜ਼ ਦੇ ਵਿੱਚ ਮੈਂ ਪਾਸ ਕਰਾ ਕੇ ਲਿਆ। 50 ਕਰੋੜ ਤੇ 76 ਲੱਖ ਦਾ ਕੰਮ, 51 ਕਰੋੜ ਦਾ ਕੰਮ ਮੈਂ ਹੁਣ ਪਾਸ ਕਰਾ ਕੇ ਲਿਆ ਆ। ਜਿਹੜਾ ਆਉਣ ਵਾਲੇ ਦਿਨਾਂ 'ਚ, ਮਤਲਬ ਜਿਹੜਾ ਪਾਸ ਹੋ ਗਿਆ ਉਹਦਾ ਚੱਲਣਾ ਹੀ ਆ, ਸ਼ੁਰੂ ਹੋਣਾ ਹੀ ਆ। ਸਰਕਾਰ ਦਾ ਜਾਬਤਾ ਲੱਗ ਜਾਊਗਾ, ਬਾਅਦ 'ਚ ਬਣ ਜਾਊਗਾ, ਕਦੋਂ ਲੱਗ ਜਾਊਗਾ, ਬਟ ਮੇਰੇ ਕੋਲ ਤਾਂ ਉਹਦੇ ਪ੍ਰੂਫ ਹੈ ਨਾ, ਸਰਕਾਰ ਨੇ ਪਾਸ ਕਰ ਦਿੱਤਾ। ਠੀਕ ਹੈ, ਤੁਸੀਂ ਹਰ ਇੱਕ ਵਿਧਾਇਕ ਨੇ 5 ਸਾਲਾਂ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੇ ਸਮੇਂ ਦੇ ਵਿੱਚ ਵੀ ਆਪਣੀ ਫੀਲਡਿੰਗ ਉਸ ਤਰੀਕੇ ਲਾਉਣੀ ਹੁੰਦੀ ਹੈ ਕਿ ਕੱਲ ਨੂੰ ਜੇ ਕੋਈ ਮੇਰਾ ਨੁਕਸਾਨ ਵੀ ਹੁੰਦਾ, ਮੇਰੇ ਬੰਦੇ ਨਾਲ ਖੜੇ ਰਹਿੰਦੇ ਹੋਣ। ਪਰ ਆਖਰ ਤੇ ਇਹ ਦੱਸਿਓ ਕਿ ਜੇਕਰ ਅਜਿਹਾ ਹੋ ਜਾਂਦਾ, ਜੇਕਰ, ਕਿਉਂਕਿ ਸੰਭਾਵਨਾਵਾਂ ਦੇ ਵਿੱਚ ਕੁਝ ਵੀ ਹੋ ਜਾਂਦਾ, ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਕੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਲਿਆਉਣ ਵਰਗੇ ਫੈਸਲੇ ਹੋ ਸਕਦੇ ਆ, ਤਾਂ ਇਹ ਕੋਈ ਵੱਡੀ ਗੱਲ ਨਹੀਂ ਹੈ। ਜੇ ਐਸਾ ਹੋ ਜਾਂਦਾ ਤਾਂ ਹਰਜੋਤ ਕਮਲ ਪਾਰਟੀ ਦੇ ਨਾਲ ਖੜਨਗੇ ਜਾਂ ਫਿਰ ਆਪਣੀ ਪਾਰਟੀ ਦੀ ਵਿਰੋਧਤਾ ਕਰਨਗੇ? ਦੇਖੋ, ਮੈਨੂੰ ਆਪਣੀ ਪਾਰਟੀ ਦੇ ਉੱਤੇ ਪੂਰਾ ਭਰੋਸਾ, ਮੇਰੇ 'ਚ ਕੋਈ ਇਹੋ ਜਿਹੀ ਕਮੀ ਨਹੀਂ ਹੈਗੀ ਜਿਹੜੀ ਪਾਰਟੀ ਮੈਨੂੰ ਛੱਡ ਕੇ ਤੇ ਇਹੋ ਜਿਹੇ ਬੰਦੇ ਨੂੰ ਚੁਣੂਗੀ ਜਿਹਨੂੰ ਅੱਜ ਤੱਕ ਉਹ ਦੇਖੋ ਤੁਸੀਂ ਨਾ ਹੀ ਲੈ ਦਿੱਤਾ, ਹੁਣ ਸਿੱਧੀ ਤੁਸੀਂ ਗੱਲ ਹੀ ਕਰ ਦਿੱਤੀ ਤੇ ਮੈਨੂੰ ਵੀ ਆਈ ਸ਼ੁੱਡ ਆਲਸੋ ਬੀ ਵੈਰੀ ਮਚ ਸਟ੍ਰੇਟ। ਉਹ ਪਹਿਲਾਂ BJP ਵਾਲਿਆਂ ਨੂੰ ਮਿਲ ਕੇ ਆਏ, ਫਿਰ ਉਹ ਕੇਜਰੀਵਾਲ ਸਾਹਿਬ ਨੂੰ ਮਿਲ ਕੇ ਆਏ। ਉਸ ਵੇਲੇ
ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਹੁਣ ਦੇ ਸੀਐਮ ਚਰਨਜੀਤ ਚੰਨੀ ਹੋਣਾ ਨੂੰ ਮਿਲੇ, ਉਦੋਂ ਬਾਅਦ ਆਪਣੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਮਿਲੇ। ਇੱਕ ਬੰਦੇ ਦਾ ਜਿਹਦਾ ਮਾਈਂਡ ਹੀ ਨਹੀਂ ਸੈੱਟ ਹੈਗਾ ਕਿ ਮੈਂ ਜਾਣਾ ਕਿੱਥੇ ਆ ਤੇ ਕਰਨਾ ਕੀ ਆ, ਉਹ ਕਿਸੇ ਦਾ ਕੀ ਸਵਾਰ ਸਕਦਾ? ਜਿਹਨੂੰ ਆਪਦਾ ਹੀ ਨਹੀਂ ਅਜੇ ਕੋਈ ਫੈਸਲਾ ਹੀ ਨਹੀਂ, ਕਿਸੇ ਲਈ ਕੀ ਫੈਸਲੇ ਲਊਗਾ ਜਿਹੜਾ ਆਪਣੇ ਲਈ ਅਜੇ ਫੈਸਲੇ ਨਹੀਂ ਲੈ ਸਕਿਆ। ਔਰ ਉਹ ਮੈਨੂੰ ਨਹੀਂ ਪਤਾ ਉਹਨਾਂ ਦੇ ਅੰਦਰ ਕੀ ਚੱਲਦਾ। ਉਹਨਾਂ ਨੇ ਹੋ ਸਕਦਾ ਆਜ਼ਾਦ ਲੜਨੀ ਹੋਵੇ। ਕਾਂਗਰਸ ਪਾਰਟੀ ਦੀਆਂ ਟਿਕਟਾਂ ਅਪਲਾਈ ਕਰਨ ਦੀ 20 ਤਰੀਕ ਸੀ ਤੇ ਉਹ ਤੁਸੀਂ ਕਢਾ ਕੇ ਦੇਖ ਲਓ, ਉਹਨਾਂ ਨੇ ਤਾਂ ਕਾਂਗਰਸ ਦੀ ਟਿਕਟ ਅਪਲਾਈ ਨਹੀਂ ਕੀਤੀ। ਸੋ ਜੇ ਉਹਨਾਂ ਦਾ ਮਨ ਕਾਂਗਰਸ ਲਈ ਹੁੰਦਾ ਤੇ ਕਾਂਗਰਸ ਲਈ ਟਿਕਟ ਅਪਲਾਈ ਕਰਦੇ। ਅੱਜ ਤੱਕ ਕੇਜਰੀਵਾਲ ਸਾਹਿਬ ਇੱਥੇ 2 ਗੇੜੇ ਮਾਰ ਗਏ ਨੇ, ਮੋਗੇ 'ਚ ਆਉਂਦੇ ਹੀ ਨਹੀਂ, ਉਹਨਾਂ ਨਾਲ ਕਰਦੇ। ਹੁਣ ਬੀਜੇਪੀ ਵਾਲੇ ਮੋਗੇ ਦੇ ਵਿੱਚ ਕਈਆਂ ਨੂੰ ਸ਼ਾਮਲ ਕਰਾਇਆ, ਉਧਰ ਜਾਣ। ਤੁਹਾਡੀ ਧਿਰਤਾ ਜ਼ਰੂਰ ਹੈਗੇ ਨੇ, ਤੁਹਾਡੀ ਧਿਰਤਾ ਬਣੇ ਹੋਏ ਨੇ ਮੋਗੇ ਦੇ ਵਿੱਚ। ਦੇਖੋ ਗੱਲ ਇੱਕ ਹੈ, ਐਮਐਲਏ ਬਹੁਤ ਵੱਡੀ ਚੋਣ ਹੁੰਦੀ ਹੈ। ਔਰ ਮੈਂ ਜਦੋਂ ਪਹਿਲਾਂ ਚੋਣ ਲੜਿਆ, ਮੇਰੀ ਹਾਲਾਂਕਿ ਪਹਿਲਾਂ ਚੋਣ ਸੀ, ਪਹਿਲੀ ਇਲੈਕਸ਼ਨ ਸੀ, ਤੇ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਰੀ ਕਾਂਗਰਸ ਦਾ ਸਫਾਇਆ ਹੋਇਆ ਪਿਆ ਸੀ। ਮੈਂ ਕਾਂਗਰਸ ਖੜੀ ਕੀਤੀ ਹੈ ਪਿੰਡਾਂ 'ਚ, ਸ਼ਹਿਰ ਦੇ ਵਿੱਚ। ਮੈਂ 10 ਸਾਲ ਦਫ਼ਤਰ ਖੋਲ ਕੇ ਫੈਸਿਲਿਟੇਟ ਕੀਤਾ, ਲੋਕਾਂ ਨੂੰ ਕੈਂਪ ਲਾਏ ਆ, ਚਾਹੇ ਜਿਹੜੀ ਨੋਟਬੰਦੀ ਦੇ ਵਿੱਚ ਬੈਂਕਾਂ ਦੇ ਮੂਹਰੇ ਆਪਦੀਆਂ ਟੀਮਾਂ ਲਾ ਕੇ, ਚਾਹੇ ਕਰੋਨਾ ਦੇ ਵਿੱਚ ਮੈਂ ਤਾਂ ਜਿੰਨਾ ਮੈਂ ਕੰਮ ਕੀਤਾ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ। ਹੁਣ 4 ਵੈਂਟੀਲੇਟਰ ਲੈ ਕੇ ਦਿੱਤੇ ਆਪਣੇ ਸਿਵਲ ਹਸਪੀਟਲ ਨੂੰ, 5 ਪੈਰਾਮੈਡੀਕਲ ਮੋਨੀਟਰਸ ਲੈ ਕੇ ਦਿੱਤੇ, ਆਪ ਕਰੋਨਾ ਕਰਾ ਲਿਆ, 2-2 ਵਜੇ ਰਾਤ ਨੂੰ ਹਸਪੀਟਲਾਂ 'ਚ ਗੇੜੇ ਕੱਢਦਾ ਰਿਹਾ ਮਰੀਜ਼ਾਂ ਦਾ ਪਤਾ। ਔਰ ਮੈਂ ਔਰ ਮੇਰੀ ਟੀਮ ਨੇ ਪੰਜਾਬ ਸਰਕਾਰ ਦੇ ਭੇਜੇ ਰਾਸ਼ਨ ਤੋਂ ਇਲਾਵਾ ਹਰੇਕ ਵਾਰਡ 'ਚ 4-4, 5-5 ਲੱਖ ਰੁਪਏ ਦਾ ਕੋਲੋਂ ਪੈਸੇ ਲਾਤੇ ਹੋਣੇ ਰਾਸ਼ਨ ਵੰਡਣ ਨੂੰ। ਔਰ ਕਰੋਨਾ ਹੋ ਗਿਆ ਤੇ ਮੈਂ ਪਹਿਲਾਂ ਹੀ ਐਮਐਲਏ ਹੋਊਂਗਾ, ਪਹਿਲਾਂ ਤੇ ਸ਼ਾਇਦ ਇੱਕੋ ਹੀ ਹੋਊਂਗਾ ਜਿਹਨੇ ਆਪਦਾ ਪਲਾਜ਼ਮਾ ਡੋਨੇਟ ਕੀਤਾ, ਜਿਹਦੇ ਨਾਲ ਇੱਕ ਬੰਦੇ ਦੇ ਹਾਲਾਂਕਿ ਔਖਾ ਹੁੰਦਾ, ਬਲੱਡ ਸਾਰਾ ਕੱਢ ਕੇ ਬਾਹਰ ਤੇ ਉਹਨੂੰ ਦੁਆਰਾ ਵਿੱਚ ਪਾਉਣਾ, ਵਿੱਚੋਂ ਪਲਾਜ਼ਮਾ ਕੱਢਣਾ ਬੜਾ ਪੇਨਫੁਲ ਹੈ। ਪਰ ਮੈਂ ਪਲਾਜ਼ਮਾ ਦੇ ਕੇ ਆਇਆ, ਇੱਕ ਬੰਦੇ ਦੇ ਪਲਾਜ਼ਮੇ ਨਾਲ 5-6 ਬੰਦਿਆਂ ਦੀ ਜਾਨ ਬਚਦੀ, ਮੇਰੇ ਵਾਲੇ ਨਾਲ ਬਚੀ ਹੋਊਗੀ। ਮੈਂ ਪਹਿਲਾ ਐਮਐਲਏ ਆ ਜਿਹਨੇ ਪੰਜਾਬ ਦੇ ਵਿੱਚ ਆਕਸੀਜਨ ਕੰਸੈਂਟਰੇਟਰਸ ਸਥਾਪਿਤ ਬੈਂਕ ਸਥਾਪਿਤ ਕੀਤਾ। ਇੱਥੇ ਮਰੀਜ਼ ਠੀਕ ਹੋ ਜਾਂਦਾ ਸੀ, ਉਹਨੂੰ ਘਰੇ ਤਾਂ ਨਹੀਂ ਸੀ ਭੇਜਦੇ ਕਿਉਂਕਿ ਉਹਨੂੰ ਸਾਹ 'ਚ ਪ੍ਰੋਬਲਮ ਸੀ, ਆਕਸੀਜਨ ਮਿਲ ਨਹੀਂ ਸੀ ਰਹੀ। ਤੇ ਉਸ ਹਾਲਾਤ 'ਚ ਅਗਲਾ ਹਸਪੀਟਲ ਪਿਆ, ਉੱਥੇ ਵੀ ਆਕਸੀਜਨ ਦੀ ਦਿੱਕਤ ਹੈ, ਉਹਦਾ ਰੋਜ਼ ਦਾ ਹਜ਼ਾਰਾਂ ਰੁਪਈਆਂ ਦਾ ਬਿੱਲ। ਮੈਂ 5 ਕੰਸੈਂਟਰੇਟਰਸ ਆਪਣੇ ਪੈਸਿਆਂ ਨਾਲ ਖਰੀਦ ਕੇ 75-80 ਹਜ਼ਾਰ ਰੁਪਏ ਦਾ ਇੱਕ ਸੀਗਾ ਉਸ ਵੇਲੇ, ਖਰੀਦ ਕੇ ਆਪਣੇ ਆਫਿਸ 'ਚ ਮੋਗੇ ਮੈਂ ਐਡਾ ਵਧੀਆ ਆਫਿਸ ਬਣਾਇਆ। ਤੁਹਾਡੇ ਆਧਾਰ ਕਾਰਡ, ਪੈਨ ਕਾਰਡ, ਪੈਨਸ਼ਨਾਂ, ਇਹ ਉਹ ਸਭ ਉੱਥੇ ਇੱਕ ਛੱਤ ਥੱਲੇ ਫ੍ਰੀ ਆਫ ਕਾਸਟ ਫੈਸਿਲਿਟੀ ਅਸੀਂ ਪ੍ਰੋਵਾਈਡ ਕਰ ਰਹੇ ਪਿਛਲੇ 5 ਸਾਲਾਂ ਤੋਂ ਲਾਇਆ ਪਿਆ। ਮੈਂ ਉੱਥੇ ਅਸੀਂ ਕੰਸੈਂਟਰੇਟਰਸ ਰੱਖੇ, ਬਿਨਾਂ ਇੱਕ ਵੀ ਪੈਸਾ ਕਰਾਇਆ, ਬਿਨਾਂ ਕੋਈ ਸਿਕਿਉਰਿਟੀ ਅਸੀਂ ਮਰੀਜ਼ਾਂ ਨੂੰ ਦਿੱਤੇ। ਔਰ ਮੈਂ ਹੀ ਫਿਰ ਸਰਦਾਰ ਬਲਬੀਰ ਸਿੰਘ ਸਿੱਧੂ ਉਸ ਵੇਲੇ ਦੇ ਸਿਹਤ ਮੰਤਰੀ, ਉਹਨਾਂ ਨਾਲ ਜਾ ਕੇ ਗੱਲ ਕੀਤੀ। ਮੈਂ ਕਿਹਾ ਜੀ ਮੇਰਾ ਬੈਂਕ ਵਧੀਆ ਚੱਲਿਆ, ਤੁਹਾਡੇ ਕੋਲ ਸਿਵਲ ਹਸਪੀਟਲ 'ਚ ਤੁਸੀਂ 18-20 ਦੇਤੇ ਕੰਸੈਂਟਰੇਟਰਸ, ਤੇ ਆਪਾਂ ਉੱਥੇ ਰੱਖ ਕੇ ਕੀ ਕਰਨੇ, ਆਪਾਂ ਉਹਨੂੰ ਚਲਾਈਏ। ਫਿਰ ਸਰਕਾਰ ਨੇ ਵੀ ਜਿਹੜੇ ਕੰਸੈਂਟਰੇਟਰਸ ਬੈਂਕ ਬਣਾਏ। ਉਹਦੇ ਤੋਂ ਬਾਅਦ ਹੀ ਅਕਾਲੀ ਦਲ ਨੇ ਵੀ ਇਹਨਾਂ ਦੇ ਉਹ ਦਿੱਲੀ ਵਾਲੇ ਗੁਰਦੁਆਰੇ 'ਚ ਕਿਸੇ ਨੇ ਦਾਨ ਕੀਤੇ ਸੀ, ਉੱਥੋਂ ਲਿਆ ਕੇ ਪੰਜਾਬ 'ਚ। ਮੈਂ ਬੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸ਼ੁਰੂਆਤ ਕੀਤੀ ਆ। ਮੇਰੇ ਸਕੂਲ ਦੇਖੋ ਇੰਨੇ ਸੋਹਣੇ, ਹਸਪੀਟਲਸ ਦੇਖੋ, ਇੱਥੇ ਆ ਜਿਹੜਾ ਮੇਰੀ CHC ਆ ਉੱਥੇ 85 ਲੱਖ ਲੱਗ ਗਿਆ, ਸਿਵਲ ਹਸਪੀਟਲ ਤੇ ਲੱਗ। ਸੋ ਕੰਮ ਦੀ ਕੋਈ ਕਮੀ ਨਹੀਂ, ਬੰਦਿਆਂ ਦੀ ਮੇਰੀ ਕੋਈ ਕਮੀ ਨਹੀਂ, ਸਾਰੀ ਟੀਮ ਮੇਰੀ ਪਿੰਡਾਂ ਵਾਲੀ ਸ਼ਹਿਰ ਵਾਲੀ ਮੇਰੀ ਹੈ। ਫਿਰ ਕਿਉਂ ਮੈਨੂੰ ਤਾਂ ਕੋਈ ਇਦਾਂ ਦਾ ਲੱਗਦਾ ਨਹੀਂ ਕਿ ਕਾਂਗਰਸ ਪਾਰਟੀ ਕੋਈ ਇਹੋ ਜਿਹੀ ਕਰੂਗੀ ਕਿ ਉਹ ਬੰਦੇ ਜਿਹੜੇ ਅਜੇ ਤੱਕ ਇਹ ਡਿਸਾਈਡ ਨਹੀਂ ਕਰ ਪਾਏ ਕਿ ਉਹਨਾਂ ਨੇ ਕਿੱਧਰ ਜਾਣਾ, ਉਹਨੂੰ ਟਿਕਟ ਦਊਗੀ। ਤੇ ਉਹ ਬੰਦਾ ਜਿਹੜਾ 2000 ਸਨ ਤੋਂ 17 ਸਾਲ ਉਹ ਹੋ ਗਏ ਤੇ 5 ਆ ਹੋ ਗਏ, ਜਿਹੜਾ 21-22 ਸਾਲਾਂ ਤੋਂ ਜੱਦੀ ਕਾਂਗਰਸੀ ਹੈ, ਕਾਂਗਰਸ 'ਚ ਹੀ ਜੰਮਿਆ ਹੈਗਾ, ਕਾਂਗਰਸ ਦੀ ਪੈਦਾਇਸ਼ ਆ ਉਹ, ਤੇ ਅੱਜ ਤਾਈਂ ਉਹਨੇ ਕਾਂਗਰਸ ਨੂੰ ਤਕੜੀ ਕੀਤਾ। 92 ਤੋਂ ਬਾਅਦ ਮੋਗੇ ਦੇ ਵਿੱਚ 25 ਸਾਲਾਂ ਬਾਅਦ ਐ ਹੋਇਆ ਕਿ ਕਾਂਗਰਸ ਦਾ ਐਮਐਲਏ ਤੇ ਕਾਂਗਰਸ ਦੀ ਸਰਕਾਰ ਬਣੀ। ਤੇ ਮੈਂ ਜਿਹੜੇ ਪੰਜਾਬ ਦੇ ਵਿੱਚ ਜੇ ਮੈਂ ਸਮਝਦਾ ਕਿ ਬਾਦਲ ਪਰਿਵਾਰ ਤੋਂ ਬਾਅਦ ਜੇ ਦੂਜੇ ਨੰਬਰ ਦਾ ਕੋਈ ਵੱਡਾ ਪਰਿਵਾਰ ਹੈ ਤੇ ਜਥੇਦਾਰ ਤੋਤਾ ਸਿੰਘ ਉਹਨਾਂ ਦਾ ਪਰਿਵਾਰ ਸੀਗਾ, ਮੈਂ ਉਹਨਾਂ ਨਾਲ ਟੱਕਰ ਲਈ ਹੈ। ਉਸ ਵੇਲੇ ਜੋ ਆਮ ਆਦਮੀ ਪਾਰਟੀ ਦਾ ਮਾਲਵੇ ਦੇ ਵਿੱਚ ਸਪੈਸ਼ਲੀ ਮੋਗੇ ਦੇ ਵਿੱਚ ਗ੍ਰਾਫ ਸੀ, ਮੈਂ ਉਹਨਾਂ ਨੂੰ ਹਰਾਇਆ। ਸੋ ਇਹ ਜਿਹੇ ਨੂੰ ਛੱਡ ਕੇ ਆਈ ਡੋਂਟ ਥਿੰਕ ਸੋ, ਮੈਂ ਨਾ ਤਾਂ ਸਮਝਦਾ। ਔਰ ਫਿਰ ਦੂਜੀ ਗੱਲ ਇਹ ਹੈਗੀ ਆ, ਤੁਸੀਂ ਦੇਖੋ ਮੈਨੂੰ ਪਾਰਟੀ ਕਿਉਂ ਛੱਡੂਗੀ। ਮੇਰੇ
ਮੋਗੇ ਦੇ ਵਿੱਚ ਜਿੱਦਣ ਸਿੱਧੂ ਸਾਹਿਬ ਪ੍ਰਧਾਨ ਬਣੇ ਆ, ਪਹਿਲੀ ਰੈਲੀ ਮੇਰੇ ਮੋਗੇ 'ਚ ਕੀਤੀ ਆ। 2 ਘੰਟੇ ਮੇਰੇ ਕੋਲ ਘਰੇ ਮੇਰੇ ਹੋ ਕੇ ਗਏ। ਤੇ ਮੁੱਖ ਮੰਤਰੀ ਕਿਸੇ ਕੋਲੇ ਕੋਈ ਟਾਈਮ ਹੁੰਦਾ, ਮੇਰੇ ਆਲੇ ਦੁਆਲੇ, ਮੇਰੀਆਂ ਹੀ ਆਲੇ ਦੁਆਲੇ ਦੀਆਂ ਬਾਘਾ ਪੁਰਾਣਾ, ਧਰਮਕੋਟ ਘੰਟਾ ਰੁਕੇ ਨੇ, ਆਏ ਆ, ਆਪਦਾ ਲੈਕਚਰ ਦਿੱਤਾ, ਥੋੜੀ ਰੁਕੇ ਤੇ ਉੱਡ ਗਏ। ਮੇਰੇ ਨਾਲ ਇੱਥੇ ਦੁਪਹਿਰੇ ਆ ਗਏ 3 ਵਜੇ ਤੇ ਰਾਤ ਰਹਿ ਕੇ ਗਏ ਆ। ਮੇਰੇ ਘਰੇ ਵੀ ਗਏ, ਮੈਂ ਜਿੱਥੇ ਗਿਆ ਉੱਥੇ ਵੀ ਗਏ। ਲਗਭਗ ਸੇਫ ਮੰਨ ਲਓ ਕਿ ਮੈਂ ਸੇਫ ਹਾਂ। ਮੈਨੂੰ ਤਾਂ ਕੋਈ ਇਦਾਂ ਦੀ ਗੱਲ ਨਹੀਂ ਲੱਗਦੀ, ਕੋਈ ਇਹੋ ਜਿਹੀ 1% ਵੀ ਹੈ ਨਹੀਂ। ਮੈਨੂੰ ਮੇਰੀ ਪਾਰਟੀ ਨੇ ਮੈਨੂੰ ਗੋ ਹੈਡ ਕਿਹਾ ਵੀ ਆਈ ਐਮ ਵਰਕਿੰਗ, ਉਹ ਡੇ ਐਂਡ ਨਾਈਟ, ਮੈਂ ਰਾਤ ਦਿਨ ਕੰਮ ਕਰਦਾ। ਰਾਤ ਤੁਸੀਂ ਦੇਖੋ ਮੇਰੇ ਨਾਲ ਰਹਿ ਕੇ ਮੈਂ 11-12 ਵਜੇ ਤੋਂ ਪਹਿਲਾਂ ਘਰੇ ਨਹੀਂ ਵੜਦਾ। ਸਵੇਰੇ ਮੈਂ ਪ੍ਰਭਾਤ ਫੇਰੀ ਤੇ ਗਿਆ 4:30 ਵਜੇ ਉੱਠ ਕੇ। ਸੋ ਇਹ ਲੋਕ ਮੈਨੂੰ ਪਿਆਰ ਕਰਦੇ ਆ, ਕੋਈ ਇਹੋ ਜਿਹੀ ਮਤਲਬ ਮੇਰੇ ਮਨ 'ਚ ਕੋਈ ਖਦਸ਼ਾ ਨਹੀਂ, ਨਾ ਮੇਰੇ ਲੋਕਾਂ ਦੇ ਮਨ 'ਚ ਖਦਸ਼ਾ। ਹਾਂ, ਇੱਕ ਗੱਲ ਮੈਂ ਤੁਹਾਨੂੰ ਪਹਿਲਾਂ ਕਹੀ ਆ ਕਿ ਇਹ 2 ਲੱਖ ਵੋਟਰ ਹੁੰਦੇ ਆ। ਅੱਜ ਜਿਹੜੇ ਉਹਨਾਂ ਚੋਂ ਵੋਟਰਾਂ ਦੇ ਵਿੱਚੋਂ ਪਾਰਟੀਆਂ ਕਿਹੜੀਆਂ, ਕੋਈ ਆਮ ਆਦਮੀ ਨਾਲ ਵੀ ਹੋਊਗਾ, ਕੋਈ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੋਊਗਾ। ਆ ਦੇਖੋ ਪਾਰਕ ਬਣੇ ਹੋਏ ਦੇਖੋ ਹੈ, ਕੋਈ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਹੋਊਗਾ, ਕੋਈ ਬੀਜੇਪੀ ਨਾਲ ਵੀ ਹੋਣਗੇ, ਕੋਈ ਢੀਂਡਸਾ ਗਰੁੱਪ ਨਾਲ ਵੀ ਹੋਣਗੇ, ਕੋਈ ਕੈਪਟਨ ਸਾਹਿਬ ਨਾਲ ਵੀ ਹੋਣਗੇ, ਕਈ ਉਹ ਵੀ ਹੋਣਗੇ ਜਿਨ੍ਹਾਂ ਨੇ ਦੇਖੋ ਗਰਾਊਂਡਾਂ ਬਣੀਆਂ। ਤੁਸੀਂ ਨਿਗਾਹ ਤਾਂ ਮਾਰੋ ਆਲੇ ਦੁਆਲੇ, ਕੰਮ ਕੀ ਹੋਇਆ ਪਿਆ। ਹੁਣ ਤੁਸੀਂ ਕੈਮਰਾ ਬਾਅਦ 'ਚ ਘੁਮਾਇਆ, ਉਦੋਂ ਨੂੰ ਤਾਂ ਉਹ ਖੇਡ ਰਹੇ ਨੇ ਬੱਚੇ ਚੱਲ ਰਹੇ। ਸੋ ਮੈਨੂੰ ਕੋਈ ਮਤਲਬ, ਇਸ ਕਰਕੇ ਮੈਂ ਕਿਹਾ ਕਿ ਇੰਨੀਆਂ ਪਾਰਟੀਆਂ ਸਾਰੀਆਂ ਨਾਲ ਬੰਦੇ ਜੁੜੇ ਹੋਏ ਆ, ਇਕੱਲੇ ਇੱਥੇ ਕਾਂਗਰਸੀ ਤਾਂ ਹੈ ਨਹੀਂ। ਪਰ ਮੈਂ ਅੱਗੇ ਵੀ ਜਿੱਤਿਆ ਸੀ ਜਦੋਂ ਉਸ ਵੇਲੇ ਆਮ ਆਦਮੀ ਦਾ ਇਹ ਗ੍ਰਾਫ ਸੀਗਾ ਪੰਜਾਬ 'ਚ ਤੇ ਖਾਸ ਕਰ ਮੋਗੇ 'ਚ, ਤੇ ਮੈਂ ਉਦੋਂ ਵੀ ਉਹਨਾਂ ਤੋਂ ਜਿੱਤਿਆ ਸੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੀ ਸਾਂਝੀ ਸੀ, ਤੇ ਉਹ ਏਡਾ ਵੱਡਾ ਉਹ ਸੀਗਾ। ਤੇ ਅੱਜ ਤਾਂ ਮੈਨੂੰ ਲੱਗਦਾ ਹੀ ਨਹੀਂ ਕੋਈ ਇਹੋ ਜਿਹੀ ਗੱਲ ਹੈਗੀ। ਹੁਣ ਤਾਂ ਮੈਂ 5 ਸਾਲ 'ਚ ਕੰਮ ਹੀ ਇੰਨੇ ਕਰ ਦਿੱਤੇ ਆ ਕਿ ਲੋਕਾਂ ਨੂੰ ਜਾ ਕੇ ਪੁੱਛੋ, ਤੁਸੀਂ ਪੁੱਛੋ ਕੰਮ ਹੋਇਆ, ਅਗਲਾ ਕਹਿੰਦਾ ਕੰਮ ਹੋਇਆ। ਕੋਈ ਤੁਹਾਡੀਆਂ ਗਲੀਆਂ, ਤੁਹਾਡੀਆਂ ਸੜਕਾਂ ਬਣੀਆਂ। ਤੁਹਾਡੇ ਕੁਐਸਚਨ ਤੇ ਆ, ਤੁਸੀਂ ਨੈਗੇਟਿਵ ਪੁੱਛਣਾ ਤਾਂ ਜਿਵੇਂ ਮਰਜ਼ੀ ਘੁਮਾ ਲਓ। ਪਰ ਅੱਜ ਤੁਸੀਂ ਸ਼ਾਮ ਨੂੰ ਮੋਗੇ ਦੇ ਵਿੱਚ ਦੀ ਜਦੋਂ ਸ਼ਹਿਰ 'ਚੋਂ ਲੰਘੋਗੇ ਤਾਂ ਜੋ ਲਾਈਟਾਂ ਖੰਭਿਆਂ ਤੇ ਸਪਾਇਰਲ ਲਾਈਟਾਂ, ਐ ਲੱਗਦਾ ਜਿਵੇਂ ਮੋਗੇ ਕਿਸੇ ਦਾ ਵਿਆਹ ਧਰਿਆ ਹੁੰਦਾ, ਐ ਸਜਾਵਟ ਹੋਈ ਜੀ। ਸੋ ਇਹ ਇਸ ਕਰਕੇ ਮੈਨੂੰ ਆਪਣੇ ਤੇ, ਆਪਣੇ ਉਸ ਪਰਮਾਤਮਾ ਤੇ, ਆਪਣੇ ਮੋਗੇ ਦੇ ਲੋਕਾਂ ਤੇ ਔਰ ਆਪਣੀ ਪਾਰਟੀ ਤੇ ਪੂਰਾ ਭਰੋਸਾ। ਡੈਫੀਨੇਟਲੀ ਟਿਕਟ ਵੀ ਮਿਲੂਗੀ ਔਰ ਮੈਂ ਜਿੱਤੂਗਾ ਜੀ। ਇਹ ਵੱਡੀ ਲੜਾਈ ਹੁੰਦੀ ਹੈ ਔਰ ਇੱਥੇ ਹਮੇਸ਼ਾ ਹੀ ਮਾੜਾ ਬੰਦਾ ਤਾਂ ਆਉਣਾ ਹੀ ਨਹੀਂ, ਵੱਡੇ ਹੀ ਆਉਣੇ ਆ, ਚਾਹੇ ਕੋਈ ਆ ਜੇ। ਤੇ ਫਿਰ ਕੋਈ ਗੱਲ ਨਹੀਂ। ਉਹਦੇ 'ਚ ਤੁਸੀਂ ਵਾਰਿਸ ਸ਼ਾਹ ਦੀ ਹੀਰ ਸੁਣੀ ਹੋਣੀ ਹੈ। ਉਹਦੇ ਵਿੱਚ ਉਹ ਜਦੋਂ ਹੀਰ ਨੂੰ ਉਹ ਡਰਾਉਂਦੇ ਆ ਵੀ ਤੂੰ ਟਿਕ ਜਾ, ਤੇਰਾ ਬਾਪ ਆ ਜਾਊਗਾ, ਉਹ ਕਹਿੰਦੀ ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆ ਜਾਏ। ਸੋ ਮੈਂ ਲੜੂੰਗਾ ਤੇ ਡੈਫੀਨੇਟਲੀ ਉਸ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਣੇ ਮੋਗੇ ਦੇ ਜਿਹੜੇ ਸਾਥੀ ਆ ਮੇਰੇ ਵੋਟਰ ਨੇ, ਉਹਨਾਂ ਦੀ ਕਿਰਪਾ ਨਾਲ ਜਿੱਤ ਕੇ ਵਿਧਾਨ ਸਭਾ 'ਚ ਫਿਰ ਮੱਥਾ ਟੇਕ ਕੇ ਚੜੂੰਗਾ ਜੀ। ਬਹੁਤ ਧੰਨਵਾਦ, ਤੁਸੀਂ ਕਾਫੀ ਸਮਾਂ ਦਿੱਤਾ। ਔਰ ਇਹ ਮੋਗਾ ਦੇ ਵਿਧਾਇਕ ਸੀ ਹਰਜੋਤ ਕਮਲ, ਜਿਨ੍ਹਾਂ ਨੇ ਆਪਣੇ ਕੰਮਾਂ ਦਾ ਵੇਰਵਾ ਦਿੱਤਾ, ਬੜੇ ਵਿਸਥਾਰ ਦੇ ਨਾਲ ਲੰਬੀ ਗੱਲਬਾਤ ਹੋਈ। ਔਰ ਉਹ ਮੰਨਦੇ ਨੇ ਕਿ ਜਿੰਨੇ ਕੰਮ ਉਹਨਾਂ ਨੇ ਕਰਵਾਏ ਔਰ ਜਿੰਨੇ ਲੋਕ ਆਪਣੀਆਂ ਟੀਮਾਂ ਸਥਾਪਿਤ ਕਰਨ ਦੇ ਵਿੱਚ ਹੋਏ ਨੇ, ਜਾਣੀ ਉਹਨਾਂ ਦੇ ਕੰਮ ਕਰਵਾ ਕੇ ਆਪਣੀਆਂ ਟੀਮਾਂ ਸਥਾਪਿਤ ਕੀਤੀਆਂ, ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਾਰਟੀ ਉਹਨਾਂ ਦੇ ਨਾਲ ਕਦੇ ਵੀ ਐਸਾ ਨਹੀਂ ਕਰੇਗੀ। ਪਰ ਮੋਗੇ ਦੀ ਸਿਆਸਤ ਉਸ ਦਿਨ ਨਵਾਂ ਮੋੜ ਜ਼ਰੂਰ ਲਊਗੀ ਜਿਸ ਦਿਨ ਸੋਨੂ ਸੂਦ ਦੀ ਫੈਮਿਲੀ, ਸੋਨੂ ਸੂਦ ਦਾ ਪਰਿਵਾਰ ਕੋਈ ਡਿਸੀਜਨ ਲਏਗਾ ਕਿ ਉਹ ਕਿਸ ਪਾਸੇ ਵੱਲ ਜਾ ਰਹੇ ਆ। ਕਿਸੇ ਵੀ ਪਾਰਟੀ ਦਾ ਦਾਮਨ ਥਾਮਣ, ਕਿਸੇ ਵੀ ਪਾਰਟੀ ਦਾ ਪੱਲਾ ਫੜਨ, ਸਿਆਸਤ ਮੋਗੇ ਦੀ ਜ਼ਰੂਰ ਭਖੇਗੀ। ਔਰ ਇਹ ਭਵਿੱਖ ਦੀ ਬੁੱਕਲ ਦੇ ਵਿੱਚ ਹੈ ਕਿ ਆਉਣ ਵਾਲਾ ਸਮਾਂ ਕਿਸ ਦਾ ਹੋਏਗਾ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਮੋਗਾ।